अल्लाह नूर पाए, कुदरत के सब बंदे है ना। जे कोई अल्लाह नूं नहीं मानता, कुदरत नूं मानता है ना, ये तो साडा समाज सारा ही कवर हो जाता कि नहीं वाकई ही कोई सुप्रीम पावर है। तो वो सुप्रीम पावर जिहड़ी हैगी असीं सारे उहनूं बिलोंग करते हैं, क्योंकि असीं अपनी मर्जी नाल नहीं आए। मैं कौन हाँ, मैं इत्थे किस ਲਈ आया हाँ। जब थोड़ा जिहा इस वहण दे विचों है इंसान जिंदगी के रास्ते च रुक के तो देख, इंसानां वाला राह किते दूर रह गया। रुक जरा आत्मा की आवाज़ नूं है ना सुन के तो वेख, वहणां च बहिंदा तूं कित्थे आ गया। हुण नाम नूं समझण दी लोड़ हैगी है। जे नाम दी मन बच कर्म प्रभ एक ते आए है ना, मतलब जे वो चीज़ कम्मां च ही नहीं आई तो फिर मूँह का क्या वाओ, फिर फोकट कर्म किहनूं कहोगे। मतलब ख्याल कित्थों आया ना, जिवें तुसीं गल करदे हैं ख्याल, मैं कहंदा भी क्यों नहीं आ रहा, जेकर सारे एक तो आए हैं फिर ख्याल क्यों नहीं आ रहा कि ये क्यों ये मेरे परिवार का मैंबर क्यों रुल रहा है। पब्लिक कही जाती ख्याल कित्थों आया, मैं कही जाना ख्याल क्यों नहीं आ रहा। तुहाडा परिवार, तुहाडे परिवार के मैंबर, तुहाडे बाप की औलाद ये रुल रही होवे ते तुहानूं नींद किद्दां आ जावे। भ्रिष्टाचार हो गया ना, सदाचार नहीं ना रहा। क्यों क्यों च स्वार्थ आ गया, वो च माया का प्रभाव आ गया। मायाधारी अन्ना अन्ना नहीं अत अन्ना बोला कहा। हुण अन्ने नूं की दिखना, ਤੁਸੀਂ सवाल किया ना भी क्यों रुलते हैं, हुण अन्निਆਂ ਦੇ सामने अन्ने नूं पता ही नहीं हैगा। जी मैनूं मजबूरी नाल आउणा पिया, बच्चे रखदे नहीं। मैं पहलां अपनी कुड़ी कोल रहंदी सी पंजकूले, कुड़ी ਇੱਥੇ ਵਿਆਹੀ ਵੀ ਹੈ ਪਟਿਆਲੇ, ਉਹ ਹੁਣ ਅਮਰੀਕਾ ਵਿੱਚ, ਬੱਚੇ ਅਮਰੀਕਾ ਵਿੱਚ। ਤੁਸੀਂ ਉਹਨਾਂ ਨੂੰ ਮੈਸੇਜ ਦਿਓ ਵੀ ਮੈਨੂੰ ਕਿਉਂ ਨਹੀਂ ਰੱਖਦੇ, ਤੁਸੀਂ ਰੱਖ ਲਓ ਵੀ ਮੈਂ ਅਮਰੀਕਾ ਵਾਲੇ ਮੇਰੇ ਸਾਰੇ ਕਾਗਜ਼ ਪੱਤਰ ਵੀ ਬਣਾਏ ਹੋਏ ਆ, ਫਿਰ ਬੈਂਕ ਦਾ ਖਾਤਾ ਵੀ ਖੁਲਾਇਆ ਹੋਇਆ, ਸਾਰਾ ਕੁਛ ਕਰਿਆ ਹੋਇਆ। ਮੇਰਾ ਬੜਾ ਦੋਤਾ ਕਹਿ ਕੇ ਗਿਆ ਤਾਂ ਜਾਂਦਾ ਹੋਇਆ। ਰੱਖੇ ਆ ਜੀ 2 ਸਾਲ ਰੱਖੇ ਆਪਣੇ ਕੋਲ, ਫਿਰ ਪੰਜਕੂਲੇ ਮੈਂ ਤੋਰਿਆ ਆਪਣੇ ਘਰ ਤੇ, ਉੱਥੋਂ ਕੁੜੀ ਨੂੰ 5 ਕਿੱਲੇ ਵੀ ਦਿੱਤੇ ਵੇਚ ਕੇ। ਤੁਹਾਡੇ ਬੱਚੇ? Only one baby, female. ਫੀਮੇਲ? Oh, she is not good. ਅੱਛਾ ਜੀ। ਤੁਹਾਡੇ ਹਸਬੈਂਡ? Oh, he is also not good. ਅੱਛਾ ਜੀ। Oh, she beat me. My daughter beat me fastly. ਮਾਂ ਦਿਵਸ ਮਨਾਏ ਜਾਂਦੇ ਆ, ਹੋਰ ਪਿਓ ਦਿਵਸ ਮਨਾਏ ਜਾਂਦੇ ਆ। ਉਹਨਾਂ ਦਿਨਾਂ ਦੇ ਉੱਤੇ ਫੇਸਬੁੱਕ ਤੇ ਅਸੀਂ ਦੇਖਦੇ ਹਾਂ ਕਿ ਪੋਸਟਾਂ ਪਾਈਆਂ ਜਾਂਦੀਆਂ ਲਗਾਤਾਰ, ਹਰ ਕੋਈ ਪਾਉਂਦਾ, ਹਰ ਕਿਸੇ ਦੀ ਜਿਹੜੀ ਵਾਲ ਹੁੰਦੀ ਫੇਸਬੁੱਕ ਵਾਲ ਉਹ ਇਹਨਾਂ ਪੋਸਟਾਂ ਨਾਲ ਭਰੀ ਦਿਖਦੀ ਹੈ। ਪਰ ਅਸਲੀਅਤ ਦੇ ਵਿੱਚ ਫਿਰ ਕਿੰਨਾਂ ਦੇ ਉਹ ਬਜ਼ੁਰਗ ਆ ਜਿਹੜੇ ਇੱਥੇ, ਜਿਨ੍ਹਾਂ ਨੂੰ ਇੱਥੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਉਹ ਕੌਣ ਲੋਕ ਆ ਫਿਰ? ਜੇ ਸਾਰਿਆਂ ਦੀ ਵਾਲ ਤਾਂ ਫੇਸਬੁੱਕ ਦੀ ਭਰੀ ਪਈ ਹੈ ਨਾ ਪੋਸਟਾਂ ਨਾਲ, ਸਾਰੇ ਤਾਂ ਉੱਥੇ ਤਾਂ ਦਿਖਾਵਾ ਪਿਆਰ ਕਰਨ ਤਾਂ ਕਰਦੇ ਆ, ਫਿਰ ਇਹ ਲੋਕ ਕੌਣ ਆ ਜਿਹੜੇ ਬੇਸਹਾਰਾ? लड़की साढ़े को पागल कह के जो साढ़े को दाखिल करा के गए ना, मैं थोड़े थ्रू ये भी मैसेज देना चाहता भी पागल ना क्या करो। पागल असी हैं क्योंकि साढ़े सामने साढ़े साथी जो डिप्रैशन चले गए, जिवें बचपन दे विच ना मनुख नूं सहारे की लोड़ है, बुढ़ेपे च सहारे की लोड़ हुंदी है ना, इस तरह डिप्रैशन च गए हुए नागरिकों नूं सहारे की लोड़ हुंदी है। भी साढ़े सामने जेकर रुल रहे हैं तो पागल असी हैं, लाचार असी हैं। जे साढ़े सामने साडा कोई साढ़े समाज दे विच कोई बजुर्ग रुल रहा है ਤਾਂ ਲਾਚਾਰ ਉਹ ਨਹੀਂ, ਲਾਚਾਰ ਅਸੀਂ ਸਾਰਾ ਕੁਝ। ਕਾਰਨ ਕੀ ਬਣਦਾ ਉਹਨਾਂ ਦੀ? ਉਹ ਕੇਅਰ ਨਹੀਂ ਕਰ ਸਕਦੇ, ਉਹ ਕਰਨਾ ਨਹੀਂ ਚਾਹੁੰਦੇ, ਜਾਂ ਮਤਲਬ ਉਹਨਾਂ ਨੂੰ ਨਕਾਰਾ ਸਮਝ ਲਿਆ ਜਾਂਦਾ? ਹੁਣ ਕੀ ਕਾਰਨ ਕੀ ਲੱਗਦਾ ਕਿ ਸਾਡੇ ਕੰਮ ਦੇ ਨਹੀਂ ਰਹੇ, ਕੰਮ ਦੇ ਨਹੀਂ ਰਹੇ? ਮਸਲਾ ਤਾਂ ਸਵਾਰਥ ਦਾ ਆ ਗਿਆ ਨਾ, ਇੱਕ ਕੇਸ ਨਹੀਂ ਹੈ ਇਦਾਂ ਦਾ ਵੀ, ਬਹੁਤ ਇਹ ਵੀ ਵੱਡੀ ਲੰਮੀ ਲਿਸਟ ਹੈ। ਜੇ ਅਸੀਂ ਗੁਰੂ ਦੇ ਸਿਧਾਂਤਾਂ ਨਾਲ ਮਨ ਨੂੰ ਬਣਾਉਣ ਦੇ ਲਈ ਯਤਨਸ਼ੀਲ ਹੋਣ ਦਾ ਪਰਨ ਕਰਕੇ ਉਹ ਗੱਲ ਮਤਲਬ ਉਦੋਂ ਦਿਨ ਮਨਾਉਣੇ ਸ਼ੁਰੂ ਕਰ ਦਿੱਤੇ, ਤੇ ਫਿਰ ਉਹ ਦਿਨ ਮਨਾਉਣੇ ਜਿਹੜੇ ਆ ਸਾਡੇ ਜੀਵਨ ਨੂੰ ਸੁਖੀ ਤੇ ਸਮਾਜ ਨੂੰ ਖੁਸ਼ਹਾਲ ਬਣਾ ਦੇਣਗੇ। ਤੇ ਨਹੀਂ ਕੀ ਹੋਏਗਾ? ਫੋਕਟ ਕਰਮ ਹੋਏਗਾ। ਕੀ ਹੋਏਗਾ? ਵੇਸਟੇਜ ਆਫ ਮਨੀ। ਇਹ ਪੈਸੇ ਤੋਂ ਪ੍ਰਿੰਸੀਪਲ ਕੁਰਬਾਨ ਨਹੀਂ ਹੋਣੇ ਚਾਹੀਦੇ, ਇਹਨਾਂ ਪ੍ਰਿੰਸੀਪਲਾਂ ਤੋਂ ਸਭ ਕੁਝ ਕੁਰਬਾਨ ਹੋ ਜਾਣਾ ਚਾਹੀਦਾ ਤੇਰਾ। ਬਸ ਇਹ ਸਾਡੀ ਗੱਲ ਨਾ ਭੁੱਲਣੀ। ਜੇ ਕਿਤੇ ਇਹ ਗੱਲ ਉਹ ਬੱਚਿਆਂ ਨੂੰ ਮਿਲ ਜਾਵੇ ਤੇ ਉਹ ਬੱਚੇ ਵੱਡੇ ਹੋ ਕੇ ਮਾਂ ਬਾਪ ਨੂੰ ਕਿ ਸਮਾਜ ਦੇ ਵਿੱਚ ਕਿਸੇ ਨੂੰ ਵੀ ਆਪਣੇ ਸਾਹਮਣੇ ਰੁਲਦਾ ਬਰਦਾਸ਼ਤ ਨਹੀਂ ਕਰ ਸਕਦੇ।
ਸਮਾਜ, ਸਮਾਜਿਕ ਤਾਣਾ ਬਾਣਾ ਅਤੇ ਰਿਸ਼ਤੇ। ਜਦੋਂ ਇਹ ਰਿਸ਼ਤੇ ਜ਼ਿੰਦਗੀ ਦੇ ਵਿੱਚ ਇੱਕ ਦੂਜੇ ਦਾ ਸਹਾਰਾ ਬਣਦੇ ਨੇ, ਵੀਰ ਵੀਰਾਂ ਦੀਆਂ ਬਾਹਾਂ ਬਣਦੇ ਨੇ, ਪੁੱਤ ਮਾਪਿਆਂ ਦੇ ਸਹਾਰੇ ਬਣਦੇ ਨੇ, ਧੀਆਂ ਘਰ ਦੀ ਰੌਣਕ ਹੁੰਦੀਆਂ ਨੇ, ਉਦੋਂ ਜ਼ਿੰਦਗੀ ਦੇ ਵਿੱਚ ਬਹਾਰਾਂ ਹੁੰਦੀਆਂ ਨੇ। ਪਰ ਜਦੋਂ ਇਹ ਰਿਸ਼ਤੇ ਇਹਨਾਂ ਦੇ ਮਿਆਰ ਡਿੱਗ ਜਾਂਦੇ ਨੇ ਤਾਂ ਸੰਸਾਰ ਦੇ ਵਿੱਚ ਫਿਰ ਕੁਛ ਜੋ ਪਰਉਪਕਾਰੀ ਬਿਰਤੀ ਦੇ ਲੋਕ ਨੇ ਉਹਨਾਂ ਨੂੰ ਫਿਰ ਸੰਸਥਾਵਾਂ ਬਣਾਉਣੀਆਂ ਪੈਂਦੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਸੰਸਥਾ ਰੋਪੜ ਤੋਂ ਚੰਡੀਗੜ੍ਹ ਰੋਡ ਦੇ ਉੱਤੇ ਪ੍ਰਭ ਆਸਰਾ ਨਾਂ ਦੀ ਸੰਸਥਾ ਜੋ ਬੇਸਹਾਰਿਆਂ ਲਈ ਸਹਾਰਾ ਹੈ, ਉਹ ਬਣੀ ਹੋਈ ਹੈ। ਉਹਨਾਂ ਦੇ ਜੋ ਫਾਊਂਡਰ ਨੇ ਇਸ ਸੰਸਥਾ ਦੇ, ਉਹ ਸਾਡੇ ਨਾਲ ਅੱਜ ਗੱਲਬਾਤ ਕਰਨ ਲਈ ਇੱਥੇ ਮੌਜੂਦ ਨੇ। ਗੱਲਬਾਤ ਕਰਦੇ ਹਾਂ ਸਰਦਾਰ ਸ਼ਮਸ਼ੇਰ ਸਿੰਘ ਜੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਜ ਦੇ ਅੱਜ ਉਸ ਵਰਗ ਦੇ ਲਈ ਇੰਨਾ ਕੀਮਤੀ ਸਮਾਂ ਕੱਢਿਆ ਜਿਹੜਾ ਬੇਵਸ ਤੇ ਲਾਚਾਰ ਹੈ, ਵੌਇਸਲੈਸ ਦੀ ਵੌਇਸ ਅੱਜ ਤੁਸੀਂ ਸਾਡੇ ਸਮਾਜ ਦੇ ਵਿੱਚ ਪਹੁੰਚਾਉਣ ਲਈ ਆਏ ਹੋ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ। ਕਿਸ ਤਰ੍ਹਾਂ ਸ਼ੁਰੂਆਤ ਹੁੰਦੀ ਹੈ? ਕੀ ਖਿਆਲ ਮਨ ਵਿੱਚ ਆਉਂਦੇ ਨੇ? ਕਿ ਸਮਾਜ ਵਿੱਚੋਂ ਕੋਈ ਇੱਦਾਂ ਦੀ ਸੱਟ ਲੱਗਦੀ ਹੈ ਜਿਸ ਤੋਂ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਸੰਸਥਾ ਦੀ ਲੋੜ ਹੈ ਸਮਾਜ ਨੂੰ? ਇਹਦੇ ਵਿੱਚ ਮਤਲਬ ਮੈਂ ਇੱਕ ਸਮਾਜ ਦੇ ਵਿੱਚ ਹੁਣ ਸਵਾਲ ਤੁਹਾਡੇ ਥਰੂ ਕਰਨਾ ਚਾਹੁੰਦਾ। ਮਤਲਬ ਜਦੋਂ ਬੰਦਾ ਕੋਈ ਆਪਣਾ ਹੈ ਨਾ, ਜਦੋਂ ਇਹ ਚੀਜ਼ ਅਸੀਂ ਸਾਰੇ ਹੀ ਤਕਰੀਬਨ ਸਹਿਮਤ ਹੋ ਜਾਂਦੇ ਹਾਂ, ਮੈਜੋਰਿਟੀ ਲੋਕ ਇਸ ਗੱਲ ਤੋਂ ਸਹਿਮਤ ਹੋ ਜਾਂਦੇ, ਸਾਰੇ ਅਸੀਂ ਇੱਕ ਨੂੰ ਬਿਲੋਂਗ ਕਰਦੇ ਹਾਂ। ਕੋਈ ਕਹਿੰਦਾ ਵੀ ਕੁਦਰਤ ਇੱਕ ਹੈ, ਕੋਈ ਕਹਿੰਦਾ ਕਾਦਰ ਇੱਕ ਹੈ ਨਾ। ਤਕਰੀਬਨ ਇੱਥੇ ਸਾਰੇ ਹੀ ਸਹਿਮਤ, ਕੁਦਰਤ ਤਾਂ ਇੱਕ ਹੀ ਮੰਨਦੇ ਸਾਰੇ ਹੈ ਨਾ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਹੈ ਨਾ। ਜੇ ਕੋਈ ਅੱਲਾ ਨੂੰ ਨਹੀਂ ਮੰਨਦਾ, ਕੁਦਰਤ ਨੂੰ ਮੰਨਦਾ ਹੈ ਨਾ। ਇਹ ਤਾਂ ਸਾਡਾ ਸਮਾਜ ਸਾਰਾ ਹੀ ਕਵਰ ਹੋ ਜਾਂਦਾ ਕਿ ਨਹੀਂ ਵਾਕਈ ਹੀ ਕੋਈ ਸੁਪਰੀਮ ਪਾਵਰ ਹੈ। ਅਤੇ ਉਹ ਸੁਪਰੀਮ ਪਾਵਰ ਜਿਹੜੀ ਹੈਗੀ ਅਸੀਂ ਸਾਰੇ ਉਹਨੂੰ ਬਿਲੋਂਗ ਕਰਦੇ ਹੈਗੇ, ਕਿਉਂਕਿ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ। ਮੈਂ ਕੌਣ ਹਾਂ, ਮੈਂ ਇੱਥੇ ਕਿਸ ਲਈ ਆਇਆ ਹਾਂ। ਜਦ ਮੈਂ ਥੋੜ੍ਹਾ ਜਿਹਾ ਇਸ ਵਹਿਣ ਦੇ ਵਿੱਚੋਂ ਹੋਏ, ਇਨਸਾਨ ਜ਼ਿੰਦਗੀ ਦੇ ਰਸਤੇ 'ਚ ਰੁਕ ਕੇ ਤਾਂ ਦੇਖ, ਇਨਸਾਨਾਂ ਵਾਲਾ ਰਾਹ ਕਿਤੇ ਦੂਰ ਰਹਿ ਗਿਆ। ਰੁਕ ਜ਼ਰਾ ਆਤਮਾ ਦੀ ਆਵਾਜ਼ ਨੂੰ ਹੈ ਨਾ ਸੁਣ ਕੇ ਤਾਂ ਵੇਖ, ਵਹਿਣਾ 'ਚ ਵਹਿੰਦਾ ਤੂੰ ਕਿੱਥੇ ਆ ਗਿਆ, ਕਿਹੜੇ ਵਹਿਣ 'ਚ ਪਿਆ ਗਿਆ, ਤਾਂ ਜਾਣਾ ਕਿੱਥੇ ਹੈ, ਕਿੰਨੀ ਦੇਰ ਲਈ ਆਇਆ ਇਸ ਦੁਨੀਆ 'ਤੇ। ਇਹ ਸਵਾਲ ਜਦੋਂ ਪੈਦਾ ਹੁੰਦੇ ਨੇ, ਜਦ ਥੋੜ੍ਹਾ ਜਿਹਾ ਵੀ ਆਪਣੇ ਬਾਰੇ ਸੋਚਦਾ ਕਿ ਮੈਂ ਪਹੁੰਚਣਾ ਕੀ ਹੈ, ਮੇਰੀ ਮੰਜ਼ਿਲ ਕੀ ਹੈ, ਅਤੇ ਫਿਰ ਉਹਨੂੰ ਮਹਿਸੂਸ ਹੁੰਦਾ, ਭਾਵੇਂ ਇਸ ਗੱਲ ਦਾ ਕਲੀਅਰ ਆਨਸਰ ਤਾਂ ਨਾ ਮਿਲੇ, ਪਰ ਇਸ ਗੱਲ ਨੂੰ ਸਟਰੋਂਗਲੀ ਫਿਰ ਬੰਦਾ ਫੀਲ ਕਰ ਪਾਉਂਦਾ ਹੈ ਕਿ ਅਸੀਂ ਸਾਰੇ ਇੱਕ ਨੂੰ ਬਿਲੋਂਗ ਕਰਦੇ ਹਾਂ। ਇਟ ਮੀਨਸ ਇੱਕ ਨੂੰ ਬਿਲੋਂਗ ਕਰਦੇ ਹਾਂ। ਏਕ ਪਿਤਾ ਏਕ ਕੇ ਹਮ ਬਾਰਿਕ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਜੇਤੇ ਜੀ ਤੇਤੇ ਸਭ ਤੇਰੇ। ਇਹ ਸਾਰੀਆਂ ਚੀਜ਼ਾਂ ਬਾਰ ਬਾਰ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ ਹੈ ਨਾ, ਵੀ ਸਾਰੇ ਇੱਕ ਅਲਟੀਮੇਟ ਰਿਐਲਿਟੀ ਇਹੀ ਹੈ, ਸਾਰੇ ਇੱਕ ਤੋਂ ਆਏ ਹੈ। ਅਤੇ ਫਿਰ ਜਦੋਂ ਇੱਕ ਤੋਂ ਆਏ ਹਾਂ, ਹੁਣ ਜਦੋਂ ਅਸੀਂ ਜੇ ਇੱਕ ਤੋਂ ਆਏ ਹਾਂ ਅਤੇ ਫਿਰ ਇੱਕ ਪਰਿਵਾਰ ਦੀ ਫੀਲਿੰਗ ਆਉਣੀ ਕੁਦਰਤੀ ਹੈ, ਸੁਭਾਵਿਕ ਹੀ ਹੈ ਨਾ। ਫਿਰ ਇਹ ਫਿਰ ਜ਼ੋਰ ਲਾਉਣ ਦੀ ਲੋੜ ਨਹੀਂ ਹੈਗੀ। ਜਦੋਂ ਜ਼ਿੰਦਗੀ ਦਾ ਸਫ਼ਰ ਚੱਲਦੇ ਚੱਲਦੇ ਜੀਵਨ ਸਾਥੀ ਆ ਗਿਆ, ਮਨ ਨੇ ਕੀ ਮੰਨ ਲਿਆ ਕਿ ਇਹ ਮੇਰਾ ਹੈ। ਇਟ ਮੀਨਸ ਉਹਨੂੰ ਸਿਰ 'ਤੇ ਛੱਤ ਚਾਹੀਦੀ ਹੈ। ਹੁਣ ਸਿਰ 'ਤੇ ਛੱਤ ਚਾਹੀਦੀ ਹੈ, ਸਵਾਲ ਕਿੱਥੋਂ ਆ ਗਿਆ? ਸਵਾਲ ਕਿੱਥੋਂ ਆ ਗਿਆ? ਹੁਣ ਬੱਚਾ ਆ ਗਿਆ ਜੀਵਨ 'ਚ, ਹੁਣ ਬੱਚੇ ਨੂੰ ਮਤਲਬ ਕੇਅਰ ਚਾਹੀਦੀ ਹੈ, ਬੱਚੇ ਨੂੰ ਐਜੂਕੇਸ਼ਨ ਵੀ ਚਾਹੀਦੀ ਹੈ, ਮਤਲਬ ਕਹਿ ਲਓ ਵੀ ਹਰ ਚੀਜ਼ ਚਾਹੀਦੀ ਹੈ ਬੱਚੇ ਨੂੰ ਜੀ। ਅਤੇ ਫਿਰ ਇਹ ਸਵਾਲ ਕਿੱਥੋਂ ਆ ਗਿਆ? ਕਿਉਂਕਿ ਉਹ ਮੇਰਾ ਹੈ। ਜਿਸ ਦਿਨ ਅਸੀਂ ਨਾ ਇਸ ਫੀਲਿੰਗ ਕਿ ਇੱਕ ਓਂਕਾਰ ਇੱਕ ਰੱਬ ਰਿਹਾ, ਜਿਸ ਦਿਨ ਅਸੀਂ ਫੀਲ ਕਰ ਲਿਆ ਇਸ ਗੱਲ ਨੂੰ, ਫੀਲ ਨਹੀਂ ਕਰ ਲਿਆ ਸਟਰੋਂਗਲੀ, ਮਤਲਬ ਕਹ ਲਓ ਅਨੁਭਵ ਕਰ ਲਿਆ, ਅਤੇ ਉਸ ਦਿਨ ਇਹ ਸਵਾਲ ਆਉਣਾ ਖਤਮ ਹੋ ਜਾਏਗਾ ਕਿ ਇਹ ਖਿਆਲ ਕਿੱਥੋਂ ਆਇਆ। ਫਿਰ ਸਵਾਲ ਇਹ ਹੋਏਗਾ ਕਿ ਇਹ ਖਿਆਲ ਕਿਉਂ ਨਹੀਂ ਆਇਆ? ਜੇ ਸਭ ਦਾ ਮਾਲਕ ਇੱਕ ਹੈ ਅਤੇ ਫਿਰ ਇਹ ਖਿਆਲ ਕਿਉਂ ਨਹੀਂ ਆਇਆ ਕਿ ਮੇਰੇ ਮਾਲਕ ਦੀ ਔਲਾਦ, ਮੇਰਾ ਪਰਿਵਾਰ, ਮੇਰਾ ਸਮਾਜਿਕ ਪਰਿਵਾਰ, ਮੇਰੇ ਸਾਥੀ, ਜੇਤੇ ਜੀ ਤੇਤੇ ਸਭ ਤੇਰੇ, ਤੂੰ ਮੇਰਾ ਜੀ ਜੰਤ ਤੇਰੇ। ਇਟ ਮੀਨਸ ਇਹ ਪਰਿਵਾਰ ਹੋ ਗਿਆ, ਇੱਕ ਫੈਮਿਲੀ ਹੋ ਗਈ। ਫੈਮਿਲੀ ਦੇ ਸਿਰ 'ਤੇ ਛੱਤ ਨਹੀਂ ਹੈਗੀ। ਗੁਰੂ ਨਾਨਕ ਦੇਵ ਜੀ ਕੋੜੀਆਂ ਨੂੰ ਗੰਨ ਨਾਲ ਲਾਉਂਦੇ ਆ, ਸੱਚ ਦਾ ਉਪਦੇਸ਼ ਦੇੜ ਕਰਵਾਉਂਦੇ ਆ। ਮੌਕੇ ਦੀਆਂ ਹਕੂਮਤਾਂ ਨੂੰ ਭਾਵੇਂ ਕੋਈ ਵੀ ਸੀ, ਜੇ ਉਹਨੇ ਮਤਲਬ ਆਪਣਾ ਫਰਜ਼ ਨਹੀਂ ਸੀ ਨਿਭਾ ਰਹੇ, ਪਰਜਾ ਪ੍ਰਤੀ ਜੋ ਉਹਦੀ ਡਿਊਟੀ ਸੀ, ਬਾਬਰ ਨੂੰ ਜਾਬਰ ਕਿਹਾ, ਜੋ ਕਹਿਣਾ ਪਿਆ, ਮਤਲਬ ਆਪਣਾ ਪਰਿਵਾਰ ਦੀ ਤਰ੍ਹਾਂ ਜਿਵੇਂ ਆਪਣੇ ਪਰਿਵਾਰ ਦੇ ਇਨਸਾਫ ਦੇ ਲਈ ਗੱਲ ਕੀਤੀ ਜਾਂਦੀ ਹੈ। ਅਤੇ ਕੋਈ ਜਦੋਂ ਦੁਖੀ ਮਿਲਦਾ ਸੀ ਉਹਨਾਂ ਨੂੰ ਗੱਲ ਨਾਲ ਲਾਉਂਦੇ ਸੀ। ਗੁਰੂ ਰਾਮਦਾਸ ਜੀ ਤੱਕ ਇੱਦਾਂ ਹੀ ਨਾ ਕਰਦੇ ਰਹੇ ਪਰ ਜਦੋਂ ਗੁਰੂ ਰਾਮਦਾਸ ਜੀ ਤੋਂ ਬਾਅਦ ਦੇਖਿਆ ਵੀ ਹਾਲਾਤ ਬੜੇ ਵਿਗੜੇ ਹੋਏ ਹੈ, ਵੀ ਕੋੜ ਤੋਂ ਪੀੜ ਤੇ ਇੰਨੇ ਨਾਗਰਿਕ ਵੀ ਜਿਨ੍ਹਾਂ ਦੇ ਸਿਰ 'ਤੇ ਛੱਤ ਵੀ ਨਹੀਂ ਹੈਗੀ ਅਤੇ ਜਿਨ੍ਹਾਂ ਨੂੰ ਕੋਈ ਮੌਕਾ ਵੀ ਨਹੀਂ ਸੰਭਾਲਦਾ ਇਲਾਜ ਦਾ ਮਿਲਦਾ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਨ੍ਹਾਂ ਨੇ ਰੂਹਾਨੀ ਏਕਤਾ ਦੇ, ਅਧਿਆਤਮਿਕ ਏਕਤਾ ਦੇ ਆਧਾਰ 'ਤੇ ਇਲਾਹੀ ਬਾਣੀ ਇਕੱਤਰ ਕਰਕੇ ਸਾਡੇ ਕਲਿਆਣ ਦੇ ਲਈ ਦਿੱਤੀ। ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਕਿੱਡੇ ਵੱਡੇ ਉਹਨਾਂ ਕੋਲ ਇਲਾਹੀ ਬਾਣੀ ਉਹਨਾਂ ਨੂੰ ਆਉਂਦੀ ਇਕੱਤਰ ਕਰਕੇ, ਮਤਲਬ ਉਹਨਾਂ ਨੂੰ ਹੈ ਨਾ ਵੀ ਜਿਹੜੀ ਉਹੀ ਬਾਣੀ ਜਿਹੜੀ ਧੁਰ ਤੋਂ ਆਈ ਹੈ, ਸਮਾਜ ਦੇ ਕਲਿਆਣ ਦੇ ਲਈ ਦੇ ਰਹੇ ਹੈ। ਇੰਨੇ ਵੱਡੇ ਵੱਡੇ ਪ੍ਰੋਜੈਕਟ ਕਿਤੇ ਫਿਰ 6 ਹਟਾਂ ਖੂਹ 'ਚ ਇੱਕ 'ਚ ਖੂਹ 'ਚ ਪਾ ਕੇ ਪਾਣੀ ਦੀਆਂ ਸਮੱਸਿਆਵਾਂ ਹੱਲ ਕਰਦੇ ਹਾਂ। ਕਿਤੇ ਤਰਨ ਤਾਰਨ ਸਾਹਿਬ ਦੇ ਵਿੱਚ ਫਿਰ ਸ਼ੈਲਟਰ ਹੋਮ, ਐਡੇ ਵੱਡੇ ਵੱਡੇ ਸ਼ੈਲਟਰ ਹੋਮ ਬਣਾ ਦਿੱਤੇ।
ਕਿਉਂ? ਕਿਉਂਕਿ ਉਹਨਾਂ ਦੇ ਨਾਲੇ ਤਾਂ ਉਹ ਇੱਕ ਪਾਸੇ ਦ੍ਰਿੜ ਕਰਵਾ ਰਹੇ ਹੈਗੇ ਹੈ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਠੀਕ ਹੈ, ਉਹ ਮਲਿਕ ਨਾਮ ਦੀ ਗੱਲ ਕਰਦੇ। ਇਟ ਮੀਨਸ ਹੁਣ ਨਾਮ ਨੂੰ ਸਮਝਣ ਦੀ ਲੋੜ ਹੈਗੀ ਹੈ। ਜੇ ਨਾਮ ਦੀ ਮਨ ਬਚ ਕਰਮ ਪ੍ਰਭ ਏਕ 'ਤੇ ਆਏ ਹੈ ਨਾ, ਮਤਲਬ ਜੇ ਉਹ ਚੀਜ਼ ਕੰਮਾਂ 'ਚ ਹੀ ਨਹੀਂ ਆਈ ਤੇ ਫਿਰ ਮੂੰਹ ਕਾ ਕਿਆ ਵਾਓ, ਫਿਰ ਫੋਕਟ ਕਰਮ ਕਿਹਨੂੰ ਕਹੋਗੇ? ਮਤਲਬ ਖਿਆਲ ਕਿੱਥੋਂ ਆਇਆ ਨਾ, ਜਿਵੇਂ ਤੁਸੀਂ ਗੱਲ ਕਰਦੇ ਆ ਖਿਆਲ, ਮੈਂ ਕਹਿੰਦਾ ਵੀ ਕਿਉਂ ਨਹੀਂ ਆ ਰਿਹਾ? ਜੇਕਰ ਸਾਰੇ ਇੱਕ ਤੋਂ ਆਏ ਆ ਫਿਰ ਖਿਆਲ ਕਿਉਂ ਨਹੀਂ ਆ ਰਿਹਾ ਕਿ ਇਹ ਕਿਉਂ, ਇਹ ਮੇਰੇ ਪਰਿਵਾਰ ਦਾ ਮੈਂਬਰ ਕਿਉਂ ਰੁਲ ਰਿਹਾ? ਜਾਂ ਫਿਰ ਤੁਸੀਂ ਇਹ ਕਹੋ, ਜਾਂ ਅਸੀਂ ਮੰਨਦੇ ਹਾਂ ਕਿ ਨਹੀਂ, ਸਾਰੇ ਸਭ ਦਾ ਬਾਪ ਤੂੰ ਸਾਂਝਾ ਸਹਿਬਾਪ ਨਹੀਂ ਹੈਗਾ, एक पिता एक के हम बारिक नहीं हैगे, सभी को गुरु मानस की जा सब एक है पहचान, वो करता करीम सोई राज करीम, वही दूसरों न भेद कोई भूल पर मन, वो एक ही की सेब, सभी को गुरुदेव एक ही स्वरूप सब एक है ज्योति जान वो। या तो फिर असी कहिए भी नहीं ये सच नहीं है। जे ये सच है फिर ये सवाल पैदा होता है ख्याल क्यों नहीं आता? गुरु महाराज ने, गुरु अर्जन देव जी महाराज ने हरमंदिर ਸਾਹਿਬ ਦੀ ਗੋਲੀ ਚੱਕ ਕੇ ਵੀ ਲਾਹੌਰ ਲੈ ਗਏ ਸੀ। ਜਦੋਂ ਲਾਹੌਰ ਦੀਆਂ ਗਲੀਆਂ, ਲਾਹੌਰ ਦੇ ਬਾਜ਼ਾਰ ਬਿਮਾਰਾਂ ਦੇ ਨਾਲ ਤੇ ਮੁਰਦੇ ਨਾਲ ਭਰ ਚੁੱਕੇ ਸੀ, ਹੱਥੀਂ ਸੰਭਾਲ ਕੀਤੀ। 9 ਮਹੀਨੇ ਲੱਗੇ ਗੁਰੂ ਸਾਹਿਬ ਦੇ, ਗੁਰੂ ਹਰਗੋਬਿੰਦ ਪਾਤਸ਼ਾਹ ਸਿੱਖ ਸੰਗਤਾਂ ਨਾਲ, ਤੇ ਨਾਲ ਹੀ ਹਰਮੰਦਰ ਸਾਹਿਬ ਦੀ ਗੋਲਕ ਵੀ ਉੱਥੇ ਲਗਾਤੀ ਸੀ। ਹੁਣ ਅਸੀਂ ਕਹੀ ਜਾਂਦੇ ਖਿਆਲ ਕਿੱਥੋਂ ਆਇਆ, ਪਬਲਿਕ ਕਹੀ ਜਾਂਦੀ ਖਿਆਲ ਕਿੱਥੋਂ ਆਇਆ। ਮੈਂ ਕਹੀ ਜਾਂਦਾ ਖਿਆਲ ਕਿਉਂ ਨਹੀਂ ਆ ਰਿਹਾ? ਤੁਹਾਡਾ ਪਰਿਵਾਰ, ਤੁਹਾਡੇ ਪਰਿਵਾਰ ਦੇ ਮੈਂਬਰ, ਤੁਹਾਡੇ ਬਾਪ ਦੀ ਔਲਾਦ ਇਹ ਰੁਲ ਰਹੀ ਹੋਵੇ ਤੇ ਤੁਹਾਨੂੰ ਨੀਂਦ ਕਿੱਦਾਂ ਆ ਜਾਵੇ? ਇਹ ਸਵਾਲ ਤਾਂ ਇਹ ਹੈ ਨਾ ਵੀ, ਜਾਂ ਇਟ ਮੀਨਸ ਅਸੀਂ ਮੂੰਹ ਨਾਲ ਕਹਿ ਦਿੱਤਾ ਤੇ ਹਵਾ ਚੁੜ ਗਿਆ, ਜਾਂ ਫਿਰ ਇਹ ਗੱਲ ਹੈਗੀ ਹੈ ਗੁਰੂ ਹਰ ਰਾਏ ਪਾਤਸ਼ਾਹ ਨੇ ਦਵਾਖਾਨੇ ਏਡੇ ਵੱਡੇ ਵੱਡੇ ਖੋਲ੍ਹੇ ਸੀ। ਜਦੋਂ ਸਾਡਾ ਇਤਿਹਾਸ ਸਾਨੂੰ ਇੰਨੀਆਂ ਸਿੱਖਿਆਵਾਂ ਦਿੰਦਾ ਹੈ, ਗੁਰਬਾਣੀ ਸਿਖਾਉਂਦੀ ਹੈ, ਤੁਹਾਡੇ ਮਨ ਦੇ ਵਿੱਚ ਵੀ ਖਿਆਲ ਆਉਂਦਾ ਹੈ ਕਿ ਇਸ ਤਰ੍ਹਾਂ ਕਰਨਾ ਚਾਹੀਦਾ ਹੈ, ਉਸ ਰਸਤੇ ਦੇ ਉੱਤੇ ਚੱਲਣਾ ਚਾਹੀਦਾ ਹੈ, ਪਰ ਤੁਸੀਂ ਬੇਗਾਨਿਆਂ ਲਈ ਵੀ ਆਪਣੇ ਹੋਣ ਦਾ ਸੋਚਦੇ ਹੋ, ਆਪਣਾ ਬਣਾਉਂਦੇ ਹੋ ਬੇਗਾਨਿਆਂ ਨੂੰ ਵੀ, ਪਰ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਅੱਜ ਮਾਵਾਂ ਇੱਥੇ ਰੁਲ ਰਹੀਆਂ ਨੇ, ਉਹਨਾਂ ਦੇ ਜਿਹੜੇ ਪਾਲਣ ਦੇ ਜੋਗੇ ਨੇ ਪਰ ਫਿਰ ਵੀ ਉਹਨਾਂ ਦੇ ਬਜ਼ੁਰਗ ਇੱਥੇ ਰੁਲ ਰਹੇ ਨੇ, ਉਹਨਾਂ ਦੇ ਮਨ ਵਿੱਚ ਇਹ ਖਿਆਲ ਕਿਉਂ ਨਹੀਂ ਆਉਂਦਾ ਕਮੀ ਕਿੱਥੇ ਹੈ? ਤੁਸੀਂ ਆਪਣੇ ਯਤਨਾਂ ਨੂੰ ਜਦੋਂ ਤੋਂ ਤੁਸੀਂ ਯਤਨ ਕਰਨਾ ਆਰੰਭ ਕੀਤਾ, ਕਿੰਨੇ ਕੁ ਸਫਲ ਹੋਏ ਹੋ ਇਸ ਪਾਸੇ ਨੂੰ? ਕੁਝ ਸੇਧ ਮਿਲੀ ਹੈ ਸਮਾਜ ਨੂੰ ਕਿ ਨਹੀਂ? ਹਾਂ, ਇਸ ਦੇ ਵਿੱਚ ਦੋ ਚੀਜ਼ਾਂ ਸਾਹਮਣੇ ਆਉਂਦੀਆਂ। ਪਹਿਲਾ ਤੁਹਾਡਾ ਸਵਾਲ ਸੀ ਵੀ ਜਿਹੜਾ ਆਪਣਿਆਂ ਦੇ ਹੁੰਦੇ ਲਵਾਰਸ ਹੋ ਗਿਆ, ਆਪਣਿਆਂ ਦੇ ਹੁੰਦੇ ਹੀ ਕਹਿ ਲਓ ਪਰਿਵਾਰ ਵੀ ਆ ਗਿਆ ਉਹਦੇ ਵਿੱਚ, ਸਮਾਜ ਵੀ ਆ ਗਿਆ ਉਹਦੇ ਵਿੱਚ, ਸਰਕਾਰ ਵੀ ਆ ਗਈ ਉਹਦੇ ਵਿੱਚ, ਹੈ ਨਾ, ਵੀ ਇੰਨਾ ਕੁਛ ਆਪਣਾ ਹੁੰਦੇ ਹੋਏ ਵੀ ਜਿੱਥੇ ਸਾਡਾ ਪਰਿਵਾਰ ਵੀ ਹੋਵੇ, ਜਿਸ ਸਮਾਜ 'ਚ ਅਸੀਂ ਜਨਮ ਵੀ ਲਿਆ ਹੋਵੇ ਅਤੇ ਜਿਸ ਦੇਸ਼ ਦੇ ਵਿੱਚ ਜਨਮ ਲਿਆ ਹੋਵੇ ਉੱਥੇ ਸਰਕਾਰ ਵੀ ਹੈ। ਇੰਨਾ ਕੁਛ ਹੋਣ ਦੇ ਬਾਵਜੂਦ ਅਸੀਂ ਫਿਰ ਲਵਾਰਸ ਹੋ ਗਏ। ਫਿਰ ਉੱਥੇ ਗੱਲ ਆ ਜਾਂਦੀ ਹੈ ਆਚਾਰ ਦੀ, ਵੀ ਆਚਾਰ ਭ੍ਰਿਸ਼ਟ ਹੋ ਗਿਆ, ਭ੍ਰਿਸ਼ਟਾਚਾਰ ਹੋ ਗਿਆ ਨਾ, ਸਦਾਚਾਰ ਨਹੀਂ ਨਾ ਰਿਹਾ। ਕਿਉਂ? ਕਿਉਂ 'ਚ ਸਵਾਰਥ ਆ ਗਿਆ, ਉਹ 'ਚ ਮਾਇਆ ਦਾ ਪ੍ਰਭਾਵ ਆ ਗਿਆ। ਮਾਇਆਧਾਰੀ ਅੰਨਾ ਨਹੀਂ, ਅੱਤ ਅੰਨਾ ਬੋਲਾ ਕਿਹਾ। ਹੁਣ ਅੰਨੇ ਨੂੰ ਕੀ ਦਿਖਣਾ? ਤੁਸੀਂ ਸਵਾਲ ਕੀਤਾ ਨਾ ਵੀ ਕਿਉਂ ਰੁਲਦੇ ਆ, ਹੁਣ ਅੰਨਿਆਂ ਦੇ ਸਾਹਮਣੇ ਅੰਨੇ ਨੂੰ ਪਤਾ ਹੀ ਨਹੀਂ ਹੈਗਾ। ਹੁਣ ਤੁਸੀਂ ਜੇ ਬੋਲੋਗੇ ਬੋਲਾ ਇਹੋ, ਅਤੇ ਇਸੇ ਕਰਕੇ ਫਿਰ ਜਦੋਂ ਅੱਤ ਅੰਨੇ ਬੋਲੇ ਹੋ ਗਏ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਇਸ ਭਾਰਤ ਦੀ ਦਸ਼ਾ ਦੇਖੀ, ਦਿਸ਼ਾ ਬਦਲਣ ਦੇ ਲਈ, ਕੱਲ੍ਹ ਵਿਸਾਖੀ ਦਾ ਜਿਵੇਂ ਹੁਣ ਦਿਹਾੜਾ ਨਿਕਲਿਆ, ਅਤੇ ਉਸ ਵੇਲੇ ਸੰਤਾਂ ਨੂੰ ਉਸ ਵੇਲੇ ਸਹੁੰ ਚੁਕਾਈ ਸੀ, ਖੰਡੇ ਦੀ ਪੌਲ ਉਸ ਵੇਲੇ ਛਕਾਈ ਸੀ ਤਾਂ ਕਿ ਬੁਰਾਈਆਂ ਨੂੰ, ਧੱਕੇਸ਼ਾਹੀਆਂ ਨੂੰ ਠੱਲ ਪਾਈ ਜਾ ਸਕੇ, ਹੈ ਨਾ। ਅਤੇ ਇਹ ਮੇਰਾ ਕਹਿਣ ਤੋਂ ਬਾਅਦ ਤੇ ਬਹੁਤ ਸਾਰੇ ਕੇਸ ਇੱਦਾਂ ਦੇ ਹੁੰਦੇ। ਇੱਕ ਤਾਂ ਪੱਖ ਇਹ ਆ ਗਿਆ ਵੀ ਅੱਤ ਅੰਨਾ ਬੋਲਾ, ਜਿਸ ਵੇਲੇ ਸਟੇਜ ਇੱਦਾਂ ਦੀ ਮਾਇਆ ਦਾ ਪ੍ਰਭਾਵ ਇੰਨਾ ਵੱਧ ਜਾਵੇ, ਠੀਕ ਹੈ, ਜਿਹਨੂੰ ਫਿਰ ਬਾਣੀ ਦੇ ਵਿੱਚ ਕਿਹਾ ਗਿਆ ਅੱਤ ਅੰਨਾ ਬੋਲਾ, ਉਹ ਸਟੇਜ 'ਤੇ ਗਏ ਹੋਏ ਬੰਦੇ ਨੂੰ ਸਮਝਾਉਣਾ ਇੰਨਾ ਸੌਖਾ ਨਹੀਂ ਹੁੰਦਾ। ਉਹ ਤਾਂ ਫਿਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲੋਂ ਅੱਤ ਅੰਨੇ ਬੋਲੇ ਨਹੀਂ ਸਮਝੇ, ਅਖੀਰ 'ਤੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਫਿਰ ਉਹਨਾਂ ਨੇ ਕਿਸ ਤਰੀਕੇ ਨਾਲ ਉਹਨਾਂ ਦੇ ਕਦਮ ਰੋਕਣ ਦੇ ਲਈ, ਇਨਸਾਨੀਅਤ ਨੂੰ ਜਿੰਦਾ ਰੱਖਣ ਲਈ, ਅਤੇ ਜਿਸ ਵੇਲੇ ਫਿਰ ਉਹਨਾਂ ਨੂੰ ਇਹ ਖਾਲਸਾ ਅਕਾਲ ਪੁਰਖ ਦੀ ਫੌਜ ਸਾਜ ਕੇ, ਹੈ ਨਾ, ਉਹਨਾਂ ਦੇ ਸਾਹਮਣੇ ਖੜੀ ਕਰਨੀ ਪਈ, ਅਖੀਰ 'ਤੇ ਫਿਰ ਉਹਨੂੰ ਰਿਲਾਈਜ਼ ਹੋਇਆ ਕਿ ਵਾਕਈ, ਠੀਕ ਹੈ ਵੀ ਅੱਜ ਸਮਾਂ ਜਿੱਦਾਂ ਬਦਲ ਗਿਆ, ਟੈਕਨੋਲੋਜੀ ਇੰਨੀ ਆ ਗਈ, ਲੋਕ ਗਵਾਚ ਗਏ ਟੈਕਨੋਲੋਜੀ ਦੇ ਵਿੱਚ, ਸਾਰੀ ਦਿਹਾੜੀ ਉਹਦੇ ਉੱਤੇ ਰਹਿੰਦੇ ਆ, ਖੋਖਲਾਪਣ ਆ ਗਿਆ ਸਮਾਜ ਦੇ ਵਿੱਚ। ਤਾਂ ਮਾਂ ਦਿਵਸ ਮਨਾਏ ਜਾਂਦੇ ਆ, ਹੋਰ ਪਿਓ ਦਿਵਸ ਮਨਾਏ ਜਾਂਦੇ ਆ। ਉਹਨਾਂ ਦਿਨਾਂ ਦੇ ਉੱਤੇ ਫੇਸਬੁੱਕ 'ਤੇ ਅਸੀਂ ਦੇਖਦੇ ਹਾਂ ਕਿ ਪੋਸਟਾਂ ਪਾਈਆਂ ਜਾਂਦੀਆਂ ਲਗਾਤਾਰ, ਹਰ ਕੋਈ ਪਾਉਂਦਾ, ਹਰ ਕਿਸੇ ਦੀ ਜਿਹੜੀ ਵਾਲ ਹੁੰਦੀ ਫੇਸਬੁੱਕ ਵਾਲ, ਉਹ ਇਹਨਾਂ ਪੋਸਟਾਂ ਨਾਲ ਭਰੀ ਦਿਖਦੀ ਆ। ਪਰ ਅਸਲੀਅਤ ਦੇ ਵਿੱਚ ਫਿਰ ਕਿੰਨਾਂ ਦੇ ਉਹ ਬਜ਼ੁਰਗ ਆ ਜਿਹੜੇ ਇੱਥੇ, ਜਿਨ੍ਹਾਂ ਨੂੰ ਇੱਥੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਉਹ ਕੌਣ ਲੋਕ ਆ ਫਿਰ? ਜੇ ਸਾਰਿਆਂ ਦੀ ਵਾਲ ਤਾਂ ਫੇਸਬੁੱਕ ਦੀ ਭਰੀ ਪਈ ਹੈ ਨਾ ਪੋਸਟਾਂ ਨਾਲ, ਸਾਰੇ ਤਾਂ ਉੱਥੇ ਤਾਂ ਦਿਖਾਵਾ ਪਿਆਰ ਕਰਨ ਦਾ ਕਰਦੇ ਆ, ਫਿਰ ਇਹ ਲੋਕ ਕੌਣ ਆ ਜਿਹੜੇ ਬੇਸਹਾਰਾ ਨੇ? ਇਹ ਜਿਹੜਾ ਮਤਲਬ ਮਾਂ ਨੂੰ ਮਾਂ ਕਹਿ ਦੇਣਾ ਅਤੇ ਪਿਓ ਨੂੰ ਪਿਓ ਕਹਿ ਦੇਣਾ ਸੌਖਾ ਹੈ, ਪਰ ਪਿਓ ਨੇ ਜਿਵੇਂ ਫਰਜ਼ ਨਿਭਾਇਆ ਨਾ, ਬਿਨਾਂ ਸ਼ਰਤ ਪਾਲਿਆ ਸੀ, ਬਿਨਾਂ ਸ਼ਰਤ ਪੜ੍ਹਾਇਆ ਸੀ,
ਤੇ ਆਪਣੇ ਪੈਰਾਂ ਤੇ ਖੜਾ ਕੀਤਾ। ਉਹ ਪਿਓ ਨੂੰ ਹੁਣ ਇਸ ਵੇਲੇ ਪਿਓ ਕਿਹਾ ਜਾਂਦਾ ਹੈ, ਪਰ ਪਿਓ ਦੇ ਪ੍ਰਤੀ ਜੋ ਫਰਜ਼ ਬਣਦੇ ਹੈ ਉਹਨਾਂ ਨੂੰ ਨਿਭਾਉਣਾ ਭੁੱਲ ਗਏ ਹੈ। ਮੈਜੋਰਿਟੀ ਲੋਕ ਵੱਡੇ ਜਿਹੜੇ ਫਰਜ਼ ਨਿਭਾ ਰਹੇ ਆ ਉਹਨਾਂ ਨੂੰ ਸਲੂਟ ਕਰਦੇ ਹਾਂ ਅਸੀਂ, ਜਿਹੜੇ ਫਰਜ਼ ਨਿਭਾਏ। ਹੁਣ ਜਿਨ੍ਹਾਂ ਨੇ ਇੰਨਾ ਕੁਛ ਜੀਵਨ ਦੇ ਵਿੱਚ ਸਾਡੇ ਲਈ ਸੰਘਰਸ਼ ਕੀਤਾ ਹੋਵੇ, ਹੁਣ ਅਸੀਂ ਜਿਸ ਵੇਲੇ ਦਿਨ ਮਨਾਉਣੇ ਆ ਨਾ, ਅਸੀਂ ਆਪਣੇ ਮਨ ਨੂੰ ਮਨਾਉਣਾ ਹੈ ਕਿ ਅਸੀਂ ਆਪਣੇ ਫਰਜ਼ਾਂ ਤੋਂ ਨਹੀਂ ਭੱਜਣਾ। ਦਿਨ ਮਨਾਉਣਾ ਕੀ ਹੈ? ਆਪਣੇ ਮਨ ਨੂੰ ਮਨਾਉਣਾ ਆਪਣੇ ਫਰਜ਼ਾਂ ਪ੍ਰਤੀ। ਹੋਰ ਦਿਨ ਮਨਾਉਣਾ ਦਾ ਮਤਲਬ ਇਹ ਥੋੜ੍ਹਾ ਵੀ ਤੁਸੀਂ ਉਸ ਦਿਨ ਫੇਸਬੁੱਕ ਦੇ ਉੱਤੇ ਜਾਂ ਕਿਸੇ ਚੀਜ਼ ਦੇ ਉੱਤੇ ਪਾਈ ਜਾਓ ਅਤੇ ਜਾਂ ਕੁਛ ਤੁਸੀਂ ਹੋਟਲਾਂ 'ਚ ਜਾ ਕੇ ਉੱਥੇ ਪਾਰਟੀਆਂ ਕਰ ਲਓ ਜਾਂ ਕੁਛ ਰੌਲਾ ਪਾਈ ਜਾਓ। ਇਹਨੂੰ ਮਨਾਉਣਾ ਨਹੀਂ ਕਹਿੰਦੇ। ਆਪਣੇ ਮਨ ਨੂੰ ਮਨਾਉਣਾ ਹੈ ਆਪਣੇ ਫਰਜ਼ਾਂ ਦੇ ਪ੍ਰਤੀ ਕਿ ਮੇਰਾ ਫਰਜ਼ ਹੈ, ਮੇਰੀ ਡਿਊਟੀ ਹੈ। ਅਤੇ ਜਿਸ ਦਿਨ ਅਸੀਂ ਇਸ ਤਰੀਕੇ ਨਾਲ ਆਪਣੇ ਲਾਈਕ ਜਿਹੜੇ ਵੀ ਸਾਡੇ ਧਾਰਮਿਕ ਦਿਵਸ ਹੈਗੇ ਹਨ, ਜਿਸ ਦਿਨ ਅਸੀਂ ਗੁਰੂ ਸਾਹਿਬ ਦੇ ਗੁਰਪੁਰਬ ਜਿਹੜੇ ਹੈਗੇ ਹੈ, ਜੇ ਅਸੀਂ ਗੁਰੂ ਦੇ ਸਿਧਾਂਤਾਂ ਨਾਲ ਮਨ ਨੂੰ ਮਨਾਉਣ ਦੇ ਲਈ ਯਤਨਸ਼ੀਲ ਹੋਣ ਦਾ ਪਰਨ ਕਰਕੇ ਉਹ ਗੱਲ ਮਤਲਬ ਉਸ ਦਿਨ ਮਨਾਉਣੇ ਸ਼ੁਰੂ ਕਰ ਦਿੱਤੇ, ਅਤੇ ਫਿਰ ਉਹ ਦਿਨ ਮਨਾਉਣੇ ਜਿਹੜੇ ਆ ਸਾਡੇ ਜੀਵਨ ਨੂੰ ਸੁਖੀ ਅਤੇ ਸਮਾਜ ਨੂੰ ਖੁਸ਼ਹਾਲ ਬਣਾ ਦੇਣਗੇ। ਅਤੇ ਨਹੀਂ ਕੀ ਹੋਏਗਾ? ਫੋਕਟ ਕਰਮ ਹੋਏਗਾ। ਕੀ ਹੋਏਗਾ? ਵੇਸਟੇਜ ਆਫ ਮਨੀ, ਵੇਸਟੇਜ ਆਫ ਟਾਈਮ। ਠੀਕ ਹੈ, ਇਹਦਾ ਰਿਜ਼ਲਟ ਕੀ ਨਿਕਲੇਗਾ ਫਿਰ? ਈਗੋ। ਹਮ ਬਡ ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਹਮ ਹੈ ਨਾ, ਇਹ ਬੁੱਧ ਕਬੀਰ ਨਾਸੀ। ਅਤੇ ਇਹ ਬੁੱਧੀ ਜਿਹੜੀ ਹੈਗੀ ਨਾ ਸਾਡੀ ਕਿ ਮੈਂ ਮਤਲਬ ਲੰਗਰ ਲਾ ਕੇ ਰੱਜੇ ਹੋਣ ਰਜਾਈ ਜਾਂਦੇ ਆ। ਉੱਧਰ ਲੋੜਵੰਦ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ? ਕਹਿੰਦੇ ਇਹ ਸੰਸਾਰ ਦੇ ਲੋਕ ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਹੋ, ਮੈਂ ਤੁਹਾਡੀ ਭਾਸ਼ਾ 'ਚ ਗੱਲ ਕਰ ਰਿਹਾ, ਨੀਚਾਂ ਅੰਦਰ ਨੀਚ ਜਾਤ ਨੀਚ ਅਤ ਨੀਚ। ਕਹਿੰਦੇ ਤੁਸੀਂ ਨੀਚ ਕਹਿੰਦੇ ਆ, ਕਹਿੰਦੇ ਜਿਨ੍ਹਾਂ ਨੂੰ ਤੁਸੀਂ ਅਤ ਨੀਚ ਦੇ ਲੋਕ ਹੈ। ਕਹਿੰਦੇ ਨਾਨਕ ਤਿਨਕਾ ਸੰਗ ਸਾਥ, ਮੇਰਾ ਐਡਰੈਸ ਲਿਖ ਲਿਓ ਹੁਣ। ਕਹਿੰਦੇ ਕਿੱਥੇ ਮਿਲੂੰਗਾ ਮੈਂ? ਨਾਨਕ ਤਿਨਕਾ ਸੰਗ ਸਾਥ। ਹਾਂ, ਕਿਨਕਾ ਸੰਗ ਸਾਥ, ਜਿਨ੍ਹਾਂ ਨੂੰ ਅੱਤ ਦੇ ਨੀਚ ਲੋਕ। ਤੁਸੀਂ ਕਹਿੰਦੇ ਆ, ਮੈਂ ਨਹੀਂ ਕਹਿੰਦਾ, ਕਹਿੰਦੇ ਤੁਸੀਂ ਕਹਿ ਰਹੇ ਹੋ। ਨਾਨਕ ਤਿਨਕਾ ਸੰਗ ਸਾਥ ਮੇਰਾ ਐਡਰੈਸ ਹੈ, ਮੈਂ ਉੱਥੇ ਮਿਲੂੰਗਾ। ਨਾਨਕ ਤਿਨਕਾ ਸੰਗ ਸਾਥ ਵੱਡਿਆਂ ਸਿੰਘ ਕਹਿ ਰਹੀ, ਜਿੱਥੇ ਨੀ ਸੰਭਾਲੀਨ ਤਿੱਥੇ ਨਦਰ ਤੇਰੀ ਬਖਸ਼ੀਸ਼। ਅਤੇ ਗੁਰੂ ਨਾਨਕ ਜੀ ਆਪਣਾ ਐਡਰੈਸ ਕਿੱਥੇ ਦੱਸ ਰਹੇ? ਜਿਹਨਾਂ ਵੱਲੋਂ ਅਸੀਂ ਮੂੰਹ ਵੀ ਨਹੀਂ ਕਰ ਰਹੇ, ਉਹਨਾਂ ਵੱਲੋਂ ਤਾਂ ਅਸੀਂ ਮੂੰਹ ਕੀ ਕਰਨਾ। ਸਾਨੂੰ ਅੱਜ ਆਪਣੇ ਮਾਂ ਬਾਪ ਵੀ ਬੋਝ ਲੱਗਣ ਲੱਗ ਗਏ। ਸਾਡਾ ਵਾਤਾਵਰਨ, ਸੰਗਤ ਜਿਹੜੀ ਹੈ ਨਾ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਅਤੇ ਸੰਗਤ ਦਾ ਰਿਜ਼ਲਟ ਕੌਨਸੀਕੁਐਂਸ ਹੁੰਦੇ ਆ ਸੰਗਤ ਦੇ। ਸਾਨੂੰ ਸੰਗਤ ਅੱਜ ਸਕੂਲਾਂ 'ਚੋਂ ਐਜੂਕੇਸ਼ਨ ਦੇ ਵਿੱਚ ਨਾ ਸਾਨੂੰ ਉਹ ਸੰਗਤ ਨਹੀਂ ਮਿਲਦੀ ਜਿਹਦੇ 'ਚ ਸਾਡੇ ਅੰਦਰ ਉਹ ਇਨਸਾਨੀਅਤ ਕਦਰਾਂ ਕੀਮਤਾਂ ਹੋਣ। ਮਸ਼ੀਨਾਂ ਜਿਹੀਆਂ ਬਣਾ ਕੇ ਸਾਨੂੰ ਪੈਸੇ ਬਣਾਉਣ ਵਾਲੀਆਂ ਉਹ ਨਿਕਲ ਰਹੀਆਂ ਅੱਜ, ਹੈ ਨਾ। ਸਾਨੂੰ ਮਤਲਬ ਉਹ ਸਮਾਜ ਦੇ ਵਿੱਚੋਂ, ਸਾਨੂੰ ਪਰਿਵਾਰ ਦੇ ਵਿੱਚੋਂ, ਮਾਂ ਬਾਪ ਦੀ ਵੀ ਜਿਹੜੀ ਅੱਜ ਕੱਲ੍ਹ ਦੀ ਜ਼ਿਆਦਾ ਇੱਛਾ ਹੈਗੀ ਹੈ ਕਿ ਬੱਚਾ ਕਿਸ ਤਰ੍ਹਾਂ ਵੱਧ ਤੋਂ ਵੱਧ ਵੱਡਾ ਅਫਸਰ ਬਣ ਸਕੇ, ਵਧੀਆ ਇਨਸਾਨ ਬਣ ਸਕੇ ਵਾਲੀ ਚੀਜ਼ ਜਿਹੜੀ ਹੈ ਨਾ, ਵਧੀਆ ਕਰੈਕਟਰ ਦਾ ਮਾਲਕ ਜਿਹਦੇ ਵਿੱਚ ਸੱਚ ਹੋਵੇ, ਸਮਦ੍ਰਿਸ਼ਟੀ ਹੋਵੇ, ਦਇਆ ਹੋਵੇ, ਇਮਾਨਦਾਰੀ ਹੋਵੇ, ਪ੍ਰੇਮ ਹੋਵੇ, ਨਿਡਰਤਾ ਹੋਵੇ, ਨਿਰਵੈਰਤਾ ਹੋਵੇ, ਇਨਸਾਨੀਅਤ ਨੂੰ ਜ਼ਿੰਦਾ ਰੱਖਣ ਦੇ ਲਈ ਸੰਘਰਸ਼ ਕਰਨ ਦਾ ਜਜ਼ਬਾ ਹੋਵੇ, ਗਿਰ ਕੇ ਉੱਠਣ ਦਾ ਜਜ਼ਬਾ ਹੋਵੇ। ਉਹ ਸੰਘਰਸ਼ ਕਰਕੇ ਹੈ ਨਾ, ਲਾਈਕ ਇਹਨਾਂ ਸਮੱਸਿਆ ਮਤਲਬ ਇਹਨਾਂ ਸਟਰੋਂਗ ਬਣਾ ਦੇਣਾ ਕਿ ਹਰ ਚੁਣੌਤੀ ਜਿਹੜੀ ਹੈਗੀ ਉਹਨੂੰ ਫੇਸ ਕਰਨ ਦੇ ਲਈ ਉਹਦੇ ਕੋਲ ਇਹਨਾਂ ਸਟਰੋਂਗ ਬਣਾਉਣਾ ਬੱਚੇ ਨੂੰ। ਵੀ ਨਹੀਂ ਬੱਚੇ ਮਤਲਬ ਬੀਇੰਗ ਇਨਸਾਨ, ਕੋਈ ਇਨਸਾਨੀਅਤ ਨੂੰ ਕਿਸੇ ਕੀਮਤ 'ਤੇ ਵੀ ਮਤਲਬ ਤੂੰ ਛਿੱਕੇ ਨਹੀਂ ਟੰਗ ਕੇ ਕੋਈ ਫੈਸਲਾ ਲੈਣਾ। ਅਤੇ ਪੈਸੇ ਨਾਲੋਂ ਪ੍ਰਿੰਸੀਪਲ ਤੇਰੇ ਸਿਧਾਂਤ ਜਿਹੜੇ ਤੇਰੇ ਪ੍ਰਿੰਸੀਪਲ ਲਾਈਫ ਦੇ ਆ, ਜੋ ਗੁਰੂ ਨੇ ਦ੍ਰਿੜ ਕਰਵਾਏ ਹੈ, ਸੱਚ ਦੇ, ਸਮਦ੍ਰਿਸ਼ਟੀ ਦੇ, ਪ੍ਰੇਮ ਦੇ, ਨਿਡਰਤਾ ਅਤੇ ਨਿਰਵੈਰਤਾ ਦੇ, ਇਹ ਜਿਹੜੇ ਪ੍ਰਿੰਸੀਪਲ ਹੈਗੇ ਆ, ਪੈਸੇ ਦੇ ਮਤਲਬ ਜਿਹੜਾ ਪੈਸਾ ਹੈ ਨਾ, ਇਹ ਪੈਸੇ ਤੋਂ ਪ੍ਰਿੰਸੀਪਲ ਕੁਰਬਾਨ ਨਹੀਂ ਹੋਣੇ ਚਾਹੀਦੇ। ਇਹਨਾਂ ਪ੍ਰਿੰਸੀਪਲਾਂ ਤੋਂ ਸਭ ਕੁਛ ਕੁਰਬਾਨ ਹੋ ਜਾਣਾ ਚਾਹੀਦਾ ਤੇਰਾ। ਬਸ ਇਹ ਸਾਡੀ ਗੱਲ ਨਾ ਭੁੱਲਣੀ। ਜੇ ਕਿਤੇ ਇਹ ਗੱਲ ਉਹ ਬੱਚਿਆਂ ਨੂੰ ਮਿਲ ਜਾਵੇ ਅਤੇ ਉਹ ਬੱਚੇ ਵੱਡੇ ਹੋ ਕੇ ਮਾਂ ਬਾਪ ਨੂੰ ਕਿ ਸਮਾਜ ਦੇ ਵਿੱਚ ਕਿਸੇ ਨੂੰ ਵੀ ਆਪਣੇ ਸਾਹਮਣੇ ਰੁਲਦਾ ਬਰਦਾਸ਼ਤ ਨਹੀਂ ਕਰ ਸਕਦੇ, ਉਹ ਫਿਰ ਕੀ ਕਰਨਗੇ ਆਪਣੇ ਪੱਧਰ 'ਤੇ ਵੀ, ਅਤੇ ਫਿਰ ਉਹ ਸਮਾਜ ਦੇ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣਗੇ। ਸਰਕਾਰਾਂ ਨੂੰ ਵੀ ਜੋ ਉਸ ਸਵਾਲ ਉਠਾਉਣਗੇ ਵੀ ਉਹ ਫਿਰ ਮਤਲਬ ਜਿਹੜੀ ਹੈ ਅੱਜ ਬਣ ਚੁੱਕੀ ਸਮਾਜ ਦੀ ਹਾਲਤ ਦਾ ਇਜ਼ਹਾਰ ਕਰਨਗੇ। ਉਹ ਸਮਾਜ ਵਿੱਚ ਫਿਰ ਸਮਾਜ ਨੂੰ ਸਵਾਲ ਕਰਨਗੇ, ਬਣ ਚੁੱਕੀ ਸਮਾਜ ਦੀ ਹਾਲਤ ਦਾ ਇਜ਼ਹਾਰ ਕਰਨਗੇ, ਅਤੇ ਕਿਸੇ ਨੂੰ ਵੀ ਰੁਲਦਾ ਦੇਖ ਕੇ ਉਹ ਬਰਦਾਸ਼ਤ ਨਹੀਂ ਕਰਨਗੇ। ਕਦੋਂ? ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦੀ ਸਿੱਖਿਆ, ਇਸ ਤਰ੍ਹਾਂ ਦੀ ਸੰਗਤ ਵਾਤਾਵਰਨ ਮਿਲੇਗਾ। ਇਸੀ ਦੀ ਘਾਟ ਹੋਣ ਕਰਕੇ ਰਿਜ਼ਲਟ ਐਸਾ ਹੋ ਰਿਹਾ ਹੈ। ਪਰ ਵੱਡੀ ਗਿਣਤੀ ਦੇ ਵਿੱਚ ਸਾਡੇ ਕੋਲ ਜਿਵੇਂ ਅੱਜ ਤੱਕ ਮਤਲਬ ਜਿਵੇਂ ਕਹਿ ਲਓ ਵੀ ਜਿਨ੍ਹਾਂ ਦੇ ਕਹਿ ਲਓ ਹਾਲਾਤ ਐਸੇ ਬਣ ਗਏ ਸੀ, ਮਤਲਬ ਉਹਨਾਂ ਨੂੰ ਮਾਨਸਿਕ ਰੋਗਾਂ ਤੋਂ ਪੀੜਤ ਹੋ ਗਏ ਕਿ ਕਈਆਂ ਨੂੰ ਮਤਲਬ ਜਿਵੇਂ ਡਿਪਰੈਸ਼ਨ ਚਲੇ ਗਏ, ਡਿਮੈਂਸ਼ੀਆ ਘਰ ਦੇ ਰਸਤੇ ਭੁੱਲ ਗਏ, ਜਾਂ ਕੋਈ ਮਾਨਸਿਕ ਪੱਖੋਂ ਇੰਨਾ ਕਮਜ਼ੋਰ ਸਾਡੇ ਦੇਸ਼ ਦੇ ਵਿੱਚ ਹੈ ਨਾ, ਸਾਡੇ ਸਮਾਜ ਦੇ ਵਿੱਚ ਸਾਡੇ ਸਮਾਜਿਕ ਪਰਿਵਾਰ ਦਾ ਮੈਂਬਰ ਜਿਹਨੂੰ ਅਸੀਂ ਮਾਨਸਿਕ ਕਹਿ ਲਓ ਵੀ ਵਿਕਲਾਂਗ ਕਹਿ ਦਿੱਤਾ, ਇੰਟਲੈਕਚੁਅਲ ਡਿਸੇਬਲਡ ਕਹਿ ਦਿੱਤਾ, ਜਾਂ ਕੋਈ ਇਨਜਸਟਿਸ ਕਰਕੇ ਜਾਂ ਕੋਈ ਟੌਰਚਰ ਕਰਕੇ
ਜਾਂ ਕੋਈ ਜਿਹਨੇ ਸ਼ਾਦੀ ਨਹੀਂ ਕਰਾਈ ਜਾਂ ਕਿਸੇ ਦੇ ਔਲਾਦ ਨਹੀਂ ਹੋਈ ਜਾਂ ਆਪਣਿਆਂ ਨੇ ਹੀ ਉਹਨੂੰ ਬੋਝ ਸਮਝ ਕੇ ਕਿਸੇ ਵੀਰਾਨ ਥਾਵਾਂ 'ਤੇ ਛੱਡ ਦਿੱਤਾ ਹੈ ਨਾ। ਬਹੁਤ ਸਾਰੇ ਕੇਸ ਐਸੇ ਵੀ ਹੈਗੇ ਆ। ਅਤੇ ਉਹ ਨਾਗਰਿਕਾਂ ਨੂੰ ਸੰਭਾਲ ਦਾ, ਇਲਾਜ ਦਾ ਅਤੇ ਰੀਹੈਬਲੀਟੇਸ਼ਨ ਦਾ, ਪੁਨਰਵਾਸ ਦਾ ਮੌਕਾ ਨਹੀਂ ਮਿਲਿਆ। ਅਤੇ ਉਹਨਾਂ ਲਈ ਫਿਰ ਇਹ ਜਦੋਂ ਸਰਕਾਰੀ ਜਾਂ ਹੋਰ ਬਹੁਤ ਗੈਰ ਸਰਕਾਰੀ, ਜਦੋਂ ਸਾਨੂੰ ਲੋੜੀਂਦਾ ਢੁਕਵਾਂ ਕੋਈ ਜਵਾਬ ਨਹੀਂ ਮਿਲਿਆ, ਫਿਰ 2 ਕਮਰੇ ਕਿਰਾਏ 'ਤੇ ਲੈ ਕੇ ਮਾਲਕ ਦਾ ਓਟ ਆਸਰਾ ਤੱਕ ਇਹ ਪ੍ਰਭ ਆਸਰਾ ਸੰਸਥਾ ਸ਼ੁਰੂ ਹੋਈ ਹੈ, ਜਿੱਥੇ ਅੱਜ ਤੱਕ ਲਗਭਗ 1900 ਪਲੱਸ ਲੋਕ ਇੱਦਾਂ ਦੇ ਦਾਖਲ ਹੋਏ ਅਤੇ 1300 ਤੋਂ ਉੱਪਰ ਨਾਗਰਿਕ ਹੈਗੇ ਜਿਹੜੇ ਕਿ ਇੰਪਰੂਵ ਹੋਏ ਇਲਾਜ ਸੰਭਾਲ ਨਾਲ, ਫਿਰ ਦੁਬਾਰੇ ਫਿਰ ਆਪਣੇ ਪਰਿਵਾਰ ਨਾਲ ਜਾ ਮਿਲੇ। ਬੜੇ ਚਿਰਾਂ ਤੋਂ ਵਿਛੜੇ ਹੋਏ ਜਿਨ੍ਹਾਂ ਦੇ ਪਰਿਵਾਰ ਬੜੀ ਬੇਸਬਰੀ ਨਾਲ ਲੱਭ ਰਹੇ ਸੀ। ਮੈਂ ਕਦੀ ਜੇ ਤੁਸੀਂ ਕਹੋ ਤਾਂ ਮੈਂ ਕਦੀ ਘਟਨਾ ਸ਼ੇਅਰ ਵੀ ਕਰ ਦਿੰਦਾ ਹੈ ਨਾ। ਬਹੁਤ ਸਾਰੀਆਂ ਘਟਨਾਵਾਂ ਹੈਗੀਆਂ। ਅਤੇ ਇੱਕ ਤਾਂ ਜਿਸ ਤਰ੍ਹਾਂ ਮਤਲਬ ਬੱਚਾ ਜਿਹੜਾ ਜਦੋਂ ਅਸੀਂ ਉਹ ਦਾਊਂ ਸੁਣਿਆ ਹੋਣਾ ਤੁਸੀਂ ਗੁਰਦੁਆਰਾ ਸਾਹਿਬ, ਹੈ ਨਾ। ਅਤੇ ਉਸ ਏਰੀਏ ਦੇ ਵਿੱਚੋਂ ਸਾਡੇ ਕੋਲ ਇੱਕ ਔਰਤ ਸਮਾਜਦਾਰ ਦੀ ਸੱਜਣਾ ਦੇ ਥਰੂ ਸਾਡੇ ਕੋਲ ਦਾਖਲ ਹੋ ਗਈ ਅਤੇ ਉਹਨਾਂ ਦਾ 3 ਸਾਲ, ਗੱਲ ਲੰਬੀ ਚੌੜੀ, ਚਲੋ 3 ਸਾਲ ਟਰੀਟਮੈਂਟ ਤੋਂ ਬਾਅਦ ਉਹਨੂੰ ਯਾਦਾਸ਼ਤ ਵਾਪਸ ਆ ਗਈ। ਅਤੇ ਜਦੋਂ ਉਹਨਾਂ ਨੇ ਆਪਣਾ ਐਡਰੈਸ ਦੱਸਿਆ, ਕੰਸਰਨਡ ਪੁਲਿਸ ਜਿਹੜੀ ਸਾਡੀ ਕੁਛ ਇਹਨਾਂ 'ਚ ਹੈਲਪ ਕਰ ਦਿੰਦੀ ਹੈ, ਜਦੋਂ ਅਸੀਂ ਕਹਿੰਦੇ ਵੀ ਇਹ ਤੁਹਾਡੇ ਇਲਾਕੇ ਤੋਂ, ਤੁਹਾਡੇ ਜ਼ਿਲ੍ਹੇ 'ਚੋਂ ਇਹ ਦੱਸ ਰਹੇ ਅਤੇ ਵਿਛੜੇ ਹੋਏ ਆ ਪਰਿਵਾਰ ਤੋਂ, ਵੀ ਸਾਨੂੰ ਪਤਾ ਕਰਕੇ ਦੱਸਿਓ ਵੀ ਇਹਨਾਂ ਦਾ ਪਰਿਵਾਰ ਉੱਥੇ ਹੈਗਾ। ਅਤੇ ਉਹਨਾਂ ਦੇ ਪਰਿਵਾਰ ਤੱਕ ਕੰਟੈਕਟ ਹੋਇਆ ਅਤੇ ਉਸੇ ਵੇਲੇ ਉਹਨਾਂ ਦਾ ਬੇਟਾ ਅਤੇ ਰਿਸ਼ਤੇਦਾਰ ਮਾਮਾ ਸਾਡੇ ਕੋਲ ਪਹੁੰਚੇ। ਅਤੇ ਕਿੱਦਾਂ ਉਹ ਗਲੇ ਲਾ ਕੇ ਅਥਰੂ ਵਹਾ ਕੇ ਰੋ ਕੇ, ਹੈ ਨਾ, ਮਿਲੇ ਆ। ਉਹ ਤਾਂ ਅੱਖਰਾਂ 'ਚ ਤਾਂ ਨਹੀਂ ਆ ਸਕਦਾ। ਅਤੇ ਮਤਲਬ ਮੈਂ ਕਿਹਾ ਕਿੱਦਾਂ ਹੋਇਆ? ਉਹ ਕਹਿੰਦੇ, ਬੇਟਾ ਕਹਿਣ ਲੱਗਿਆ, ਕਹਿੰਦਾ ਜੀ ਮੈਂ 1 ਸਾਲ ਦਾ ਸੀ ਜਿਸ ਵੇਲੇ ਮੇਰੀ ਮਾਂ ਡਿਪਰੈਸ਼ਨ ਕਰਕੇ ਹੌਸਪੀਟਲ ਦਾਖਲ ਸੀ ਅਤੇ ਉੱਥੋਂ ਕਿਸੇ ਕਾਰਨ ਵਿਛੜ ਗਈ। ਅੱਜ ਮੈਂ 26 ਸਾਲ ਦਾ ਹਾਂ, ਉਸ ਵੇਲੇ ਮੈਂ 1 ਸਾਲ ਦਾ ਸੀ। ਕਹਿੰਦਾ ਜਿੱਦਣ ਮੇਰੀ ਸ਼ਾਦੀ ਹੋਈ ਹੈ ਮੈਂ ਉੱਠ ਕੇ ਬਹੁਤ ਰੋਇਆ ਕਿ ਮੇਰੀ ਮਾਂ ਇਸ ਦੁਨੀਆ 'ਤੇ ਹੈਗੀ ਹੈ, ਜੇ ਹੈਗੀ ਹੈ ਮੈਨੂੰ ਕਿਵੇਂ ਮਿਲ ਸਕਦੀ ਹੈ। ਮਤਲਬ 25 ਸਾਲ ਬਾਅਦ ਮਾਂ ਨੂੰ ਬੇਟਾ ਮਿਲਿਆ ਅਤੇ ਬੇਟੇ ਨੂੰ ਮਾਂ ਮਿਲੀ। ਸਾਡੇ ਕੋਲ 3 ਸਾਲ ਦੇ ਟਰੀਟਮੈਂਟ ਨਾਲ, ਹੈ ਨਾ, ਪਰਮਾਤਮਾ ਦੀ ਕਿਰਪਾ ਨਾਲ ਉਹ ਰੀਯੂਨਾਈਟ ਹੋਈ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਹੈਗੇ ਆ। ਮਤਲਬ ਲੜਕੀ ਸਾਡੇ ਕੋਲ ਪਾਗਲ ਕਹਿ ਕੇ ਜਦੋਂ ਸਾਡੇ ਕੋਲ ਦਾਖਲ ਕਰਾ ਕੇ ਗਏ ਨਾ, ਮੈਂ ਤੁਹਾਡੇ ਥਰੂ ਇਹ ਵੀ ਮੈਸੇਜ ਦੇਣਾ ਚਾਹੁੰਦਾ ਵੀ ਪਾਗਲ ਨਾ ਕਿਹਾ ਕਰੋ। ਪਾਗਲ ਅਸੀਂ ਹੈ, ਕਿਉਂਕਿ ਸਾਡੇ ਸਾਹਮਣੇ ਸਾਡੇ ਸਾਥੀ ਜੋ ਡਿਪਰੈਸ਼ਨ ਚਲੇ ਗਏ, ਜਿਵੇਂ ਬਚਪਨ ਦੇ ਵਿੱਚ ਨਾ ਮਨੁੱਖ ਨੂੰ ਸਹਾਰੇ ਦੀ ਲੋੜ ਹੈ, ਬੁਢਾਪੇ ਵਿੱਚ ਸਹਾਰੇ ਦੀ ਲੋੜ ਹੁੰਦੀ ਹੈ ਨਾ, ਇਸ ਤਰ੍ਹਾਂ ਹੀ ਡਿਪਰੈਸ਼ਨ 'ਚ ਗਏ ਹੋਏ ਨਾਗਰਿਕਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ। ਵੀ ਸਾਡੇ ਸਾਹਮਣੇ ਜੇਕਰ ਰੁਲ ਰਹੇ ਤਾਂ ਪਾਗਲ ਅਸੀਂ ਹੈ, ਲਾਚਾਰ ਅਸੀਂ ਹੈ। ਜੇ ਸਾਡੇ ਸਾਹਮਣੇ ਸਾਡਾ ਕੋਈ ਸਾਡੇ ਸਮਾਜ ਦੇ ਵਿੱਚ ਕੋਈ ਬਜ਼ੁਰਗ ਰੁਲ ਰਿਹਾ ਹੈ ਤਾਂ ਲਾਚਾਰ ਉਹ ਨਹੀਂ, ਲਾਚਾਰ ਅਸੀਂ ਹੈ, ਕਿਉਂਕਿ ਸਾਡੇ ਕੋਲ ਤਾਂ ਏਬਲ ਬੋਡੀ ਹੈ, ਉਹਦੇ ਕੋਲ ਹੁਣ ਏਬਲ ਬੋਡੀ ਨਹੀਂ ਰਹੀ। ਬੱਚਾ ਰੁਲ ਰਿਹਾ ਹੋਵੇ, ਕੋਈ ਬਜ਼ੁਰਗ ਰੁਲ ਰਿਹਾ ਹੋਵੇ, ਕੋਈ ਡਿਪਰੈਸ਼ਨ 'ਚ ਗਿਆ ਨਾਗਰਿਕ ਰੁਲ ਰਿਹਾ ਹੋਵੇ, ਅਤੇ ਲਾਚਾਰ ਉਹ ਨਹੀਂ ਹੈਗੇ, ਲਾਚਾਰ ਅਸੀਂ ਹੈ। ਮੈਂ ਇਹੀ ਬੇਨਤੀ ਕਰਦਾ ਵੀ ਸਾਨੂੰ ਇਸ ਗੱਲ ਪਰ ਸ਼ਬਦਾਵਲੀ ਬਦਲਣੀ ਚਾਹੀਦੀ ਹੈ। ਜਦੋਂ ਸਾਡੇ ਕੋਲ ਰਾਤ ਨੂੰ ਸਾਡੇ ਕੋਲ ਦਾਖਲ ਹੋਏ ਕਿ ਇਹ ਪਾਗਲ ਲੜਕੀ ਜਿਹੜੀ ਕਿ ਸਾਡੇ ਉੱਥੇ ਘੁੰਮੀ ਜਾ ਰਹੀ ਹੈ ਅਤੇ ਲਾਈਕ ਇਹਨੂੰ ਅਸੀਂ ਤੁਹਾਡੇ ਕੋਲ ਦਾਖਲ ਕਰਾਉਣਾ ਚਾਹੁੰਦੇ ਹਾਂ। ਅਤੇ ਫਿਰ ਉਹ ਚਲੋ ਸਾਡੇ ਕੋਲ ਦਾਖਲ ਹੋ ਗਈ ਜੀ। ਮੈਂ ਪਹਿਲੀ ਗੱਲ ਉਹਨੂੰ ਕਹੀ ਸੀ ਵੀ ਪਾਗਲ ਨਾ, ਉਹ ਕਹਿੰਦੇ ਨਹੀਂ ਰੋਟੀ ਠੀਕ ਖਾਧੀ ਨੇ। ਮੈਂ ਕਿਹਾ ਰੋਟੀ ਠੀਕ ਖਾ ਲਈ ਕੋਈ ਪੈਰਾਮੀਟਰ ਹੈ ਵੀ ਪਾਗਲ ਨਹੀਂ ਹੈਗੀ, ਹੈ ਨਾ, ਵੀ ਮਤਲਬ ਇਹ ਸਮਾਜ ਦੀ ਸੋਚ ਉੱਦਾਂ ਦੀ ਹਾਂ ਵੀ ਇਹ ਪਾਗਲ ਹੈਗੀ ਹੈ, ਵੀ ਮਤਲਬ ਇਹ ਠੀਕ ਨਹੀਂ ਹੈਗੀ। ਜਾਂ ਫਿਰ ਤੁਸੀਂ ਡਿਪਰੈਸ਼ਨ ਨੂੰ ਪਾਗਲ ਕਿਉਂ ਕਹਿੰਦੇ ਹੋ, ਹੈ ਨਾ। ਅਤੇ ਉਹ ਇਹ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ। ਚਲੋ ਅਸੀਂ ਦਾਖਲ ਕਰਕੇ ਆਪਣੇ ਸਾਈਕੈਟਰਿਸਟ ਦੇ ਥਰੂ, ਕਿਉਂਕਿ ਸਾਡੇ ਕੋਲ ਜਿਹੜੇ ਸਾਈਕੈਟਰਿਸਟ ਹੈ ਅਤੇ ਸਾਡੇ ਜਿਹੜੇ ਦੂਜੇ ਮੈਡੀਸਨ ਵਾਲੇ ਡਾਕਟਰ ਹੈਗੇ ਆ, ਅਲੱਗ-ਅਲੱਗ ਸਾਡੇ ਕੋਲ ਡਾਕਟਰ ਜਿਹੜੇ ਅਸੀਂ ਰੈਗੂਲਰ ਜਿਹੜੇ ਇੱਥੇ ਮਤਲਬ ਹਾਇਰ ਕੀਤੇ ਹੋਏ ਆ, ਉਹਨਾਂ ਨੂੰ ਬਹੁਤ ਸਾਰੇ ਲਾਭ ਹੋ ਰਹੇ ਇਹਨਾਂ ਨੂੰ। ਪਰ ਕੋਵਿਡ ਤਾਂ ਤੁਹਾਨੂੰ ਵੱਡੀਆਂ ਸਮੱਸਿਆਵਾਂ, ਚੱਲ ਕੋਲ ਹੋਰ ਪਾਸੇ ਨੂੰ ਚਲੀ ਜਾਣੀ। ਮੇਰਾ ਕਹਿਣ ਤੋਂ ਭਾਵ ਵੀ ਜਦੋਂ ਅਸੀਂ ਉਹਦਾ ਟਰੀਟਮੈਂਟ ਸ਼ੁਰੂ ਕੀਤਾ ਅਤੇ ਨਾਲ ਦੀ ਨਾਲ ਸਾਡਾ ਮਿਸ਼ਨ ਮਿਲਾਪ ਚੱਲ ਰਿਹਾ, ਮਿਸ਼ਨ ਮਿਲਾਪ, ਮਿਲਾਉਣ ਦਾ ਮਿਸ਼ਨ ਵਿਛੜਿਆ ਹੋਇਆ ਨੂੰ। ਅਤੇ ਉਸ ਦੌਰਾਨ ਜਦੋਂ ਅਸੀਂ ਕੋਸ਼ਿਸ਼ ਨਾਲ ਦੀ ਨਾਲ ਕਰਦੇ ਰਹਿੰਦੇ ਹਾਂ ਅਤੇ ਉਹਦੇ ਵਿੱਚ ਉਹਨੇ ਸਾਨੂੰ ਨੰਬਰ ਦੱਸ ਦਿੱਤਾ ਜਦ ਕੁਛ ਹੀ ਦੇਰ ਬਾਅਦ, ਕੁਛ ਹੀ ਦੇਰ ਦਾ ਮਤਲਬ ਮੈਨੂੰ ਤਾਂ 1.5 ਮਹੀਨੇ ਦੇ ਅੰਦਰ ਹੀ। ਅਤੇ ਉਹਨਾਂ ਦੇ ਬ੍ਰਦਰ ਨੂੰ ਮਿਲ ਗਿਆ। ਅਤੇ ਹੁਣ ਵੀ ਮੈਂ ਜਾਂਦਾ ਹੁੰਦਾ ਨਾ, ਜਦੋਂ ਮੈਨੂੰ ਅਕਸਰ ਹੀ ਕਹੀ ਜਾਂਦੇ ਮੈਨੂੰ ਮਤਲਬ ਮੈਂ ਘਰ ਜਾਣਾ, ਕਿਉਂਕਿ ਜਦੋਂ ਇੰਪਰੂਵ ਹੁੰਦੇ ਆ ਅਤੇ ਆਪਣੇ ਦੀ ਯਾਦ ਤਾਂ ਆਉਂਦੀ ਹੋਵੇ, ਹੈ ਨਾ, ਭਾਵੇਂ ਕੁਛ ਵੀ ਹੈ। ਬੜੇ ਕਈ ਵਾਰ ਤਾਂ ਡਬਲ ਮਾਈਂਡਡ ਜਿਹੇ ਹੁੰਦੇ ਆ। ਅਤੇ ਚਲੋ ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਅਤੇ ਤੁਰੰਤ ਉਹਨਾਂ ਦਾ ਬ੍ਰਦਰ ਜਿਹੜਾ ਭੱਜਿਆ ਆਇਆ ਅਤੇ ਉਹਦੇ ਕੋਲ ਪੁਲਿਸ ਰਿਪੋਰਟ ਦੇਖੀ। ਜਦੋਂ ਉਹਦੇ ਕੋਲ ਇਸ਼ਤਿਹਾਰ ਇੰਨੇ ਦੇਖੇ, ਅਖਬਾਰਾਂ ਦੀਆਂ ਨਿਊਜ਼ ਦੀਆਂ ਕਟਿੰਗ ਦੇਖੀਆਂ, ਮੈਂ ਕਿਹਾ ਵੀ ਹੋਇਆ ਕਿੱਦਾਂ। ਉਹ ਵੀ ਬਹੁਤ ਵਿਚਾਰਾ ਆਉਂਦਾ ਕਿੱਦਾਂ ਗਲੇ ਲਾ ਕੇ ਰੋ ਕੇ, ਹੈ ਨਾ, ਅਥਰੂ ਬਹਾ ਕੇ ਮਿਲਿਆ। ਮੈਂ ਕਿਹਾ ਕਿੱਦਾਂ ਹੋਇਆ? ਕਹਿੰਦੇ ਮਦਰ ਦੀ ਅਚਨਚੇਤ ਡੈਥ ਹੋ ਗਈ, ਅਚਨਚੇਤ ਡੈਥ ਬਰਦਾਸ਼ਤ ਨਹੀਂ ਕਰ ਸਕੀ। ਅਤੇ ਕਹਿੰਦੇ ਫਿਰ ਇਹ ਕਾਲਜ ਜਾਂਦੀ ਸੀ ਜਿਵੇਂ, ਅਤੇ ਕਹਿੰਦੇ ਕਾਲਜ ਗਈ ਸੀ ਵਾਪਸ ਨਹੀਂ। ਮੈਂ ਕਾਲਜ ਕੀ ਕਰਦੀ? ਕਹਿੰਦੇ MSc ਜੂਲੋਜੀ ਤੋਂ ਬਾਅਦ ਹੁਣ ਲੈਕਚਰਰ ਲੱਗੀ ਸੀ। ਹੁਣ ਇੱਦਾਂ ਕੋਈ ਲੈਕਚਰਰ, ਕੋਈ ਪ੍ਰੋਫੈਸਰ ਅਤੇ ਕੋਈ MBBS ਇੱਦਾਂ ਦੇ ਕੋਈ IAS ਆਫਿਸਰ ਜਿਹੜੇ ਸਾਡੇ ਕੋਲ ਸ਼ੈਡਾਂ ਦੇ ਵਿੱਚ ਬਾਹਰ ਵਰੇਂਡਿਆਂ 'ਚ ਟਾਈਮ ਕੱਟ ਕੇ, ਹੈ ਨਾ, ਆਪਣੀ ਜ਼ਿੰਦਗੀ ਦਾ ਅਖੀਰਲਾ ਸਮਾਂ ਕੱਟ ਕੇ ਜਾਂਦੇ, ਬੜੇ ਦੁੱਖ ਦੀ ਗੱਲ ਹੈ। ਅਤੇ ਮੇਰਾ ਕਹਿਣ ਦਾ ਮਤਲਬ ਵੀ ਉਹਨਾਂ ਨੂੰ ਠੀਕ ਹੋਣ ਦਾ ਮੌਕਾ ਹੀ ਨਹੀਂ ਮਿਲਦਾ। ਦੂਜਾ ਪੱਖ ਇਹਦਾ ਇਹ ਵੀ ਹੈਗਾ ਵੀ ਸਾਡੇ ਕੋਲ ਇੱਕ ਬੰਦੇ ਜਦੋਂ ਲੈ ਕੇ ਪਹੁੰਚੇ,
ਇਹ ਹੁਣ ਇਹਦਾ ਗੱਲ ਹੋ ਗਈ ਐਦਾਂ ਵੀ ਵਾਰਸ ਲੱਭਦੇ ਫਿਰਦੇ ਹੁੰਦੇ ਵਾਲੇ। ਦੂਜੀ ਗੱਲ ਹੁਣ ਜਿੰਨਾ ਤੁਸੀਂ ਮਿਲਾਉਣਾ ਚਾਹੁੰਦੇ ਹੋ ਪਰ ਉਹ ਚਾਹੁੰਦੇ ਨਹੀਂ ਚਾਹੁੰਦੇ ਨੇ। ਉਹਦੇ ਵਿੱਚ ਮੇਰੇ ਕੋਲ ਜਦੋਂ ਲੈ ਕੇ ਪਹੁੰਚੇ ਕਹਿੰਦੇ ਜੀ ਸਾਨੂੰ ਬੜਾ ਤਰਸ ਆਇਆ, ਅਸੀਂ ਚੰਡੀਗੜ੍ਹ ਨਿਕਲ ਰਹੇ ਸੀ ਅਤੇ ਸਾਨੂੰ ਇਹ ਲਾਈਕ ਖਰੜ ਤੋਂ ਪਹਿਲਾਂ ਖਰੜ ਕੁਰਾਲੀ ਹਾਈਵੇ ਦੇ ਉੱਤੇ ਹੀ, ਅਤੇ ਉੱਥੇ ਜਦੋਂ ਇਹਨਾਂ ਦੀ ਹਾਲਤ ਅਸੀਂ ਦੇਖੀ ਕਹਿੰਦੇ ਸਾਤੋਂ ਦੇਖ ਨਹੀਂ ਹੋਈ। ਮੈਂ ਕਿਹਾ ਵੀ ਤੁਸੀਂ ਫਿਰ ਥੋੜ੍ਹਾ ਜਿਹਾ ਪੁਲਿਸ ਨੂੰ ਇਨਫੋਰਮ ਕਰ ਦੇਣਾ ਸੀ ਵੀ, ਕਿਉਂਕਿ ਡਿਪਾਰਟਮੈਂਟ 'ਚ ਕਹਿੰਦੇ ਨਹੀਂ ਜੀ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਹੋਇਆ, ਆਹ DDR ਵੀ ਹੈਗੀ ਸਾਡੇ ਕੋਲ। ਅਤੇ ਜਦੋਂ ਮੈਂ ਦੇਖਿਆ ਵੀ ਮੈਂ ਕਿਹਾ ਵੀ ਚਲੋ ਇਹ ਤਾਂ ਕਾਫੀ ਇਹਦਾ ਮਤਲਬ ਵੀ ਜੈਨੂਅਨ ਕੇਸ ਹੈ, ਅਤੇ ਵੀ ਅਸੀਂ ਤੁਰੰਤ ਫਿਰ ਉਹਨਾਂ ਨੂੰ ਮੈਂ ਕਿਹਾ ਵੀ ਤੁਹਾਨੂੰ ਇੱਥੋਂ ਮਿਲਿਆ? ਕਹਿੰਦੇ ਹਾਂ ਸਾਨੂੰ ਇੱਥੋਂ ਮਿਲਿਆ, ਸਾਤੋਂ ਦੇਖ ਨਹੀਂ ਹੋਈ ਦੀ ਹਾਲਤ। ਅਤੇ ਅਸੀਂ ਉਹਨਾਂ ਨੂੰ ਦਾਖਲ ਕਰਕੇ ਉਹਨਾਂ ਨੂੰ ਮਤਲਬ ਉਹ ਬੈਠ ਨਹੀਂ ਸਕਦੇ ਸੀ ਅਤੇ ਉੱਠਣਾ ਤਾਂ ਬਹੁਤ ਦੂਰ ਦੀ ਗੱਲ ਹੈ, ਪੈਰਾਲਾਈਸਿਸ ਦਾ ਅਟੈਕ ਹੋਇਆ ਸੀ। ਅਸੀਂ ਦਾਖਲ ਕਰਕੇ ਉਹਨਾਂ ਦਾ ਇੱਕ ID ਪ੍ਰੂਫ ਲੈ ਲਿਆ ਅਤੇ ਉਹਨਾਂ ਦੀ ਫੋਟੋ ਖਿੱਚ ਲਈ, ਅਤੇ ਉਹ ਦਾਖਲ ਕਰਕੇ ਉਹਨਾਂ ਨੂੰ ਤੁਰੰਤ ਅਸੀਂ ਉਹਨਾਂ ਨੂੰ ਫ੍ਰੀ ਕਰ ਦਿੱਤਾ ਅਤੇ ਅਸੀਂ ਉਹਨਾਂ ਨੂੰ ਹੌਸਪੀਟਲ ਸ਼ਿਫਟ ਕਰ ਦਿੱਤਾ। ਲੋਕਲ ਹੌਸਪੀਟਲ ਨੇ ਉਹਨਾਂ ਨੂੰ ਚੰਡੀਗੜ੍ਹ ਉੱਥੇ ਰੈਫਰ ਕਰ ਦਿੱਤਾ ਅਤੇ ਉੱਥੇ ਟਰੀਟਮੈਂਟ ਚੱਲਿਆ। ਅਤੇ ਉਹਨਾਂ ਨੇ ਟਰੀਟਮੈਂਟ ਦੌਰਾਨ ਜਦੋਂ ਥੋੜ੍ਹੇ ਇੰਪਰੂਵ ਹੋਏ ਅਤੇ ਉਹ ਆਪਣੇ ਘਰ ਦੇ ਐਡਰੈਸ ਦੱਸਣ ਲੱਗੇ। ਅਤੇ ਚਲੋ ਉਸ ਵੇਲੇ ਸਾਨੂੰ ਨਹੀਂ ਬਹੁਤਾ ਪਤਾ ਲੱਗਿਆ, ਉਹਨਾਂ ਨੇ ਡਿਸਚਾਰਜ ਵੀ ਕਰ ਦਿੱਤਾ। ਡਿਸਚਾਰਜ ਕਰਕੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਤੁਹਾਨੂੰ ਕੁਛ ਕਿੱਦਾਂ ਯਾਦ ਆ ਰਿਹਾ ਹੁਣ? ਕਹਿੰਦੇ ਵੀ ਹਾਂਜੀ ਮੈਂ ਨਵਾਂ ਸ਼ਹਿਰ ਦਾ। ਮੈਂ ਕਿਹਾ ਵੀ ਜਿਹੜੇ ਦਾਖਲ ਕਰਾ ਕੇ ਗਏ ਸੀ ਵੀ ਉਹ ਵੀ ਨਵਾਂ ਸ਼ਹਿਰ ਦਾ ਐਡਰੈਸ ਸੀ ਉਹਨਾਂ ਦਾ? ਮੈਂ ਕਿਹਾ ਮੈਂ ਤੁਹਾਨੂੰ ਦਿਖਾਵਾਂ ਹੁਣ ਵੀ ਜੇ ਤੁਸੀਂ ਪਛਾਣ ਸਕੋ, ਸ਼ਾਇਦ ਤੁਹਾਨੂੰ ਕਦੇ ਮੈਂ ਤੁਸੀਂ ਦੇਖੇ ਹੋ ਨਾ। ਕਹਿੰਦਾ ਵੀ ਮੈਨੂੰ ਦਿਖਾ ਦਿਓ। ਅਤੇ ਜਦੋਂ ਮੈਂ ਉਹਨਾਂ ਨੂੰ ਸਾਹਮਣੇ ਦਿਖਾਈਆਂ ਫੋਟੋਆਂ, ਕਹਿੰਦੇ ਮੇਰਾ ਪਰਿਵਾਰ ਹੈ। ਪਰਿਵਾਰ ਉਹਨਾਂ ਨੂੰ ਲਵਾਰਸ ਕਹਿ ਕੇ ਦਾਖਲ ਕਰਾ ਕੇ ਸਾਡੇ ਕੋਲ ਗਿਆ ਜਿਹੜਾ ਹੈ ਨਾ। ਅਤੇ ਮੈਂ ਕਿਹਾ ਵੀ ਇਹ ਕਿਵੇਂ ਹੋ ਸਕਦਾ ਵੀ ਉਹ ਤਾਂ ਮੈਂ ਕਿਹਾ ਸ਼ਾਇਦ ਭੁਲੇਖਾ ਨਾ ਲੱਗ ਰਿਹਾ ਹੋਵੇ ਤੁਹਾਨੂੰ ਵੀ ਤੁਹਾਡੀ ਸਿਹਤ ਅਜੇ ਠੀਕ ਨਹੀਂ ਹੈਗੀ। ਅਸੀਂ ਜਾ ਕੇ ਕੋਸ਼ਿਸ਼ ਕੀਤੀ ਉੱਥੇ ਜਦੋਂ ਮਤਲਬ ਗਏ ਉਹਨਾਂ ਦੇ ਏਰੀਏ 'ਚ, ਅਤੇ ਨਾਲ ਜ਼ਿੰਮੇਵਾਰ ਜੇ ਬੰਦੇ ਉੱਥੋਂ ਦੇ ਲਏ, ਅਤੇ ਉਹ ਕਹਿੰਦੇ ਜੀ ਇਹ ਤਾਂ ਬੰਦਾ ਮਤਲਬ UK ਰਹਿੰਦਾ ਸੀ, ਬੜੀ ਮਿਹਨਤ ਕੀਤੀ ਇਹਨਾਂ ਨੇ ਅਤੇ ਲਾਈਕ ਉੱਥੇ ਫਿਰ ਇਹਨੂੰ ਪੈਰਾਲਾਈਸਿਸ ਹੋ ਗਿਆ। ਕਹਿੰਦੇ ਹਾਂ ਇੱਥੇ ਆਏ ਸੀ, ਇੱਥੇ ਆ ਕੇ ਦੁਬਾਰੇ ਫਿਰ ਅਟੈਕ ਹੋ ਗਿਆ ਇਹਨਾਂ ਨੂੰ। ਕਹਿੰਦੇ ਫਿਰ ਹੁਣ ਇਹ ਬਿਲਕੁਲ ਆਹ ਦੇਖੋ ਕਿੱਡੀ ਵੱਡੀ ਕੋਠੀ ਕਹਿੰਦੇ ਇਹਦੀ, ਕਹਿੰਦੇ ਸਭ ਮੁਲਾਜ਼ਮ ਹੈਗੇ ਹੈ, ਅਲੱਗ-ਅਲੱਗ ਡਿਪਾਰਟਮੈਂਟ, ਉਹਦੀ ਘਰ ਵਾਲੀ ਕਿਤੇ ਜੋਬ ਕਰਦੀ ਹੈ ਅਤੇ ਬ੍ਰਦਰ ਕਿਤੇ ਜੋਬ ਕਰਦੇ ਹੈ, ਅਤੇ ਸਾਰਾ ਕੁਛ। ਕਾਰਨ ਕੀ ਬਣਦਾ ਉਹਨਾਂ ਦੀ? ਉਹ ਕੇਅਰ ਨਹੀਂ ਕਰ ਸਕਦੇ, ਉਹ ਕਰਨਾ ਨਹੀਂ ਚਾਹੁੰਦੇ, ਜਾਂ ਮਤਲਬ ਉਹਨਾਂ ਨੂੰ ਨਕਾਰਾ ਸਮਝ ਲਿਆ ਜਾਂਦਾ? ਹੁਣ ਕਾਰਨ ਕੀ ਲੱਗਦਾ ਕਿ ਸਾਡੇ ਕੰਮ ਦੇ ਨਹੀਂ ਰਹੇ? ਮਸਲਾ ਤਾਂ ਸਵਾਰਥ ਦਾ ਆ ਗਿਆ ਨਾ। ਇੱਕ ਕੇਸ ਨਹੀਂ ਹੈ ਇੱਦਾਂ ਦਾ ਵੀ, ਬਹੁਤ ਇਹ ਵੀ ਵੱਡੀ ਲੰਮੀ ਲਿਸਟ ਹੈ। ਮੈਂ ਕਿਹਾ ਤੁਸੀਂ ਇਹਨੂੰ ਕਿਉਂ ਦਾਖਲ ਕਰਾ ਰਹੇ? ਕਹਿੰਦੇ ਜੀ ਸਾਡੇ ਕੰਮ ਦੇ ਨਹੀਂ ਰਿਹਾ। ਹੁਣ ਕਈ ਸ਼ਰੇਆਮ ਕਹਿੰਦੇ ਵੀ ਸਾਡੇ ਕੰਮ ਦਾ ਨਹੀਂ ਰਿਹਾ, ਮਤਲਬ ਇਸ ਤਰ੍ਹਾਂ ਦਾ ਸਵਾਰਥੀ ਬਣ ਗਿਆ ਇਨਸਾਨ। 2 ਕਮਰਿਆਂ ਤੋਂ ਤੁਸੀਂ ਇਹ ਸੰਸਥਾ ਸ਼ੁਰੂ ਕੀਤੀ ਸੀਗੀ, ਅਤੇ ਹੁਣ ਵੀ ਬਿਲਡਿੰਗਾਂ ਬਣਾਉਣੀਆਂ ਪੈਂਦੀਆਂ ਤੁਹਾਨੂੰ? ਅਜੇ ਬਣ ਰਹੀਆਂ ਬਿਲਡਿੰਗਾਂ ਦਾ ਮਤਲਬ ਹੁਣ ਤੁਸੀਂ ਦੇਖੋ ਵੀ ਇੰਨੇ ਜ਼ਿਆਦਾ ਮੈਂਬਰ ਹੈ ਸਾਡੇ। ਜੇ ਕੋਈ ਕੈਲਕੂਲੇਸ਼ਨ ਜਿਹਦੀ ਕੋਈ ਸਰਵੇ ਹੋਇਆ ਹੋਵੇ, ਪਹਿਲੀ ਗੱਲ ਤਾਂ ਸਰਵੇ ਬਹੁਤ ਘੱਟ ਹੋਏ ਹੈ ਇਹ ਨਾ, ਵੀ ਕਿੰਨੇ ਬਜ਼ੁਰਗ ਰੁਲਦੇ ਹੈ, ਕਿੰਨੇ ਡਿਪਰੈਸ਼ਨ 'ਚ ਰੁਲਦੇ ਹੈ। ਨੈਸ਼ਨਲ ਇੰਸਟੀਚਿਊਟ ਫਾਰ ਮੈਂਟਲ ਹੈਲਥ ਨਿਊਰੋਸਾਇੰਸ ਬੰਗਲੌਰ ਦੇ ਸਰਵੇ ਦੀ ਰਿਪੋਰਟ ਲੈ ਕੇ ਅਸੀਂ 2013 'ਚ ਬੜੀ ਡਿਸਕਸ ਕੀਤੀ, ਸਰਕਾਰ ਨਾਲ ਕੀਤੀ ਹੈ ਨਾ, ਜੱਜਿਸ ਨਾਲ ਕੀਤੀ। ਉਹ ਕਹਿੰਦੇ ਨਹੀਂ ਜੀ ਸਾਨੂੰ ਮੋਟਾ ਜਿਹਾ ਸਰਵੇ ਦੀ ਰਿਪੋਰਟ ਦੇ ਵਿੱਚ 13% ਮਤਲਬ 3 ਕਰੋੜ ਦੀ ਆਬਾਦੀ 'ਚ 13% ਲਾਈਏ 39 ਲੱਖ ਹੋ ਗਿਆ। 39 ਲੱਖ ਪੰਜਾਬ ਦਾ ਹੋ ਗਿਆ। 39 ਲੱਖ ਦੇ ਵਿੱਚ 39,000 ਲਾ ਲਓ ਜਿਹਨਾਂ ਨੂੰ ਜ਼ਿਆਦਾ ਟਰੀਟਮੈਂਟ ਦੀ ਲੋੜ ਪੈ ਹੈਗੀ ਹੈ, ਅਤੇ ਮਤਲਬ 39,000 ਸਾਡੇ ਜ਼ਿਲ੍ਹੇ ਕਿੰਨੇ ਹੋਣਗੇ? ਇੰਨੀਆਂ ਗਿਣਤੀ ਦਾ ਇੰਨਾ ਵਧਣਾ, ਲਾਵਾਰਸ ਕਹਿ ਲਓ ਜਾਂ ਫਿਰ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਪੁੱਛਦਾ ਨਹੀਂ, ਉਹਨਾਂ ਦੀ ਗਿਣਤੀ ਦਾ ਇੰਨਾ ਜ਼ਿਆਦਾ ਹੋਣਾ, ਇਹ ਤੁਹਾਨੂੰ ਕੀ ਨਹੀਂ ਲੱਗਦਾ ਸਮਾਜ ਨਿੱਘਰਦਾ ਹੀ ਜਾ ਰਿਹਾ? ਸਭ ਤੋਂ ਵੱਡੀ ਸਮੱਸਿਆ, ਸਭ ਤੋਂ ਵੱਡੀ ਅੱਜ ਜੇਕਰ ਕੋਈ ਸਾਡੇ ਸਾਹਮਣੇ ਕਹਿ ਲਓ ਹਾਲਾਤ ਹੈ ਜਿਹਨੂੰ ਅਸੀਂ ਕਹੀਏ ਤਰਸਯੋਗ, ਤਾਂ ਉਹ ਸਭ ਤੋਂ ਵੱਡੀ ਬਿਮਾਰੀ ਡਿਪਰੈਸ਼ਨ ਜਿਹੜੀ ਹੈ ਸਾਡੇ ਸਾਹਮਣੇ ਆ ਰਹੀ ਹੈ। ਹੋਰ ਬਿਮਾਰੀਆਂ ਨਹੀਂ ਜਿਹਦੇ ਨਾਲ ਨੁਕਸਾਨ ਹੋ ਰਿਹਾ ਸਾਡਾ, ਜਿਹਦੇ ਨਾਲ ਬੈਲੈਂਸ ਵਿਗੜ ਰਿਹਾ ਸੋਸਾਇਟੀ ਦਾ, ਜਿਹਦੇ ਨਾਲ ਲੋਕ ਜ਼ਿਆਦਾ ਡਿਸਟਰਬ ਹੋ ਕੇ ਮੌਤ ਦੇ ਮੂੰਹ 'ਚ ਪੈ ਰਹੇ ਹੈ। ਸੁਸਾਈਡਲ ਆਈਡੇਸ਼ਨਸ ਹੈਗੀਆਂ, ਇਹਦੇ ਵਿੱਚ ਡਿਪਰੈਸ਼ਨ ਸਭ ਤੋਂ ਵੱਡੀ ਪ੍ਰੋਬਲਮਸ ਉੱਭਰ ਕੇ ਸਾਹਮਣੇ ਆ ਰਹੀ ਹੈ। ਅਤੇ ਡਿਪਰੈਸ਼ਨ ਵਾਲੇ ਨਾਗਰਿਕਾਂ ਨੂੰ ਤੁਸੀਂ ਪੁੱਛ ਕੇ ਦੇਖੋ ਮੈਂਟਲ ਹੈਲਥ ਦੇ ਉੱਤੇ ਬਜਟ ਹੈਗਾ ਸਾਡਾ? ਮੈਂਟਲ ਹੈਲਥ ਦੇ ਉੱਤੇ ਬਜਟ ਜਾਂ ਇਹਨਾਂ ਨੂੰ ਕੋਈ ਘਰ 'ਚੋਂ ਕੱਢਣ ਦੇ ਲਈ, ਜਾਂ ਮੈਂਟਲ ਹੈਲਥ ਕੇਅਰ ਐਕਟ ਜਿਹੜਾ ਹੈਗਾ ਕਦੇ ਉਹਨੂੰ ਪੜ੍ਹ ਕੇ ਦੇਖਿਆ ਹੋਵੇ ਕਿਸੇ ਨੇ? ਅਤੇ ਮੈਨੂੰ ਲੱਗਦਾ ਵੀ AC ਕਮਰੇ 'ਚ ਬੈਠ ਕੇ ਬਣਾ ਦਿੱਤਾ। ਉਹ ਗਰਾਊਂਡ ਰਿਐਲਿਟੀ ਤਾਂ ਪਤਾ ਹੀ ਨਹੀਂ ਹੈਗਾ। ਹੁਣ ਘਰ ਦੇ ਵਿੱਚ ਮਤਲਬ ਫਾਦਰ ਦੀ ਡੈਥ ਹੋ ਗਈ, ਮਦਰ ਸਟਰੈਸ ਵੀ ਚਲੀ ਗਈ, ਉਹਦਾ ਬੇਟਾ ਜਾਂ ਬੇਟੀ ਹੈਗੀ ਅਤੇ ਉਹ ਸੁਸਾਈਡ ਕਰਨ ਲਈ ਬਾਰ-ਬਾਰ ਕੋਸ਼ਿਸ਼ ਕਰ ਰਹੀ ਹੈਗੀ ਹੈ। ਹੁਣ ਉਹਨੂੰ ਹੌਸਪੀਟਲ ਸ਼ਿਫਟ ਕਰਨਾ ਹੈ, ਉਹ ਮਤਲਬ ਜੋ ਚੀਜ਼ ਆਈ ਸਾਹਮਣੇ ਉਹ ਤੋੜ ਰਹੀ ਹੈ ਅਤੇ ਉਹਨੇ ਚੱਕ ਕੇ ਕਿੰਨਾ ਕੁਛ ਮਾਰ ਦਿੱਤਾ। ਫਾਦਰ, ਬਹੁਤ ਸਾਰੇ ਕੇਸ ਹੈ। ਸਾਨੂੰ ਮਤਲਬ ਜਦੋਂ ਰਾਤਾਂ ਨੂੰ ਫੋਨ ਆਉਂਦੇ ਹੈ ਅਤੇ ਮਤਲਬ ਕਈ ਵਾਰ ਇੱਦਾਂ ਹੋਇਆ ਕਿ ਉਹਨਾਂ ਨੇ ਸਾਰੀਆਂ ਲਾਈਨਾਂ ਦੇ ਉੱਤੇ ਜਿੰਨੀਆਂ ਵੀ 112 ਤੋਂ ਲੈ ਕੇ 181 ਤੋਂ ਲੈ ਕੇ ਵੂਮਨ ਹੈਲਪਲਾਈਨ ਤੋਂ ਲੈ ਕੇ ਇੰਨੇ ਫੋਨ ਕਰਨ ਤੋਂ ਬਾਅਦ ਜਦੋਂ ਉਹ ਦੱਸਦੇ ਆ, ਫਿਰ ਇੱਦਾਂ ਲੱਗਦਾ ਵੀ ਨਹੀਂ ਇਹ ਤਾਂ ਬੰਦੇ ਇਹਨਾਂ ਨੇ ਵਾਕਈ ਕੋਸ਼ਿਸ਼ ਕੀਤੀ ਹੈ, ਇਹਨਾਂ ਨੂੰ ਹੈਲਪ ਚਾਹੀਦੀ ਹੈ। ਫਿਰ ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਦੇ ਹਾਂ ਫੋਨ ਕਰਨ ਦੀ, ਪਰ ਉਹ ਮੌਕਾ ਐਸਾ ਹੁੰਦਾ ਵੀ ਤੁਰੰਤ ਹੈਲਪ ਦੀ ਲੋੜ ਹੁੰਦੀ ਹੈ, ਕਿਉਂਕਿ ਐਮਰਜੈਂਸੀ ਹੈਲਪਲਾਈਨ ਦਾ ਮਤਲਬ ਐਮਰਜੈਂਸੀ ਹੈਲਪ ਚਾਹੀਦੀ ਹੁੰਦੀ ਹੈ।
ਪਰ ਉੱਥੇ ਜਦੋਂ ਟਾਈਮ ਸਿਰ ਨਹੀਂ ਪਹੁੰਚਦੀ ਤੇ ਫਿਰ ਸਾਨੂੰ ਮਤਲਬ ਜਦੋਂ ਉਹਨਾਂ ਨੇ ਅੰਦਰ ਵੜ ਕੇ ਸੁਸਾਈਡ ਕਰਨ ਦੀ ਉਹ ਕੋਸ਼ਿਸ਼ ਕਰਦੇ, ਦਰਵਾਜ਼ੇ ਤੋੜ ਕੇ ਇੰਜੈਕਸ਼ਨ ਲਾਉਣੇ ਪਏ। ਹੁਣ ਮੈਂ ਟੀਵੀ 'ਤੇ ਬੋਲ ਰਿਹਾ ਨਾ, ਅਤੇ ਇਹ ਸਮਾਜ 'ਚ ਜਾ ਰਹੀ ਹੈ ਗੱਲ, ਸੰਵਿਧਾਨ ਦੀ ਸ਼ਰੇਆਮ ਉਲੰਘਣਾ ਹੋਈ ਸਾਡੇ ਕੋਲੋਂ, ਪਰ ਅਸੀਂ ਸੰਵਿਧਾਨ ਦੀ ਰਿਸਪੈਕਟ ਕਰਦੇ ਹਾਂ, ਪਰ ਨਾਗਰਿਕ ਨੂੰ ਸੰਵਿਧਾਨ ਤੋਂ ਕੁਰਬਾਨ ਕਰਨਾ ਸਾਡੇ ਕੋਲੋਂ ਬਹੁਤ ਮੁਸ਼ਕਿਲ ਹੁੰਦਾ। ਅਸੀਂ ਸੰਵਿਧਾਨ ਤੋਂ ਕੁਰਬਾਨ ਨਹੀਂ ਕਰ ਸਕਦੇ ਨਾਗਰਿਕ ਨੂੰ, ਨਾਗਰਿਕ ਤੋਂ ਸੰਵਿਧਾਨ ਨੂੰ ਕੁਰਬਾਨ ਕਰ ਸਕਦੇ ਹਾਂ। ਸੰਵਿਧਾਨ ਤੋਂ ਵੀ ਵੱਡਾ ਸਾਡੇ ਲਈ ਸਾਡਾ ਨਾਗਰਿਕ ਹੈ। ਅਸੀਂ ਸੰਵਿਧਾਨ ਦੀ ਪਾਲਣਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਪਰ ਨਾਗਰਿਕ ਨੂੰ ਥੋੜ੍ਹਾ ਕੁਰਬਾਨ ਕਰ ਦੂੰਗੇ ਹੁਣ ਅਸੀਂ। ਇਹ ਗੱਲਾਂ ਮੈਂ ਤੁਹਾਡੇ ਥਰੂ ਫਿਰ ਸਰਕਾਰ ਨੂੰ ਬੇਨਤੀ ਕਰਦਾ ਵੀ ਕੋਈ ਡੈਜ਼ਿਗਨੇਟਿਡ ਟੀਮਾਂ ਬਣਨੀ ਚਾਹੀਦੀਆਂ। ਹੈਲਪਲਾਈਨ ਦਾ ਮਤਲਬ ਐਮਰਜੈਂਸੀ ਹੈਲਪ ਮਿਲਣੀ ਚਾਹੀਦੀ ਹੈ। ਅਤੇ ਡਿਪਰੈਸ਼ਨ ਰੇਟ ਤੁਸੀਂ ਜਿਵੇਂ ਗੱਲ ਕਰ ਰਹੇ ਸੀ ਉਹ ਬਹੁਤ ਵੱਧ ਰਿਹਾ ਹੈ। ਅਤੇ ਕੋਠੀਆਂ ਦੇ ਵਾਰਸ ਹੈਗੇ ਹੈ, ਪਰ ਆਪਣੇ ਬਜ਼ੁਰਗਾਂ ਦੇ ਵਾਰਸ ਨਹੀਂ ਹੈਗੇ। ਜਦੋਂ ਉਹਨਾਂ ਫੇਰ ਢਿੱਲਾ ਹੋ ਗਿਆ ਉਹ ਬੰਦਾ, ਗੱਲ ਵਿੱਚ ਰਹਿ ਗਈ ਨਵਾਂ ਸ਼ਹਿਰ ਵਾਲੀ, ਮੈਂ ਉਹਨੂੰ ਸਿਰੇ ਲਾ ਦੇਵਾਂ ਤਾਂ ਕਿ ਪਤਾ ਲੱਗ ਜਾਵੇ ਵੀ ਸਾਡੇ ਦੇਸ਼ ਦਾ ਇਨਸਾਨੀਅਤ ਵਾਲਾ ਪੱਖ ਕਿੰਨਾ ਗਿਰਾਵਟ 'ਚ ਨਿਘਾਰ 'ਚ ਚਲਿਆ ਗਿਆ। ਅਤੇ ਜਿਸ ਵੇਲੇ ਉਹ ਦੁਬਾਰਾ ਫਿਰ ਢਿੱਲਾ ਹੋਇਆ, ਸਾਨੂੰ ਹੌਸਪੀਟਲ ਫਿਰ ਅਸੀਂ ਲੈ ਕੇ ਗਏ ਅਤੇ ਉਹ ਆਪਣੇ ਨੂੰ ਮਿਲਣ ਲਈ ਤਰਸਦਾ ਰਿਹਾ। ਅਸੀਂ ਫੋਨ ਕਰਦੇ ਰਹੇ, ਉਹ ਮੰਨਣ ਨੂੰ ਤਿਆਰ ਨਹੀਂ, ਸਾਨੂੰ ਨਹੀਂ ਪਤਾ ਇਹ ਕੌਣ ਹੈ, ਸਾਨੂੰ ਨਹੀਂ ਪਤਾ ਇਹ ਕੌਣ ਹੈ। ਅਤੇ ਅਖੀਰ ਨੂੰ ਜਦੋਂ ਚੜ੍ਹਾਈ ਕਰ ਗਿਆ ਅਤੇ ਪੁਲਿਸ ਨੂੰ ਮਤਲਬ ਅਸੀਂ ਕਿਹਾ ਵੀ ਲਾਈਕ ਇਹਦਾ ਪੋਸਟਮਾਰਟਮ ਕਰਾਉਣਾ, ਉਹ ਕਹਿੰਦੇ ਪੁਲਿਸ ਨਾਲ ਗੱਲ ਹੋਈ ਅਤੇ ਜਦੋਂ ਪੁਲਿਸ ਨੇ ਕਿਹਾ ਵੀ ਨਹੀਂ ਜੀ 72 ਘੰਟੇ ਬੋਡੀ ਸਾਨੂੰ ਇਹਦੀ ਫਿਰ ਰੱਖਣੀ ਪੈਣੀ ਹੈਗੀ ਹੈ ਜੇਕਰ ਇਹ ਲਵਾਰਸ ਤੁਹਾਨੂੰ ਮਿਲਿਆ। ਮੈਂ ਕਿਹਾ ਨਹੀਂ, ਇਹ ਲਵਾਰਸ ਸਾਨੂੰ ਜਿਹੜਾ ਨਾ ਵਾਰਸਾਂ ਦੇ ਹੁੰਦੇ ਲਵਾਰਸ ਹੋਇਆ। ਕਹਿੰਦੇ ਇਹ ਕਿੱਦਾਂ ਹੋ ਸਕਦਾ। ਮੈਂ ਉਹਨੂੰ ਫੋਨ ਦਿੱਤੇ ਕਈ, ਉਹਨਾਂ ਦੇ ਜੀਵਨ ਸਾਥੀ ਦਾ ਦਿੱਤਾ, ਉਹਨਾਂ ਦੇ ਭਰਾਵਾਂ ਦਾ ਦਿੱਤਾ, ਈਵਨ ਕਿ ਫਾਦਰ ਇਨ ਲਾ ਦਾ ਦਿੱਤਾ, ਬੱਚੀ ਦਾ ਦਿੱਤਾ ਹੈ ਨਾ, ਸਾਰਿਆਂ ਨਾਲ ਉਹਨੂੰ ਮੈਂ ਕਿਹਾ ਵੀ ਤੁਸੀਂ ਤਰੀਕੇ ਨਾਲ ਗੱਲ ਕਰ ਲਓ, ਇਹ ਵਾਰਸਾਂ ਦੇ ਹੁੰਦੇ ਲਵਾਰਸ ਹੋਇਆ। ਅਤੇ ਉਹਨਾਂ ਨੇ ਫੋਨ ਕੀਤਾ ਅਤੇ ਸਾਰਿਆਂ ਨੇ ਮੰਨਣ ਤੋਂ ਇਨਕਾਰ ਕਰਤਾ ਕਿ ਅਸੀਂ ਨਹੀਂ ਜਾਣਦੇ ਇਹਨੂੰ। ਅਤੇ ਫਿਰ ਅਖੀਰ 'ਤੇ ਪੁਲਿਸ ਆਫੀਸਰ ਨੇ ਕਿਹਾ ਕਿ ਇਹਦੀ ਡੈਥ ਹੋ ਚੁੱਕੀ ਹੈ ਹੁਣ, ਅਤੇ ਇਹ ਪ੍ਰਭ ਆਸਰਾ ਦੇ ਵਿੱਚ ਦਾਖਲ ਸੀ। ਉਹਨਾਂ ਨੇ ਫ਼ੋਨ ਨਹੀਂ ਕੱਟਿਆ, ਉਸੇ ਫ਼ੋਨ 'ਤੇ ਕਹਿੰਦੇ ਹਰ ਕੀਮਤ 'ਤੇ ਡੈੱਡ ਬੋਡੀ ਚਾਹੀਦੀ ਹੈ। ਉਹ ਕਹਿੰਦੇ ਤੁਸੀਂ ਤਾਂ ਕਹਿੰਦੇ ਸੀ ਜਾਣਦੇ ਨਹੀਂ, ਤੁਸੀਂ ਇੱਥੇ ਆ ਕੇ ਗੱਲ ਕਰਿਓ ਹੁਣ। ਕਹਿੰਦੇ ਨਹੀਂ ਜੀ, ਉਹ ਬਾਰ-ਬਾਰ ਬੋਲਣ ਇਹਦੀ ਫਲਾਣੀ ਜਗ੍ਹਾ ਪ੍ਰੋਪਰਟੀ ਆ, ਫਲਾਣੀ ਜਗ੍ਹਾ ਕੋਠੀਆਂ ਹੈ ਜੀ, ਸਾਨੂੰ ਇਹਦਾ ਡੈਥ ਸਰਟੀਫਿਕੇਟ ਚਾਹੀਦਾ। ਮੇਰਾ ਕਹਿਣ ਦਾ ਮਤਲਬ ਵੀ ਕੋਠੀਆਂ ਦੇ ਵਾਰਸ ਹੈਗੇ ਹੈ, ਇਹਨਾਂ ਦੇ ਵਾਰਸ ਨੇ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਜਿਹੜੇ ਵਾਰਸਾਂ ਦੇ ਹੁੰਦੇ ਲਵਾਰਸ ਹੁੰਦੇ, ਇਹਨਾਂ ਦੀਆਂ ਪ੍ਰੋਪਰਟੀਆਂ ਅਕਵਾਇਰ ਕਰਨੀਆਂ ਚਾਹੀਦੀਆਂ ਅਤੇ ਇਹਨਾਂ ਲਈ ਲੋੜੀਂਦਾ ਪ੍ਰਬੰਧ ਕਰਨਾ ਚਾਹੀਦਾ। ਮੈਂ ਤੁਹਾਡੇ ਥਰੂ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇੰਨਾ ਜ਼ਿਆਦਾ ਨਿਘਾਰ 'ਚ ਆਉਣ ਦੇ ਜਿਹੜੇ ਕਾਰਨ ਹੈ, ਐਜੂਕੇਸ਼ਨ ਤੋਂ ਲੈ ਕੇ ਆਪਣੇ ਸਿਲੇਬਸ ਨੂੰ ਵਿਚਾਰੋ ਅਤੇ ਬੱਚਿਆਂ ਨੂੰ ਕਿਹੋ ਜਿਹਾ ਇਨਵਾਇਰਮੈਂਟ ਦੇਣਾ ਤਾਂ ਕਿ ਉਹ ਇਨਸਾਨ ਤਾਂ ਬਣਨ, ਪਹਿਲਾਂ ਆਫਿਸਰ ਵੀ ਬਣਨ, ਪਹਿਲਾਂ ਇਨਸਾਨ ਬਣਨ ਤਾਂ ਆਫਿਸਰ ਬਣਨ, ਤਾਂ ਕਿ ਉਹਨਾਂ ਦਾ ਜੀਵਨ ਵੀ ਅਤੇ ਸਮਾਜ ਵੀ ਖੁਸ਼ਹਾਲੀ ਵੱਧ ਸਕੇ। ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਡਿਪਰੈਸ਼ਨ ਜਿਹੜਾ ਹੈਗਾ ਉਹ ਜ਼ਿਆਦਾ ਕਾਰਨ ਬਣਦਾ ਹੈ ਇਹਨਾਂ ਚੀਜ਼ਾਂ ਦਾ, ਤਾਂ ਕੀ ਲੱਗਦਾ ਕਿ ਪੁਰਾਣੇ ਸਮੇਂ ਵਿੱਚ ਵੀ ਅਸੀਂ ਪੰਜਾਬ ਵੱਸਦਾ ਸੀਗਾ ਤੌਰ ਤਰੀਕੇ ਹੋਰ ਸੀਗੇ, ਕਿਉਂ ਡਿਪਰੈਸ਼ਨ ਇੰਨਾ ਪੰਜਾਬ ਨੂੰ ਕਿਉਂ ਜਕੜ ਰਿਹਾ, ਜਾਂ ਆਪਾਂ ਲਾ ਲਈ ਸਮਾਜ ਨੂੰ ਕਿਉਂ ਜਕੜ ਰਿਹਾ, ਡਿਪਰੈਸ਼ਨ ਵੱਧ ਕਿਉਂ ਰਿਹਾ ਹੈ, ਕਾਰਨ ਕੀ ਲੱਗਦਾ ਤੁਹਾਨੂੰ? ਅਸੀਂ ਨਾ ਅਸਲ 'ਚ ਤੁਹਾਨੂੰ ਮੈਂ ਜਿਵੇਂ ਪਹਿਲਾਂ ਵੀ ਆਪਾਂ ਬੇਨਤੀ ਕਰੀ ਸੀ ਕਿ ਸੰਗਤ ਜਿਹੜੀ ਹੈ ਨਾ, ਮਤਲਬ ਹੁਣ ਨਿਰਮਲ ਜਲ ਹੈ, ਬੜਾ ਨਿਰਮਲ ਹੈ। ਹੁਣ ਇਹਦੇ ਵਿੱਚ ਤੁਸੀਂ ਜੇ ਸ਼ਰਾਬ ਪਾਤੀ ਅਤੇ ਇਹਦੀ ਪ੍ਰੋਪਰਟੀ ਬਦਲ ਗਈ, ਸੁਭਾਅ ਬਦਲ ਗਿਆ। ਚਲੋ ਹੁਣ ਨਿਰਮਲ ਜਲ ਉਹੀ ਹੈ, ਉਸ ਜਲ ਦੇ ਵਿੱਚ ਤੁਸੀਂ ਹੁਣ ਦੁੱਧ ਪਾ ਦਿੱਤਾ, ਕੀ ਬਣ ਗਿਆ? ਉਹ ਕੱਚੀ ਲੱਸੀ ਬਣ ਗਈ। ਉਹਦੀ ਨੇਚਰ ਕਿੱਦਾਂ ਦੀ ਹੈ, ਮਾੜੀ ਜਿਹੀ ਗਰਮੀ ਹੋ ਜਾਂਦੀ ਨਾ, ਅਸੀਂ ਜੇ ਕੱਚੀ ਲੱਸੀ ਪਿੰਡਾਂ 'ਚ ਪੀਂਦੇ ਰਹੇ ਹਾਂ ਅਤੇ ਉਸੇ ਵੇਲੇ ਦਵਾਈ ਤੋਂ ਬਿਨਾਂ ਵੀ ਦਰਦ ਠੀਕ ਹੋ ਜਾਂਦਾ ਸੀ, ਜਿਹੜਾ ਕਿ ਗਰਮੀ ਕਰਕੇ ਪ੍ਰੋਬਲਮ ਹੁੰਦੀ ਸੀ, ਹੈ ਨਾ। ਅਤੇ ਹੁਣ ਉਹਦੇ ਵਿੱਚ ਦਹੀਂ ਪਾ ਦਿਓ, ਉਹ ਪੱਕੀ ਲੱਸੀ ਬਣ ਗਈ। ਉਹਦੀ ਨੇਚਰ ਇੱਕ ਡਿਫਰੈਂਟ ਬਣ ਗਈ, ਉਹ 'ਚ ਹੋਰ ਚੀਜ਼ਾਂ ਪਾਈ ਜਾਓ, ਉਹ ਪਰਸਨੈਲਿਟੀ ਚੇਂਜ ਹੋਈ ਜਾ ਰਹੀ ਹੈ ਨਾ। ਮਤਲਬ ਜਿਸ ਚੀਜ਼ ਦੇ ਸੰਪਰਕ 'ਚ ਉਹ ਚੀਜ਼ ਜਾ ਰਹੀ ਹੈ ਅਤੇ ਉਹਦੇ ਨਾਲ ਉਹਦਾ ਅਪੀਅਰੈਂਸ, ਉਹਦੀ ਪਰਸਨੈਲਿਟੀ, ਉਹਦਾ ਕਰੈਕਟਰ ਚੇਂਜ ਹੋ ਰਿਹਾ ਨਾ। ਸਾਡਾ ਨਿਘਾਰ ਬਣ ਜਾਣ ਦਾ ਕਾਰਨ ਹੈ ਕਿ ਅਸੀਂ ਵਿਕਾਸ ਦੇ ਨਾਂ 'ਤੇ ਵਿਨਾਸ਼ ਬਹੁਤ ਵੱਡੇ ਪੱਧਰ 'ਤੇ ਕਰ ਰਹੇ ਹਾਂ। ਘਰ 'ਚ ਬੈਠਾ ਵੀ ਬੰਦਾ ਨਾ, ਆਪਣੇ ਨੂੰ ਇਹ ਨਹੀਂ ਪਤਾ ਵੀ ਮੇਰੇ ਘਰ ਦੇ ਵਿੱਚ ਮੈਂ ਹੁਣ ਇੰਨਾ ਡਿਊਟੀ ਤੋਂ ਆਇਆ, ਇੰਨਾ ਮਿਹਨਤ ਕਰਕੇ ਆਇਆ, ਸਵੇਰ ਦੀ ਮਾਂ ਹੈਗੀ, ਹੋਰ ਹੈਗੇ ਬੱਚੇ ਹੈਗੇ, ਉਹਨਾਂ ਨੂੰ ਟਾਈਮ ਦੇਵਾਂ, ਉਹ ਆਪਣੇ ਮੋਬਾਈਲ ਦੇ ਉੱਤੇ ਹੀ ਲੱਗਿਆ ਹੋਇਆ। ਉਹ ਮਤਲਬ ਜਿਵੇਂ ਆਪਾਂ ਕਹੀਏ ਨਾ, ਬੰਦਾ ਬਾਹਰ ਜਾ ਕੇ ਤਾਂ ਆਪਣੇ ਪਰਿਵਾਰ ਦੇ ਨੇੜੇ ਕਈ ਵਾਰ ਹੋ ਜਾਂਦਾ, ਕਈ ਵਾਰ ਘਰ ਦੇ ਵਿੱਚ ਆਪਣੇ ਪਰਿਵਾਰ ਤੋਂ ਇੰਨਾ ਦੂਰ ਹੁੰਦਾ, ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਮੇਰੇ ਪਰਿਵਾਰ 'ਚ ਕੌਣ ਕੌਣ ਬੈਠੇ ਆ। ਮਤਲਬ ਅੱਜ ਦੇ ਵਿਕਾਸ ਨੇ ਨਾ ਮੈਜੋਰਿਟੀ ਲੋਕਾਂ ਦਾ ਵਿਨਾਸ਼ ਕਰਤਾ, ਸਾਡੇ ਐਟੀਟਿਊਡ ਦਾ। ਸਾਡੇ ਜਿਵੇਂ ਆਪਸ ਵਿੱਚ ਅਸੀਂ ਐਕਸਪੀਰੀਅੰਸ ਸ਼ੇਅਰ ਕਰਨੇ ਹੁੰਦੇ, ਅੱਗੇ ਬੈਠਿਆ ਕਰਦੇ ਸੀ ਪਿੰਡਾਂ 'ਚ, ਇਕੱਠੇ ਹੋ ਕੇ ਬੈਠਦੇ ਸੀ। ਮੈਂ ਰਾਤ ਵੀ ਡਿਸਕਸ ਕਰ ਰਿਹਾ ਸੀ, ਮੈਂ ਕੰਬਾਈਨ ਫੈਮਲੀਜ਼ ਹੁੰਦੀਆਂ ਸੀ, ਕਿੰਨਾ ਇੱਕ ਦੂਜੇ ਦਾ ਦਰਦ ਵੰਡਾਉਂਦੇ ਸੀ, ਐਕਸਪੀਰੀਅੰਸ ਮਤਲਬ ਭਾਵਨਾਵਾਂ ਕਿੱਦਾਂ ਦੀਆਂ ਸੀ। ਉਹ ਸੰਗਤ ਜਿਹੜਾ ਅੱਜ ਦਾ ਮਤਲਬ ਜੋ ਸਾਡਾ ਯੁੱਗ ਹੈ ਨਾ, ਜਿਹਦੇ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ, ਹੁਣ ਇਨਫੋਰਮੇਸ਼ਨ ਇੰਨੀ ਭਰ ਗਈ ਸਾਡੇ ਅੰਦਰ, ਇਨਫੋਰਮੇਸ਼ਨ ਦੇ ਵਿੱਚੋਂ ਥੋਟਸ ਨਿਕਲਦੀਆਂ। ਸਾਡੇ ਵਿਸ਼ਵਾਸ ਕੀ ਬਣ ਗਏ ਕਿ ਪੈਸਾ ਸਭ ਕੁਛ ਹੈ। ਹੁਣ ਅਸੀਂ ਪ੍ਰਿੰਸੀਪਲ ਦੀ ਕਦਰ ਕਰਨੀ ਭੁੱਲ ਗਏ ਹਾਂ। ਹੁਣ ਜਿਹੜਾ ਵਿਸ਼ਵਾਸ ਹੈ ਸਾਡਾ, ਉਹਦੇ ਵਿੱਚੋਂ ਸਾਡਾ ਨਜ਼ਰੀਆ ਡਿਵੈਲਪ ਹੁੰਦਾ। ਨਜ਼ਰੀਆ ਸਾਡਾ ਉਹ ਜਿਹੋ ਜਿਹਾ ਵਿਸ਼ਵਾਸ ਹੈ, ਜੇ ਮੈਂ ਕਹਿੰਦਾ ਪ੍ਰਿੰਸੀਪਲ ਇੰਪੋਰਟੈਂਟ ਹੈ ਅਤੇ ਮੇਰਾ ਨਜ਼ਰੀਆ ਫਿਰ ਮੈਂ ਦੇਖੂੰਗਾ ਇੱਦਾਂ ਕਿ ਮਤਲਬ ਵੀ ਪ੍ਰਿੰਸੀਪਲ ਦਾ ਨੁਕਸਾਨ ਨਾ ਹੋਵੇ, ਸਿਧਾਂਤ ਦਾ ਨੁਕਸਾਨ ਨਾ ਹੋਵੇ। ਜੇ ਮੇਰਾ ਵਿਸ਼ਵਾਸ ਹੈ ਕਿ ਪੈਸਾ ਇੰਪੋਰਟੈਂਟ ਹੈ, ਪੈਸੇ ਬਿਨਾਂ ਕੁਛ ਵੀ ਨਹੀਂ, ਫਿਰ ਮੈਂ ਕਹੂੰਗਾ ਪੈਸਾ ਕਿੱਦਾਂ ਬਣ ਸਕਦਾ ਅਤੇ ਪੈਸੇ ਦਾ ਨੁਕਸਾਨ ਨਾ ਹੋਵੇ।
ਠੀਕ ਹੈ। ਹੁਣ ਮੈਂ ਐਗਜ਼ਾਮਪਲਾਂ ਦੇਣ ਦਾ ਟਾਈਮ ਨਹੀਂ ਹੋਣਾ, ਮੈਨੂੰ ਲੱਗਦਾ ਐਗਜ਼ਾਮਪਲਾਂ ਮੈਂ ਇਹਦੀਆਂ ਕਾਫੀ ਦੇ ਕੇ ਮਤਲਬ ਨਜ਼ਰੀਆ ਵਿਸ਼ਵਾਸਾਂ 'ਚੋਂ ਬਣ ਗਿਆ ਐਟੀਟਿਊਡ ਹੁਣ ਸਿਚੁਏਸ਼ਨ ਨੂੰ ਜਿਵੇਂ ਰਿਸਪੌਂਡ ਕਰਨਾ ਸੀ ਆਪਣੇ ਨਜ਼ਰੀਏ ਮੁਤਾਬਕ ਰਿਸਪੌਂਡ ਕਰਦੇ ਹਾਂ ਸਿਚੁਏਸ਼ਨ ਨੂੰ, ਹੈ ਨਾ। ਅਤੇ ਅਸੀਂ ਇਸ ਕਰਕੇ ਇਗਨੋਰ ਕਰੀ ਜਾਂਦੇ ਹਾਂ। ਸਾਡਾ ਵਿਸ਼ਵਾਸ ਮੈਨੂੰ ਕੀ ਲੈਣਾ ਵਿਸ਼ਵਾਸ ਸਾਡਾ ਇੱਦਾਂ ਦਾ ਬਣ ਗਿਆ ਕਿ ਨਹੀਂ ਇਹ ਤਾਂ ਮਤਲਬ ਨਜ਼ਰੀਆ ਕਿ ਹਾਂ ਨਹੀਂ ਇਹ ਮੇਰਾ ਕੀ ਲੱਗਦਾ, ਮੈਨੂੰ ਕੀ ਹੈ ਨਾ। ਅਤੇ ਇਹਦੇ ਲਈ ਨਹੀਂ ਇਹਦੇ ਲਈ ਤਾਂ ਪੁਲਿਸ ਬਣੀ ਹੋਈ ਹੈ, ਇਹਦੇ ਲਈ ਤਾਂ ਸਰਕਾਰ ਹੈਗੀ ਹੈ। ਮਤਲਬ ਸਾਡਾ ਵਿਸ਼ਵਾਸ ਹੈ ਬੀਇੰਗ ਏ ਇਨਸਾਨ, ਸਾਡੇ ਅੰਦਰੋਂ ਕਾਲ ਆਉਂਦੀ ਹੈ ਜਿਹੜੀ ਜੀਆਂ ਅੰਦਰ ਜੀਓ ਸ਼ਬਦ ਹੈ ਜਿਤ ਸ਼ਹਿ ਮਿਲਾਵਾ ਹੋਏ, ਅੰਦਰੋਂ ਆਤਮਾ 'ਚੋਂ ਆਵਾਜ਼ ਆਉਂਦੀ, ਆਤਮ ਘਾਤੀ ਹੈ ਜਗਤ ਕਸਾਈ। ਹੁਣ ਮਤਲਬ ਆਤਮਾ ਦੀ ਆਵਾਜ਼ ਸੁਣਦੇ ਹੈ ਔਰ ਉਹਨੂੰ ਇਗਨੋਰ ਕਰ ਦਿੰਦੇ ਹਾਂ। ਉਹ ਸਾਡਾ ਬਿਲੀਵਸ ਕਿੱਦਾਂ ਬਣ ਗਏ, ਨਹੀਂ ਐਂ ਹੋ ਜਾਂਦਾ। ਸਰਕਾਰ ਦਾ ਮਤਲਬ ਸਮਾਜ ਦਾ ਪ੍ਰਭਾਵ ਅਤੇ ਉਹ ਸੱਚੀ ਸਰਕਾਰ ਦਾ ਪ੍ਰਭਾਵ ਜਿਹੜਾ ਸਾਡੇ ਅੰਦਰ ਕਾਲ ਆਉਂਦੀ ਹੈ, ਆਤਮਾ ਦੀ ਆਵਾਜ਼ ਆਉਂਦੀ ਹੈ, ਉਹਨੂੰ ਅਸੀਂ ਮਤਲਬ ਇਗਨੋਰ ਕਰਕੇ ਸੰਸਾਰ ਦਾ ਜਿਹੜਾ ਸਾਡਾ ਵਿਸ਼ਵਾਸ ਹੈ, ਅਕਵਾਇਰਡ ਨੌਲੇਜ ਜਿਹੜੀ ਹੈਗੀ ਹੈ, ਇਨਫੋਰਮੇਸ਼ਨ ਜਿਹੜੀ ਅਕਵਾਇਰਡ ਹੈ, ਉਹਦੇ ਨਾਲ ਸਾਡਾ ਨਜ਼ਰੀਆ ਐਸਾ ਦਾ ਬਣ ਗਿਆ ਨਾ ਜਿਹਦੇ ਸਾਡਾ ਇਨਸਾਨ ਹੋਣ 'ਤੇ ਕੁਐਸਚਨ ਮਾਰਕ ਲੱਗ ਰਿਹਾ। ਜਿਹੋ ਜਿਹਾ ਨਜ਼ਰੀਆ ਉਹੋ ਜਿਹੇ ਵਿਚਾਰ ਨਿਕਲਣੇ ਹੈ, ਜਿਹੋ ਜਿਹੇ ਵਿਚਾਰ ਨਿਕਲਣੇ ਹੈ ਉਹੋ ਜਿਹੇ ਕੰਮ ਹੋਣੇ ਹੈ, ਜਿਹੋ ਜਿਹੇ ਕੰਮ ਹੋਣੇ ਹੈ ਉਹੋ ਜਿਹੇ ਉਹਦੇ ਰਿਜ਼ਲਟ ਹੈ, ਉਹੋ ਜਿਹੇ ਉਹਦੇ ਕੌਨਸੀਕੁਐਂਸ ਹੈ। ਅੱਜ ਜੋ ਕੌਨਸੀਕੁਐਂਸ ਹੈ ਮਹਾਰਾਜ ਸਾਨੂੰ ਕਹਿੰਦੇ ਤੇਰੀਆਂ ਤਕਦੀਰਾਂ ਬਦਲ ਜਾਣਗੀਆਂ, ਤੇਰੇ ਲੇਖ ਬਦਲ ਜਾਣਗੇ। ਕਹਿੰਦੇ ਕਰਨੀ ਬਦਲ ਲੈ, ਕਰਨੀ ਕਾਗਦ ਮਨ ਵਸਵਾਣੀ, ਬੁਰਾ ਭਲਾ ਦੋ ਹੀ ਲੇਖ ਪਏ। ਬੁਰੇ ਖਿਆਲ ਹੈ ਬੁਰੇ ਲੇਖ ਬਣਨਗੇ, ਭਲੇ ਖਿਆਲ ਹੈ ਭਲੇ ਲੇਖ ਬਣਨਗੇ। ਅਤੇ ਇਸ ਕਰਕੇ ਮਤਲਬ ਸਾਨੂੰ ਤਾਂ ਲੇਖ ਬਦਲਣ ਦਾ ਵੀ ਮਹਾਰਾਜ ਨੇ ਤਰੀਕਾ ਦੱਸਿਆ ਹੋਇਆ ਹੈ। ਪਰ ਸਾਡੀ ਮੂੰਹ ਜਿਹੜਾ ਨਾ ਅਸੀਂ ਹੋਰ ਪਾਸੇ ਨੂੰ ਕਰਕੇ ਭੱਜੇ ਜਾ ਰਹੇ ਹਾਂ। ਪਹੁੰਚਣਾ ਕਿੱਥੇ ਅਸੀਂ, ਕਿਸ ਵਹਿਣ 'ਚ ਬਹਿ ਗਏ ਹਾਂ, ਮਤਲਬ ਉਹ ਅਸੀਂ ਖੜ੍ਹ ਕੇ ਦੇਖਣ ਦਾ ਵੀ ਸਾਡਾ ਆਪਣੇ ਲਈ ਵੀ ਆਪਣੇ ਆਪ ਨੂੰ ਪੜ੍ਹਨ ਦਾ, ਆਪਣੇ ਬਾਰੇ ਸੋਚਣ ਦਾ ਸਾਡੇ ਕੋਲ ਟਾਈਮ ਹੀ ਨਹੀਂ ਰਿਹਾ, ਜਿਸ ਕਰਕੇ ਸਾਡੇ ਹਾਲਾਤ ਡਿਪਰੈਸ਼ਨ ਵਾਲੇ ਬਣਦੇ ਜਾ ਰਹੇ ਆ। ਅੱਜ ਸਾਡੇ ਕੋਲ ਪੈਸਾ ਵੀ ਹੈ, ਪਦਾਰਥ ਵੀ ਹੈ, ਸਾਡੇ ਕੋਲ ਬਹੁਤ ਸਹੂਲਤਾਂ ਵੀ ਹੈਗੀਆਂ। ਪਹਿਲਾਂ ਫੋਨ ਵੀ ਨਹੀਂ ਸੀ ਹੁੰਦੇ, ਅੱਜ ਸਾਡੇ ਕੋਲ ਇੰਨਾ ਜ਼ਿਆਦਾ ਸਹੂਲਤਾਂ ਹੋਣ ਦੇ ਬਾਵਜੂਦ ਅਸੀਂ ਬਹੁਤ ਜ਼ਿਆਦਾ ਡਿਸਟਰਬ ਹੋ ਚੁੱਕੇ ਹਾਂ। ਸਿਰਫ ਕਾਰਨ ਇਹ ਹੈ ਕਿ ਅਸੀਂ ਆਪਣੇ ਮੂਲ ਤੋਂ ਟੁੱਟ ਚੁੱਕੇ ਹਾਂ। ਇਨਸਾਨ ਜਿਹੜਾ ਹੈਗਾ ਉਹ ਇਨਸਾਨੀ ਤੋਂ ਟੁੱਟ ਚੁੱਕਿਆ ਹੈ। ਜੇਕਰ ਹੁਣ ਕੁਦਰਤ ਨੇ ਇੰਨਾ ਕੁਛ ਬਣਾਇਆ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ ਨਾ, ਅਤੇ ਹੁਣ ਇੰਨਾ ਮਤਲਬ ਹੁਣ ਕੁਦਰਤ ਨੇ ਇੰਨਾ ਕੁਛ ਬਣਾਇਆ ਉਹ 'ਚ ਇੱਕ ਇਨਸਾਨ ਬਣਾਇਆ। ਹੁਣ ਜੇ ਇਨਸਾਨ ਦੇ ਅੰਦਰ ਇਨਸਾਨ ਵਾਲਾ ਕਰੈਕਟਰ ਨਹੀਂ ਹੈਗਾ ਅਤੇ ਉਹ ਹੁਣ ਮਾਲਕ ਵੀ ਕੀ ਕਰੇ, ਇਹਨੂੰ ਇੰਨਾ ਸਟਰੋਂਗ ਕਿੱਦਾਂ ਬਣਾ ਦੇਵੇ। ਹੁਣ ਮੰਨ ਲਓ ਤੁਹਾਡੇ ਕੋਲ ਹੁਣ ਇਹਦੇ ਅੰਦਰ ਇਹਦਾ ਕਰੈਕਟਰ ਹੀ ਨਾ ਹੋਵੇ, ਜੋ ਤੁਸੀਂ ਮਤਲਬ ਫੜਿਆ ਹੋਇਆ ਮਾਈਕ ਹੈ ਨਾ, ਕੈਮਰੇ ਅੰਦਰ ਕੈਮਰੇ ਦਾ ਕਰੈਕਟਰ ਨਾ ਹੋਵੇ, ਪੈਨ ਦੇ ਅੰਦਰ ਪੈਨ ਦਾ ਕਰੈਕਟਰ ਨਾ ਹੋਵੇ, ਫੋਨ ਦੇ ਅੰਦਰ ਫੋਨ ਦਾ ਕਰੈਕਟਰ ਨਾ ਹੋਵੇ, ਤੁਸੀਂ ਲਾਈਕ ਕਰੋਗੇ ਉਹਨੂੰ। ਨਰਸ ਦੇ ਅੰਦਰ ਨਰਸ ਦਾ ਕਰੈਕਟਰ ਨਾ ਹੋਵੇ, ਉਹ ਨਰਸ ਨੂੰ ਕੋਈ ਲਾਈਕ ਕਰੂਗਾ ਡਾਕਟਰ ਜਾਂ ਹੋਸਪਿਟਲ ਦਾ ਬੰਦ ਨਹੀਂ ਕਰੇਗਾ ਨਾ। ਇਸੇ ਤਰੀਕੇ ਨਾਲ ਉਹਨਾਂ ਨੇ ਜਦੋਂ ਜਿੱਥੇ ਇੱਕ ਇਨਸਾਨ ਵੀ ਬਣਾਇਆ, ਇਨਸਾਨ ਦੇ ਅੰਦਰ ਇਨਸਾਨੀਅਤ ਨਹੀਂ ਹੈ, ਅਤੇ ਹੁਣ ਉਹ ਮਾਲਕ ਵੀ ਕੀ ਕਰੇ, ਹੈ ਨਾ। ਫਿਰ ਵੀ ਇਨਸਾਨ ਨੂੰ ਕਹਿਣਾ ਪੈਂਦਾ ਵੀ ਬੰਦਾ ਬਣ। ਕਦੀ ਜਾਨਵਰ ਨੂੰ ਨਹੀਂ ਅਸੀਂ ਕਹਿੰਦੇ ਕਿ ਤੂੰ ਪਸ਼ੂ ਨੂੰ ਨਹੀਂ ਕਹਿੰਦੇ ਪਸ਼ੂ ਬਣ, ਕਦੀ ਪੰਛੀ ਨੂੰ ਨਹੀਂ ਕਹਿੰਦੇ ਪੰਛੀ ਬਣ। ਉਹ ਆਪਣਾ ਕਿਰਦਾਰ ਜਿਹੜਾ ਹੈਗਾ ਕਰੈਕਟਰ ਆਪਣਾ ਜੀ ਰਹੇ ਨੇ, ਪਰ ਬੰਦੇ ਨੂੰ ਕਹਿਣਾ ਪੈਂਦਾ ਕਿ ਬੰਦਾ ਬਣ। ਖੈਰ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ, ਤੁਸੀਂ ਗੱਲਬਾਤ ਕੀਤੀ ਸਾਡੇ ਨਾਲ। ਇਸ ਤਰ੍ਹਾਂ ਦੀਆਂ ਹਜ਼ਾਰਾਂ ਕਹਾਣੀਆਂ ਨੇ। ਇਹ ਗੱਲਬਾਤ ਬਹੁਤ ਲੰਮੀ ਜਾ ਸਕਦੀ ਹੈ, ਕਿਉਂਕਿ ਹਰ ਰੋਜ਼ ਇਸ ਤਰ੍ਹਾਂ ਦੀਆਂ ਹੀ ਜਿਹੜੀ ਸਮਾਜ ਦੀਆਂ ਗਿਰਾਵਟ ਦੀਆਂ ਕਹਾਣੀਆਂ, ਇਹਨਾਂ ਨੂੰ ਰੋਜ਼ ਇਸ ਤਰ੍ਹਾਂ ਦੇ ਲੋਕ ਮਿਲਦੇ ਨੇ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ, ਜਿਨ੍ਹਾਂ ਦੇ ਕੋਈ ਵਾਰਸ ਨਹੀਂ ਹੁੰਦੇ। ਜਦੋਂ ਇਹ ਉਹਨਾਂ ਤੱਕ ਸੰਪਰਕ ਕਰਦੇ ਨੇ ਤਾਂ ਉਹ ਮੁੱਕਰ ਜਾਂਦੇ ਨੇ ਕਿ ਇਹ ਤਾਂ ਅਸੀਂ ਤਾਂ ਇਹਨਾਂ ਨੂੰ ਜਾਣਦੇ ਹੀ ਨਹੀਂ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਇਹਨਾਂ ਨੇ ਸਾਨੂੰ ਗੱਲੀ ਬਾਤੀ ਉਹ ਗੱਲਾਂ ਦੱਸੀਆਂ ਜੋ ਸਮਾਜ ਦੇ ਵਿੱਚ ਵਾਪਰਦੀਆਂ ਨੇ, ਜਿਨ੍ਹਾਂ ਦਾ ਇਹਨਾਂ ਦੇ ਨਾਲ ਰੋਜ਼ ਸਾਹਮਣਾ ਹੁੰਦਾ ਹੈ। ਕੁਛ ਜੋ ਬਜ਼ੁਰਗ ਹੈਗੇ ਨੇ ਜੋ ਇਸ ਵੇਲੇ ਪ੍ਰਭ ਆਸਰਾ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਉਹਨਾਂ ਦੇ ਨਾਲ ਤੁਹਾਨੂੰ ਮਿਲਵਾਉਂਦੇ ਹਾਂ, ਅਤੇ ਉਹ ਕਿਸ ਤਰ੍ਹਾਂ ਉਹਨਾਂ ਦਾ ਜੀਵਨ ਰਿਹਾ, ਕਿਸ ਤਰ੍ਹਾਂ ਇੱਥੇ ਆਏ, ਕੀ ਕਾਰਨ ਰਹੇ, ਉਹ ਸਾਰਾ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਸੋ ਹਜ਼ਾਰਾਂ ਇਹੋ ਜਿਹੀਆਂ ਕਹਾਣੀਆਂ ਨੇ ਜੋ ਤੁਸੀਂ ਸ਼ਮਸ਼ੇਰ ਸਿੰਘ ਜੀ ਦੀ ਜ਼ੁਬਾਨੀ ਵੀ ਸੁਣੀਆਂ, ਅਤੇ ਹਜ਼ਾਰਾਂ ਇੱਥੇ ਬੇਸਹਾਰਾ ਬਜ਼ੁਰਗ, ਬੱਚੇ, ਔਰਤਾਂ, ਮਰਦ, ਜਿਨ੍ਹਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਖਦੇੜ ਦਿੱਤਾ ਗਿਆ, ਕੱਢ ਦਿੱਤਾ ਗਿਆ, ਜਾਂ ਕੁਛ ਮੁਸੀਬਤਾਂ ਦੇ ਮਾਰੇ ਹੋਏ ਜਿਨ੍ਹਾਂ ਨੂੰ ਮਜਬੂਰ ਹੋਣਾ ਪਿਆ ਕਿ ਉਹ ਇਹਨਾਂ ਬੇਸਹਾਰਿਆਂ ਲਈ ਜੋ ਘਰ ਬਣਾਏ ਗਏ ਨੇ ਉਹ ਇੱਥੇ ਆ ਕੇ ਰਹਿਣ। ਸੋ ਸਾਡੇ ਨਾਲ ਬਹੁਤ ਸਾਰੇ ਇੱਥੇ ਤੁਸੀਂ ਦੇਖ ਰਹੇ ਹੋ ਕਿ ਬਜ਼ੁਰਗ ਨੇ, ਬੇਸਹਾਰਾ ਲੋਕ ਨੇ, ਜਿਨ੍ਹਾਂ ਨੂੰ ਪ੍ਰਭ ਆਸਰਾ ਦੇ ਵਿੱਚ ਸਹਾਰਾ ਮਿਲਿਆ ਹੋਇਆ। ਸੋ ਗੱਲਬਾਤ ਕਰਦੇ ਆ। ਮਾਤਾ ਜੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਰਾਜ ਕੌਰ। ਕੀ ਗੱਲ ਇਹੋ ਜਿਹੀ ਹੋਈ ਕਿ ਤੁਹਾਨੂੰ ਇੱਥੇ ਆਉਣਾ ਪਿਆ? ਜੀ ਮੈਨੂੰ ਮਜਬੂਰੀ ਨਾਲ ਆਉਣਾ ਪਿਆ, ਬੱਚੇ ਰੱਖਦੇ ਨਹੀਂ। ਮੈਂ ਪਹਿਲਾਂ ਬੜੀ ਕੁੜੀ ਕੋਲ ਰਹਿੰਦੀ ਸੀ ਪੰਜਕੂਲੇ, ਕੁੜੀ ਇੱਥੇ ਵਿਆਹੀ ਵੀ ਆ ਪਟਿਆਲੇ, ਉਹ ਹੁਣ ਅਮਰੀਕਾ ਵਿੱਚ, ਬੱਚੇ ਅਮਰੀਕਾ ਵਿੱਚ। ਤੁਸੀਂ ਉਹਨਾਂ ਨੂੰ ਮੈਸੇਜ ਦਿਓ
ਵੀ ਮੈਨੂੰ ਕਿਉਂ ਨਹੀਂ ਰੱਖਦੇ ਤੁਸੀਂ ਰੱਖ ਲਓ ਵੀ ਮੈਂ ਅਮਰੀਕਾ ਵਾਲੇ ਮੇਰੇ ਸਾਰੇ ਕਾਗਜ਼ ਪੱਤਰ ਵੀ ਬਣਾਏ ਹੋਏ ਆ, ਫਿਰ ਬੈਂਕ ਦਾ ਖਾਤਾ ਵੀ ਖੁਲਾਇਆ ਹੋਇਆ, ਸਾਰਾ ਕੁਝ ਕਰਿਆ ਹੋਇਆ। ਮੇਰਾ ਬੜਾ ਦੋਤਾ ਕਹਿ ਕੇ ਗਿਆ ਤਾਂ ਜਾਂਦਾ ਹੋਇਆ। ਸਾਰੇ ਵੈਲ ਸੈਟਲਡ ਆ, ਅਮਰੀਕਾ ਦੇ ਵਿੱਚ ਰਹਿੰਦੇ, ਆਪਣੇ ਆਪਣੇ ਕਾਰੋਬਾਰ ਵਧੀਆ ਉਹਨਾਂ ਦੇ? ਹਾਂਜੀ, 2 ਪੜ੍ਹਦੇ ਆ ਬੱਚੇ, ਇੱਕ ਟਰੱਕ ਚਲਾਉਂਦਾ, ਦੋਤਾ ਬੜਾ, 2 ਪੜ੍ਹਦੇ ਆ, ਇੱਕ ਇੰਜੀਨੀਅਰ ਦਾ ਕੋਰਸ ਕਰਦਾ ਛੋਟਾ ਦੋਤਾ, ਕੁੜੀ ਦੰਦਾਂ ਦਾ ਕਰਦੀ ਹੈ ਜੀ। ਤੁਹਾਡੇ ਹਸਬੈਂਡ ਪਤੀ ਤੁਹਾਡੇ? ਉਹ ਤਾਂ ਜੀ ਇੱਥੇ ਐਕਸਪਾਇਰ ਹੋ ਗਏ ਜੀ, ਇੱਥੇ ਉਹ ਵੀ ਇੱਥੇ ਐਕਸਪਾਇਰ ਹੋ ਗਏ। ਸਾਰਾ ਕੁਝ ਜੋ ਵਾਪਰਦਾ ਉਹਨਾਂ ਦੇ ਜਾਣ ਤੋਂ ਬਾਅਦ ਵਾਪਰਦਾ ਹੈ? ਹਾਂਜੀ ਹਾਂਜੀ ਹਾਂਜੀ। ਪਹਿਲਾਂ ਅਸੀਂ ਪੰਜਕੂਲੇ ਰਹਿੰਦੇ। ਅੱਛਾ ਜੀ। ਹਾਂ, ਪਿੰਡ ਵੀ ਜਾਏ, ਬੱਚੇ ਮੁੰਡਾ ਆਪਣੇ ਸਾਡੇ ਘਰ ਰਹਿੰਦਾ। ਜਦੋਂ ਤੁਹਾਡੇ ਪਤੀ ਐਕਸਪਾਇਰ ਹੋ ਜਾਂਦੇ ਆ, ਉਹਨਾਂ ਤੋਂ ਬਾਅਦ ਫਿਰ ਤੁਹਾਨੂੰ ਕੀ ਕਿਹਾ ਜਾਂਦਾ ਘਰ ਦੇ ਵਿੱਚ ਵੀ ਤੁਸੀਂ ਨਹੀਂ ਰਹਿਣਾ, ਜਾਂ ਕੋਈ ਤੁਹਾਡਾ ਝਗੜਾ ਹੁੰਦਾ ਹੈ ਜਾਂ ਕੀ ਹੁੰਦਾ? ਜੀ ਕੁਛ ਨਹੀਂ ਹੋਇਆ ਹੈਗਾ, ਸਿਰਫ ਬਹੂ ਹੋਤੀ ਹੈ ਜੀ, ਹੋਰ ਮੁੰਡਾ ਤਾਂ ਮੇਰਾ ਕੁਛ ਨਹੀਂ ਕਹਿੰਦਾ। ਉਹਨਾਂ ਨੂੰ ਆਪੇ ਚਾਹੀਦਾ ਵੀ ਮੈਂ ਦੱਸੋ ਵੀ ਬੁਢਾਪਾ ਕਿੱਕ ਕੱਟੂਗੀ, ਬਹੁਤ ਮੁਸ਼ਕਿਲ ਆ। ਲੋਕਾਂ ਦੇ ਉੱਤੇ ਕਿੰਨੀਆਂ ਗੱਲਾਂ ਕਹਾਉਣੀਆਂ ਪੈਂਦੀਆਂ। ਚੰਗੇ ਭਲੇ ਕੰਮਕਾਰ ਹੋਣ ਦੇ ਬਾਵਜੂਦ ਵੀ ਤੁਹਾਨੂੰ ਕਹਿ ਦਿੱਤਾ ਕਿ ਤੁਸੀਂ ਘਰੋਂ ਚਲੇ ਜਾਓ। ਉਹ ਕੀ ਕਰ ਸਕਦੀ, ਮੈਂ ਵੀ ਕੀ ਕਰ ਸਕਦੀ। ਮੈਂ ਘਰ 'ਤੇ ਹੀ 2 ਭਈਆਂ ਦੇ ਘਰ ਰਹਿੰਦੇ, ਸਾਡੇ ਘਰ ਮੁੰਡਾ ਆਪਣੀ ਸਾਲੀ ਦੇ ਘਰ ਰਹਿੰਦਾ। ਮੁੰਡਾ ਤਾਂ ਮੇਰੇ ਟੈਨਸ਼ਨ ਲੈਂਦਾ, ਪਰ ਮੈਂ ਹੁਣ ਕੀ ਕਰ ਸਕਦੀ। ਕਦੇ ਤੁਹਾਨੂੰ ਮਿਲਣ ਆਉਂਦੇ ਇੱਥੇ ਬੱਚੇ ਤੁਹਾਡੇ? ਨਾ ਨਾ, ਆਏ ਨਹੀਂ ਹੈਗੇ, ਬਿਲਕੁਲ ਨਹੀਂ ਆਉਂਦੇ, ਬਿਲਕੁਲ ਨਹੀਂ ਆਉਂਦੇ। ਮੈਂ ਤਾਂ ਆਪਣਾ ਟਰੰਕ ਚੱਕਿਆ, ਟੈਂਪੂ ਵਾਲੇ ਨੇ ਸੁਨੇਹਾ ਦੇ ਦਿੱਤਾ ਪੰਚਾਇਤ ਦਾ ਕਾਗਜ਼ ਬਣਿਆ ਨਾ ਕੰਦੋਲਾ ਪਿੰਡ ਚਮਕੌਰ ਸਾਹਿਬ ਕੋਲ। ਬਸ ਜੀ ਮੈਂ ਆ ਗਈ, ਉਹਨਾਂ ਨੇ ਮੈਨੂੰ ਭੇਜਤਾ ਪੰਚਾਇਤ ਦਾ ਕਾਗਜ਼ ਬਣਾ ਕੇ। ਪੰਚਾਇਤ ਨੇ ਭੇਜਿਆ ਤੁਹਾਨੂੰ? ਪੰਚਾਇਤ ਨੇ ਫਿਰ ਤੁਹਾਨੂੰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਤੁਹਾਡੇ ਬੇਟੇ ਨੇ ਜਾਂ ਕੋਈ ਦੋਤੇ ਨੇ? ਉੱਥੇ ਜੀ ਇੱਥੇ ਕੋਈ ਵੀ ਨਹੀਂ ਹੈਗੇ ਇੱਥੇ। ਨਹੀਂ, ਉਸ ਤੋਂ ਬਾਅਦ ਤਾਂ ਉਹਨਾਂ ਨੂੰ ਪਤਾ ਲੱਗਿਆ ਹੋਏਗਾ ਨਾ ਕਿ ਤੁਸੀਂ ਕਿੱਥੇ ਹੋ। ਤੁਸੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ? ਮੈਨੂੰ ਜੀ 2 ਸਾਲ ਲੱਗ ਗਿਆ। 2 ਸਾਲ ਦੇ ਵਿੱਚ ਕਿਸੇ ਨੇ ਪਤਾ ਕਰਨ ਦਾ ਕੋਈ ਯਤਨ ਨਹੀਂ ਕੀਤਾ? ਤੁਹਾਡੇ ਜਿਹੜੇ ਦੋਤੇ ਆ ਜਿਨ੍ਹਾਂ ਨੂੰ ਤੁਸੀਂ ਭੇਜਿਆ ਪਾਲ ਕੇ, ਉਹਨਾਂ ਨੇ ਵੀ ਨਹੀਂ ਤੁਹਾਨੂੰ ਪੁੱਛਿਆ ਅਮਰੀਕਾ ਤੋਂ ਰਹਿੰਦੇ ਹੋਏ ਵੀ ਚੰਗੇ ਭਲੇ? ਨਾ ਜੀ, ਕਿਸੇ ਨੇ ਨਹੀਂ ਪੁੱਛਿਆ, ਕਦੇ ਫੋਨ ਵੀ ਨਹੀਂ ਆਇਆ, ਉਰੇ ਇਹਨਾਂ ਕੋਲ ਵੀ ਨਹੀਂ ਆਇਆ। ਇੱਥੇ ਹੀ ਉਹਦਾ ਸਹੁਰਾ ਰਹਿੰਦਾ, ਕੁੜੀ ਦਾ ਇਕੱਲਾ ਹੀ ਇੱਥੇ ਆ, ਸੱਸ ਹੈ ਨਹੀਂ। ਸੋ ਦੇਖੋ ਕਿ ਕਿਸ ਤਰ੍ਹਾਂ ਬੱਚੇ ਵੀ ਸੈਟਲਡ ਆ, ਅੱਗੇ ਦੋਤੇ ਵੀ ਅਮਰੀਕਾ ਦੇ ਵਿੱਚ, ਪਰ ਫਿਰ ਵੀ ਮਾਤਾ ਜੀ ਨੂੰ ਇਸ ਆਸ਼ਰਮ ਦੇ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਤੇ ਹਾਲ ਵੀ ਨਹੀਂ ਪੁੱਛਿਆ ਜਾਂਦਾ। ਹਾਲਾਂਕਿ ਪੰਚਾਇਤੀ ਕਾਗਜ਼ ਲੈ ਕੇ ਇਹ ਇੱਥੇ ਆਉਂਦੇ ਨੇ, ਪਰ ਫਿਰ ਵੀ ਉਸ ਤੋਂ ਬਾਅਦ ਵੀ ਕੋਈ ਪੁੱਛ ਪੜਤਾਲ ਲਈ ਨਹੀਂ ਆਉਂਦਾ। ਹੋਰ ਵੀ ਸਾਡੇ ਨਾਲ ਬਜ਼ੁਰਗ ਨੇ, ਗੱਲਬਾਤ ਕਰਦੇ ਆ। ਮੈਨੂੰ ਮਿਲ ਕੇ ਜਾਣ, ਆਉਣ ਅਮਰੀਕਾ ਤੇ ਮੈਨੂੰ ਲੈ ਕੇ ਜਾਣ ਨਾਲ। ਮੈਂ ਹਾਂਗਕਾਂਗ ਤਾਂ 2 ਵਾਰ ਜਾਇਆ ਹੀ। ਅੱਛਾ, ਤੁਸੀਂ ਜਾ ਕੇ ਵੀ ਆਏ ਹੋ ਬਾਹਰ? ਹਾਂ, ਹਾਂਗਕਾਂਗ 2 ਵਾਰ ਜਾਇਆ ਹੀ ਜੀ, 2 ਵਾਰ ਜਾਈ ਹਾਂਗਕਾਂਗ। ਉਦੋਂ ਤੁਹਾਨੂੰ ਕੌਣ ਲੈ ਕੇ ਗਿਆ ਸੀ? ਕੁੜੀ ਨੇ ਬੁਲਾਇਆ ਤਾਂ ਮੇਰੀ ਜੀ ਜਵਾਈ ਨੇ। ਹੁਣ ਨਹੀਂ ਫਿਰ ਉਹ ਬੁਲਾਉਂਦੇ? ਹਾਂ, ਹੁਣ ਤਾਂ ਜਦ ਤਾਂ ਲੋੜ ਤੀ ਬੱਚਾ ਹੋਇਆ ਤਾਂ, ਕੁੜੀ ਦੇ ਲਟਕਾ ਹੋਇਆ ਤਾਂ ਮੇਰੇ ਕੋਲ ਰਹੇ ਆ। ਖੁਦ 2 ਸਾਲ ਪਿੰਡ ਵੀ ਰਹੇ ਆ, ਪੰਜਕੂਲੇ 12 ਸਾਲ ਲਾਏ ਅਸੀਂ। ਤੁਸੀਂ ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਫਿਰ, ਕਿ ਜਦੋਂ ਤੁਹਾਨੂੰ ਘਰੋਂ ਆਉਣਾ ਪਿਆ? ਮੈਂ ਕਿਹਾ ਤਾਂ ਕੁੜੀ ਨੇ ਵੀ ਮੈਨੂੰ ਆਪਣੇ ਕੋਲ ਲੈ ਜਾ, ਜਿੱਥੇ ਤੂੰ ਰਹਿੰਦੀ ਹੈ, ਚਾਹੇ ਬਾਹਰ ਆ ਚਾਹੇ ਇੱਥੇ ਆ, ਮੈਨੂੰ ਦੇ ਕੇ ਮੈਨੂੰ ਪਤਾ ਹੀ ਨਹੀਂ ਜੀ ਕਿੱਥੇ ਚਲੀ। ਕੀ ਜਵਾਬ ਦਿੱਤਾ ਫਿਰ ਉਹਨਾਂ ਨੇ? ਹਾਂ, ਕਹਿੰਦੇ ਹੁਣ ਮੈਂ ਨਹੀਂ ਤੈਨੂੰ ਜਾ ਸਕਦੀ ਨਾਲ। ਮੇਰੇ ਦੋਤਾ ਤਾਂ ਬੜਾ ਕਹਿੰਦਾ, ਤਾਂ ਮੈਂ ਫੋਨ ਕਰਿਆ ਤਾਂ ਕਹਿੰਦਾ ਨਾਨੀ ਮੈਂ ਬਾਹਰ ਦੂਰ ਹਾਂ। ਮੈਂ ਮੈਨੂੰ ਬੁਲਾ ਲਾ, ਜੇ ਮੈਂ ਪਹਿਲਾਂ ਬਾਹਰ ਜਾਏ ਹੁਣ ਵੀ ਤਾਂ ਜਾ ਸਕਦੀ ਹਾਂ। ਹਾਂਜੀ। ਸੋ ਸਾਡੇ ਸਮਾਜ ਦੇ ਲਈ ਬੜੀ ਸ਼ਰਮ ਦੀ ਗੱਲ ਹੈ, ਜਦੋਂ ਉਹਨਾਂ ਨੂੰ ਲੋੜ ਪੈਂਦੀ ਆ ਤਾਂ ਉਹ ਮਾਤਾ ਜੀ ਉਹਨਾਂ ਦੀ ਸੇਵਾਵਾਂ ਲਈ ਹਾਜ਼ਰ ਹੁੰਦੇ ਨੇ। ਜਦੋਂ ਬੱਚਿਆਂ ਦੇ ਜਨਮ ਦੇ ਸਮੇਂ ਧੀ ਨੂੰ ਲੋੜ ਪੈਂਦੀ ਆ ਤਾਂ ਉਦੋਂ ਤੁਸੀਂ ਉੱਥੇ ਜਾਂਦੇ ਹੋ ਹਾਂਗਕਾਂਗ? ਹਾਂਜੀ, 2 ਵਾਰ ਜਾਏ। ਜਦੋਂ ਲੋੜ ਉਹਨਾਂ ਨੂੰ ਪੈਂਦੀ ਆ ਤਾਂ ਇਹ ਉਹਨਾਂ ਦੇ ਨਾਲ ਖੜਦੇ ਨੇ, ਪਰ ਅੱਜ ਜਦੋਂ ਇਹਨਾਂ ਨੂੰ ਲੋੜ ਆ ਆਪਣੇ ਬੁਢਾਪੇ ਦੇ ਵਿੱਚ ਸਹਾਰਾ ਇਹਨਾਂ ਨੂੰ ਚਾਹੀਦਾ ਹੈ ਤਾਂ ਇਹਨਾਂ ਦੇ ਨਾਲ ਕੋਈ ਖੜਾ ਨਹੀਂ ਹੁੰਦਾ। ਮਾਤਾ ਬੱਚੇ ਮੈਂ ਆਪਣੇ ਕੋਲ ਵੀ ਰੱਖੇ ਆ ਜੀ, 2 ਸਾਲ ਰੱਖੇ ਆ ਆਪਣੇ ਕੋਲ। ਫਿਰ ਪੰਜਕੂਲੇ ਮੈਂ ਤੋਰਿਆ ਆਪਣੇ ਘਰ ਤੇ, ਉੱਥੋਂ ਕੁੜੀ ਨੂੰ 5 ਕਿੱਲੇ ਵੀ ਦਿੱਤੇ ਵੇਚ ਕੇ। ਸੋ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਦੇਖੋ ਬਜ਼ੁਰਗਾਂ ਦੀ ਅੱਜ ਹਾਲਤ ਕੀ ਆ। 5 ਕਿੱਲੇ ਵੇਚ ਕੇ ਬੇਟੀ ਨੂੰ ਦਿੱਤੇ ਆ, ਦੋਤਿਆਂ ਨੂੰ ਵੀ ਪਾਲਿਆ ਹੈ, ਪੁੱਤਰਾਂ ਦਾ ਵੀ ਕੀਤਾ, ਪਰ ਫਿਰ ਵੀ ਅੱਜ ਮਜਬੂਰ ਨੇ ਇੱਥੇ ਰਹਿਣ ਲਈ। ਮਾਤਾ ਜੀ ਤੁਹਾਡਾ ਕੀ ਨਾਂ ਹੈ ਜੀ? ਪੱਕੀ ਦੋ ਜੀ। ਕੁਲਦੀਪ ਕੌਰ। ਅੱਛਾ ਜੀ, ਕੁਲਦੀਪ ਕੌਰ। ਕੁਲਦੀਪ ਕੌਰ ਜਾਣ ਮੈਨੂੰ। ਜੀ ਜ਼ਰੂਰ। ਅਸੀਂ ਬੇਨਤੀ ਕਰਦੇ ਹਾਂ ਕਿ ਮਾਤਾ ਜੀ ਤੁਸੀਂ ਆਪਣੇ ਕੋਲ ਕਹਿ ਦਿਓ ਕੀ ਕਹਿਣਾ ਚਾਹੁੰਦੇ। ਤੇ ਮੈਨੂੰ ਬੇਟਾ ਤੁਸੀਂ ਲਿਜਾਓ ਇੱਥੇ ਤੇ, ਮੇਰਾ ਬੁਰਾ ਹਾਲ ਹੈ ਇੱਥੇ, ਮਾੜਾ ਹਾਲ ਹੈ, ਮੈਨੂੰ ਲਿਜਾਓ।
ਮੇਰੇ ਦੋਤੇ ਨੇ ਪਰਮਵੀਰ, ਵੱਡੇ ਨੂੰ ਪਰਮਵੀਰ। ਤੁਸੀਂ ਤੁਹਾਡਾ ਇੱਥੇ ਦੇਖ ਰੇਖ ਕਿੱਦਾਂ ਹੁੰਦੀ? ਸਾਰੇ ਵਧੀਆ ਕੇਅਰ ਕਰਦੇ ਆ? ਹਾਂਜੀ ਹਾਂਜੀ, ਅਸੀਂ ਤੁਰਦੇ ਫਿਰਦੇ, ਆਪਣੇ ਕੱਪੜੇ ਆਪ ਧੋਨੇ, ਸਭ ਕੁਝ ਆਪਣਾ ਆਪ ਕਰਦੇ। ਹਾਂਜੀ, ਵਧੀਆ ਖਾਣਾ ਮਿਲਦਾ ਇੱਥੇ ਦਾ ਪ੍ਰਬੰਧ ਕਿੱਦਾਂ ਦਾ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ, ਹਰੇਕ ਚੀਜ਼ ਮਿਲਦੀ ਸਾਨੂੰ ਖਾਣਾ ਹੀ। ਹਾਂਜੀ, ਪੈਨਸ਼ਨ ਵੀ ਲੱਗੀ ਹੋਈ ਪੰਜਕੂਲੇ ਦੀ। ਮੈਂ ਵੀਰ ਜੀ ਨੂੰ ਕਿਹਾ, ਮੈਂ ਸਾਨੂੰ ਪੈਨਸ਼ਨ ਦਵਾ ਕੇ ਲਿਆਓ। ਬਹੁਤ ਪੈਨਸ਼ਨ 2500 ਹੋ ਗਈ ਪੰਜਕੂਲੇ ਦੀ ਪੈਨਸ਼ਨ। ਤੁਹਾਨੂੰ ਲੱਗਦਾ ਜਿੱਦਾਂ ਤੁਸੀਂ ਅਪੀਲ ਕਰਦੇ ਹੋ ਕਿ ਤੁਸੀਂ ਮੈਨੂੰ ਲੈ ਕੇ ਜਾਓ, ਤੇ ਫਿਰ ਤੁਹਾਡੀ ਉਹ ਕਦਰ ਕਰਨਗੇ? ਬੜਾ ਦੋਤਾ ਤਾਂ ਬਹੁਤ ਕਰਦਾ, ਮੈਂ ਉਹ ਪਾਲੇ ਮੇਰੇ ਕੋਲ ਰਹਿੰਦਾ, ਤਾਂ ਉਹ ਛੋਟੇ ਵੀ ਮੇਰੇ ਕੋਲੇ ਰਹੇ, ਪਿੰਡ ਕੰਦੋਲਾ ਚਮਕੌਰ ਸਾਹਿਬ ਕੋਲ। ਫਿਰ ਜਦੋਂ ਤੁਸੀਂ ਉਹਨਾਂ ਨੂੰ ਕਾਲ ਕਰਦੇ ਹੋ ਕਿ ਮੈਨੂੰ ਲੈ ਕੇ ਜਾ, ਵੱਡੇ ਦੋਤੇ ਨਾਲ ਤੁਹਾਡੀ ਗੱਲ ਹੁੰਦੀ ਆ ਤਾਂ? ਨਹੀਂ ਹੋਈ ਜੀ, ਖਾਸੀ ਦੇਰ ਹੋ ਗਈ ਜਾਂ ਮੈਂ ਪੰਜਕੂਲੇ ਤੇ ਜੱਦੀ ਹੋਈ ਵੀ ਮੁੜ ਕੇ ਨਹੀਂ ਹੋਈ। ਇੱਕ ਵਾਰ ਕਰੀਏ, ਮੈਂ ਉਹਨੂੰ ਮੈਂ ਕਿਹਾ ਇੱਕਣ ਕਰਕੇ ਮੈਨੂੰ, ਭਾਈ ਤੁਸੀਂ ਕਾਹਤੇ ਛੱਡ ਗਏ? ਠੀਕ ਹੈ ਨੀ ਜੀ, ਮੈਂ ਕਿਹਾ ਮੈਨੂੰ ਆਪਣੇ ਨਾਲ ਲਿਜਾਓ। ਤੇ ਉਹਨਾਂ ਨੇ ਕੀ ਕਿਹਾ? ਉਹ ਕਹਿੰਦਾ ਵੀ ਨਾਨੀ ਮੈਂ ਦੂਰ ਹਾਂ, ਮੈਂ ਕੀ ਕਰ ਸਕਦਾ, ਉਰੇ ਤਾਂ ਆਉਂਦੇ ਨਹੀਂ ਹੈਗੇ, ਦਾਦੇ ਕੋਲ ਬਣੇ ਕੋ ਘੱਟੇ ਆਉਂਦੇ। ਉਹਨਾਂ ਦੇ ਪਾਪਾ ਹੀ ਕਿਤੇ ਗੇੜਾ ਮਾਰਦਾ। ਉਹਨਾਂ ਨੂੰ ਚਾਹੀਦਾ ਜੀ ਮੈਨੂੰ ਮੇਰਾ ਕੋਈ ਇੰਤਜ਼ਾਮ ਕਰਨ, ਬਸ ਮੇਰੀ ਇਹੀ ਖੁਆਇਸ਼ ਹੈ। ਸੋ ਜੇਕਰ ਇਹਨਾਂ ਦੇ ਪਰਿਵਾਰਕ ਮੈਂਬਰ ਦੇਖ ਰਹੇ ਆ ਤਾਂ ਅਸੀਂ ਅਪੀਲ ਕਰਦੇ ਉਹਨਾਂ ਨੂੰ ਕਿ ਬਜ਼ੁਰਗਾਂ ਨੂੰ ਜ਼ਰੂਰ ਆਪਣੇ ਨਾਲ ਤੁਸੀਂ ਰੱਖੋ, ਤੇ ਉਹਨਾਂ ਦਾ ਹੱਕ ਬਣਦਾ ਹੈ। ਉਹਨਾਂ ਦਾ ਇਸ ਉਮਰ ਦੇ ਵਿੱਚ ਉਹਨਾਂ ਨੂੰ ਇੱਥੇ ਰਹਿਣਾ ਉਹਨਾਂ ਦਾ ਤੁਹਾਡੇ ਲਈ ਸ਼ਰਮ ਦੀ ਗੱਲ ਹੈ। ਮਾਤਾ ਜੀ, ਤੁਹਾਡੀ ਕੀ ਤੁਸੀਂ ਇਸ ਤਰ੍ਹਾਂ ਕਿ ਇੱਥੇ ਕਿੱਦਾਂ ਆਏ ਸੀ? ਮੈਂ ਤਾਂ ਪੁੱਤ ਗਿਰ ਗਈ ਸੀ। ਇਹ ਮੇਰੇ ਆਪਰੇਸ਼ਨ ਹੋਇਆ ਵਾ ਅੱਛਾ ਜੀ। ਚੂਲੇ ਦਾ, ਤੇ ਮੈਨੂੰ ਕੋਈ ਪਤਾ ਨਹੀਂ। ਮੈਨੂੰ ਛੱਡ ਲੈ ਕੇ ਆਇਆ ਮੁੰਡਾ ਪੜੋਸੀਆਂ ਦਾ, ਵੀ ਕਿਤਨਾ ਲਿਆਇਆ, ਗੱਡੀ 'ਚ ਛੱਡ ਗਿਆ ਕਿ ਮੈਨੂੰ ਕੋਈ ਪਤਾ ਨਹੀਂ। ਪੁੱਤ ਮੈਂ ਬੇਬਸ ਜ਼ਿਆਦਾ ਸੀਗੀ। ਤੁਸੀਂ ਆਪਣੇ ਘਰ ਦੇ ਵਿੱਚ ਗਿਰ ਗਏ ਸੀ? ਨਹੀਂ, ਮੈਂ ਬਾਹਰ ਗਿਰੀ ਸੀ, ਕਿਸੇ ਦੇ ਘਰਾਂ ਗਿਰੀ ਸੀ। ਉਹਨਾਂ ਨੇ ਮਕਾਨ ਕੋਠੀ ਬਣਾਈ ਸੀ, ਤੇ ਰਗੜਾਈਆਂ ਹੋ ਰਹੀਆਂ ਸੀ। ਉਹਨਾਂ ਨੇ ਇੱਟਾਂ ਰੱਖੀਆਂ ਸੀ, ਮੈਂ ਹੋ ਗਈ, ਮੇਰਾ ਪੈਰ ਜਿਹੜਾ ਆਹ ਵਾਲਾ ਸੱਜਾ, ਇਹ ਇੱਟ ਤੋਂ ਹੋ ਗਿਆ। ਇਸ ਤਰ੍ਹਾਂ ਮੈਂ ਇਸ ਗਿਰ ਗਈ, ਮੇਰਾ ਕਿ ਝੂਲਾ ਕਰੈਕ ਹੋ ਗਿਆ। ਬੱਚੇ ਕਿੰਨੇ ਹੈਗੇ ਤੇ ਮੇਰਾ ਕੋਈ ਵੀ, ਤੁਹਾਡਾ ਕੋਈ ਬੱਚਾ ਨਹੀਂ ਹੈ? ਤੇ ਪਤੀ? ਉਹ ਵੀ ਪੂਰੇ ਹੋ ਗਏ, 7 ਸਾਲ ਹੋ ਗਏ ਆ। ਅੱਛਾ, ਘਰ ਦੇ ਵਿੱਚ ਹੋਰ ਕੋਈ ਹੈ ਨਹੀਂ ਸੀ? ਅੱਛਾ ਜੀ। ਫਿਰ ਤੁਹਾਨੂੰ ਜਿਹੜੇ ਗਵਾਂਢੀ ਸੀ ਤੁਹਾਡੇ, ਜਾਂ ਉਹ ਇੱਥੇ ਛੱਡ ਗਏ? ਛੱਡ ਗਏ, ਹਾਂ। ਮੁੰਡਾ ਚਰਾ ਆ ਲਿਆ 2 ਵਾਰੀ ਲੈਣ ਵਾਸਤੇ ਹੀ, ਪਤਾ ਨਹੀਂ ਕਿਆ ਗੱਲ, ਮੁੜ ਕੇ ਉਹਨੇ ਆਉਣਾ ਸੀ, ਆਇਆ ਕੋਈ ਧੀ ਵੀ ਨਹੀਂ ਹੈਗੀ? ਕੋਈ ਬੱਚਾ ਨਹੀਂ ਸੀ? ਮੇਰਾ ਨਾ ਸੌਰੀ ਸੀ ਮੇਰੇ ਬੱਚੇਦਾਨੀ ਜੀ, ਮੇਰੀ ਡਾਕਟਰਾਂ ਨੇ ਬੱਚੇਦਾਨੀ ਕੱਢ ਦਿੱਤੀ PGI ਵਾਲਿਆਂ ਨੇ। ਫਿਰ ਬੱਚਾ ਕਿੱਥੋਂ ਹੋਣਾ ਸੀਗਾ? ਇਹ ਮੇਰੀ ਹਾਂ। ਸੋ ਇਹ ਬਹੁਤ ਪ੍ਰਸ਼ੰਸਾ ਦੇ ਪਾਤਰ ਨੇ ਇਹ ਸੰਸਥਾਵਾਂ ਜਿਹੜੀਆਂ ਇਹਨਾਂ ਬਜ਼ੁਰਗਾਂ ਨੂੰ ਸਾਂਭ ਰਹੀਆਂ ਨੇ, ਜਦੋਂ ਕਿ ਇਹ ਫਰਜ਼ ਮਾਤਾ ਜੀ ਸਰਕਾਰਾਂ ਦਾ ਫਰਜ਼ ਨਹੀਂ ਹੈ? ਕੀ ਲੱਗਦਾ ਤੁਹਾਨੂੰ, ਸਰਕਾਰਾਂ ਦਾ ਨਹੀਂ ਫਰਜ਼ ਕਿ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੈ ਉਹਨਾਂ ਲਈ ਸਰਕਾਰ ਕੁਝ ਕਰੇ? ਕਰ ਸਕਦੇ ਆ, ਕਰੇ ਆਹੀ ਪੈਨਸ਼ਨਾਂ ਲਾਈਆਂ ਉਹਨਾਂ ਨੇ, ਬਸ ਪੈਨਸ਼ਨਾਂ ਵੀ ਮੁੜ ਕੇ ਕਿੱਥੇ ਲੈਣ ਜਾ ਹੋਇਆ, ਨਾ ਕਢਾ ਹੋਈ ਆ। 2 ਸਾਲ, ਮੈਨੂੰ 1 ਸਾਲ 2 ਮਹੀਨੇ ਹੋ ਗਏ ਇੱਥੇ ਆਈ ਨੂੰ। ਇਹ ਮੇਰੇ ਤੇ 1 ਮਹੀਨਾ ਪਹਿਲਾਂ ਆਏ ਹਾਂ। ਹਾਂਜੀ, 1 ਮਹੀਨਾ ਪਹਿਲਾਂ ਆਏ ਹਾਂ। ਮੇਰੇ ਤੇ ਭੈਣ ਮਨ ਬੜਾ ਕਰਦੀ ਆ, ਆਪਣੇ ਮੇਰੇ ਨਾਲ ਪਿਆਰ ਹੈ ਜੀ। ਆਪਸ ਵਿੱਚ ਹੁਣ ਤੁਹਾਡਾ ਇੱਥੇ ਪਰਿਵਾਰਕ ਮਾਹੌਲ ਕਿੱਦਾਂ ਦਾ ਹੈ? ਤੁਸੀਂ ਹੁਣ ਜਿੱਦਾਂ ਤੁਸੀਂ ਕਹਿੰਦੇ ਹੋ ਤੁਸੀਂ ਜਾਣਾ ਚਾਹੁੰਦੇ ਹੋ, ਹੈ ਨਾ? ਹਾਂਜੀ। ਇੱਕ ਤਾਂ ਉਹ ਰਿਸ਼ਤੇ ਆ ਜਿਨ੍ਹਾਂ ਨੇ ਤੁਹਾਨੂੰ ਦੁਰਕਾਰਤਾ, ਹੈ ਨਾ, ਆਪਣੇ ਕੋਲ ਨਹੀਂ ਰੱਖਿਆ, ਤੇ ਹੁਣ ਇੱਕ ਇਹ ਰਿਸ਼ਤੇ ਆ ਜਿਨ੍ਹਾਂ ਦੇ ਨਾਲ ਇੱਥੇ ਤੁਹਾਡਾ ਪਿਆਰ ਪਿਆ ਹੋਇਆ। ਫਿਰ ਤੁਸੀਂ ਉੱਥੇ ਤਾਂ ਚੱਲ ਜਾਓਗੇ ਇਹਨਾਂ ਕੋਲ, ਫਿਰ ਇਹਨਾਂ ਨੂੰ ਨਹੀਂ ਮਿਸ ਕਰੋਗੇ? ਕਰੂੰਗੇ ਜੀ, ਕਰੂੰਗੇ। ਮੈਂ ਤਾਂ ਇਹਨੂੰ ਕਹਿੰਦੀ ਹਾਂ, ਹਾਂ ਪੁੱਛ ਲਓ, ਬੈਠੀ ਕੋਲ, ਮੈਂ ਤਾਂ ਇਹਦਾ ਬਾਹੋ ਕਰਦੀ ਹਾਂ। ਆਪਣੇ ਕੋਲ ਰੱਖ ਲੂੰਗੀ, ਚੱਲ ਗਈ ਆਪਾਂ, ਮੈਂ ਪੁੱਛ ਲਈ ਵੀ, ਕਹਿੰਦੀ ਮੈਂ ਆਪਣੇ ਕੋਲ ਰੱਖ ਲੂੰਗੀ ਤੈਨੂੰ। ਕੋਈ ਕੱਪੜਾ ਧੋਣੇ ਵਾਲਾ ਮੈਨੂੰ ਦੇ ਦੇ, ਮੈਂ ਧੋ ਦੂੰਗੀ। ਪੁੱਛ ਲਓ 5-6 ਮਹੀਨੇ ਹੋ ਗਏ ਜਿੱਦਾਂ ਦਾ ਆਪਰੇਸ਼ਨ ਹੋਇਆ, ਮੈਂ ਇਹਨੂੰ ਕਿਹਾ ਵਾ ਮੈਂ ਧੋਉਂਗੀ ਤੇਰੇ ਕੱਪੜੇ। ਹਾਂ ਹਾਂਜੀ, ਇਹਨਾਂ ਨੇ ਵਿਚਾਰਿਆਂ ਨੇ ਕਰਵਾਇਆ। ਜੁਗ ਜੁਗ ਇਹਨਾਂ ਨੂੰ ਪ੍ਰਮਾਤਮਾ ਬਹੁਤ ਦੇਵੇ, ਇਹਨੂੰ ਸ਼ਮਸ਼ੇਰ ਨੂੰ ਇੰਨਾ ਦੇਵੇ ਪ੍ਰਮਾਤਮਾ ਮੇਰਾ, ਜਿੰਨੇ ਮੇਰੇ ਤੇ ਪੈਸਾ ਲਾਇਆ, ਇਹਨੇ ਲਾਇਆ ਪੈਸਾ। ਸੋ ਸਾਡੇ ਨਾਲ ਹੋਰ ਵੀ ਇੱਥੇ ਬਜ਼ੁਰਗ ਨੇ, ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਤੁਹਾਡੇ? ਫਾਈਨ। ਤੁਸੀਂ ਇੰਗਲਿਸ਼ 'ਚ ਗੱਲ ਕਰ ਰਹੇ ਹੋ, ਕਿੰਨੇ ਪੜ੍ਹੇ ਲਿਖੇ ਹੋ? BA ਕੀਤੀ ਹੋਈ ਹੈ? ਅੱਛਾ जी। मनदीप हैरी, यू नो इट, कारगिल की लड़ाई में पूरा हो गया था। अच्छा। मनदीप हैरी, माई सिस्टर्स सन। ओके, अच्छा जी। ਤੁਹਾਡੇ ਬੱਚे? ओनली 1 बेबी, फीमेल, और शी इज़ नॉट गुड। अच्छा जी। ਤੁਹਾਡੇ ਹਸਬੈਂਡ? और ही इज़ ऑल्सो नॉट गुड। ਅੱਛਾ ਜੀ। ਕੀ ਕਾਰਨ ਹੋ ਜਾਂਦਾ ਹੈ ਕਿ ਤੁਹਾਨੂੰ ਘਰ ਛੱਡਣਾ ਪੈਂਦਾ, ਇੱਥੇ ਆਉਣਾ ਪੈਂਦਾ?
She beat me. My daughter beat me fastly. Then I don't tolerate it. Everybody come and say, don't beat, don't beat. She never mind. ਕੁੱਟਮਾਰ ਕਰਦੇ ਆ ਤੁਹਾਡੇ ਨਾਲ? बहुत ज़्यादा करती है वो। फिर मैंने करते करते इवन देन मेरे को किसी ने बोला वहाँ जाओ, मेरे को नाम नहीं आता। कहते आंटी पूछ पूछ के पहुँच जाओगे, बहुत अच्छा है उधर, आप जाओ तो सही। फिर मैं इधर से जलंधर से चढ़ा, तो उधर से पहले चंडीगढ़ 185 टिकट का लगा, तो फिर वहाँ स्टे किया रात को। वो कहते आंटी सुबह आप मोहाली ना मैं इधर कभी आया नहीं ना मोहाली। ਮਾਤਾ ਜੀ ਅਸੀਂ ਸੁਣਦੇ ਹਾਂ ਕਿ ਪੁੱਤ ਕਪੁੱਤ ਹੋ ਜਾਂਦੇ ਆ, ਜਾਂ। ਪੁੱਤ ਮਾਵਾਂ ਦੀ ਪਰਵਾਹ ਨਹੀਂ ਕਰਦੇ, ਪਰ ਧੀਆਂ ਦਾ ਵੀ ਇਸ ਤਰ੍ਹਾਂ ਦਾ ਹਾਲ ਹੈ? ਪਹਿਲੀ ਵਾਰੀ वो पता नहीं क्यों उसका माइंड ना वो हो गया जैसे ये है। ये हो गया, उसके बेबी हुआ था बेटा। ਫਿਰ ਜਿਨ੍ਹਾਂ ਨੇ ਅੱਜ ਤੁਹਾਨੂੰ ਇੱਥੇ ਭੇਜਤਾ ਉਹਨਾਂ ਤੇ ਵੀ ਤਾਂ ਕੱਲ੍ਹ ਇਦਾਂ ਦਾ ਸਮਾਨ ਹੈ, ਉਹਨਾਂ ਨੂੰ ਫਿਰ ਉਹ ਕਿੱਥੇ ਜਾਣਗੇ? ਉਹ ਜਿੱਥੇ ਮਰਜੀ ਜਾਣ, ਮੈਨੂੰ ਤਾਂ ਉਹਨਾਂ ਨੇ ਸੁਜੈਸਟ ਕੀਤਾ। ਤੁਹਾਡੇ ਬੱਚਿਆਂ ਨੇ ਤੁਹਾਨੂੰ ਕਿਹਾ ਕਿ ਇੱਥੇ ਜਾਓ? ਨਾ ਨਾ ਨਾ, ਮੈਨੂੰ ਬੱਚਿਆਂ ਨੇ ਕਿਸੇ ਨੇ ਨਹੀਂ ਕਿਹਾ, ਮੈਂ ਤਾਂ ਆਪਣੇ ਉਹਨਾਂ ਦੇ ਕਹਿਣ 'ਤੇ ਤੁਰ ਪਈ। ਫਿਰ ਜੋ ਕੁਛ ਸੀਗਾ, ਜੋ ਮੇਰੇ ਕੋਲ ਲਿਆ ਹੁੰਦਾ ਸੀ ਮੈਂ ਲੈ ਆਉਂਦਾ, ਮੈਂ ਸਭ ਛੱਡ ਕੇ ਆ ਗਈ ਸਭ ਕੁਛ। ਕਿਰਾਏ 'ਤੇ ਹੀ ਰਹਿੰਦੇ ਸੀ, ਐਵੇਂ ਤੁਹਾਨੂੰ ਕਹੀਏ ਕਿਰਾਏ 'ਤੇ ਰਹਿੰਦੇ ਸੀ। ਬਸ ਉੱਥੋਂ ਫਿਰ ਮੋਹਾਲੀ ਤੋਂ ਪਤਾ ਨਹੀਂ ਕਿੱਥੇ ਉਹਨਾਂ ਨੇ ਭੇਜਿਆ। ਫਿਰ ਉੱਥੋਂ ਪੁੱਛ ਕੇ ਹਾਲੇ 2 ਮਹੀਨੇ ਹੋਣੇ ਆ ਇਸ ਸਟਾਈ ਨੂੰ, ਹਾਲੇ ਮੈਨੂੰ। ਤੇ ਕਦੀ ਉਹਨਾਂ ਨੇ ਫਿਰ ਯਤਨ ਨਹੀਂ ਕੀਤਾ ਕਿ ਤੁਸੀਂ ਕਿੱਥੇ ਹੋ, ਕਿਸ ਤਰ੍ਹਾਂ ਹੋ? ਨਾ ਨਾ ਨਾ, ਅਸੀਂ ਹਾਲੇ ਮੇਰੇ ਕੋਲ ਇੱਕ ਫ਼ੋਨ ਨੰਬਰ ਥਾ ਮੇਰੀ ਦੋਤੀ ਦਾ, ਉਹ ਮੈਂ ਮੈਡਮ ਨੂੰ ਦਿੱਤਾ ਆ। ਤੇ ਕਹਿੰਦੇ ਕਿੱਥੇ ਰੱਖਿਆ ਸੀ? ਮੈਂ ਕਿਹਾ ਮੈਂ ਤਾਂ ਡੈਡੀ ਭੁੱਲਿਆ ਹੀ ਨਹੀਂ, ਤਾਂ ਮੇਰੇ ਕੋਲ ਤਾਂ ਸਾਰੇ ਫ਼ੋਨ ਨੰਬਰ ਥੇ। ਮੇਰੇ ਦਿੱਲੀ ਵਾਲਾ ਵੀ ਥਾ, ਇੱਥੇ ਵਾਲਾ ਵੀ ਥਾ, ਅਤੇ ਮੇਰੇ ਉਹਨਾਂ ਦੇ ਵੀ ਕੀ ਕਹਿੰਦੇ ਹੈਗੇ ਸੀਗੇ, ਮੇਰੀ ਭੈਣ ਦੇ ਲੜਕਿਆਂ ਦੇ ਵੀ, ਉਹਦੇ 3 ਬੇਟੇ ਆ, ਅਤੇ ਉਹਨਾਂ ਦੇ ਵੀ ਥੇ ਮੇਰੇ ਕੋਲ, ਸਭ ਕੁਛ ਸੀਗਾ। ਤਾਂ ਮੇਰੇ ਕੋਲ ਇੱਕੋ ਹੀ ਲਿਖਾ ਰਹਿ ਗਿਆ, ਉਹ ਹੀ ਗੁੱਟ ਕੇ ਤੇ ਬਾਹਰਲੇ ਪਿਛਲੇ ਲਾਸਟ ਪੇਜ 'ਤੇ ਲਿਖਿਆ ਆ। ਭੈਣਾਂ ਵੀ ਹੈ ਤੁਹਾਡੀਆਂ, ਉਹਨਾਂ ਨੇ ਨਹੀਂ ਕੀਤਾ ਕਦੀ ਭੈਣਾਂ ਦੇ ਅੱਗੇ ਬੱਚੇ? ਚਲੋ ਐਕਸਪਾਇਰ ਹੋ ਗਈ ਹਾਂਜੀ। ਵੱਡੀ, ਛੋਟੀ ਅਮਰੀਕਾ 'ਚ, ਉਹ ਥੋੜ੍ਹੀ ਹੈਲਪ ਕਰਦੀ ਹੈ। ਉਹਨਾਂ ਨੇ ਨਹੀਂ ਕੋਈ ਯਤਨ ਕੀਤਾ ਕਿ ਤੁਹਾਨੂੰ ਉਹਨਾਂ ਨਾਲ? ਉਹਨੂੰ ਪਤਾ ਹੋਊਗਾ, ਕੋਈ ਦੱਸੇਗਾ ਤਾਂ ਹੀ ਹੈ ਨਾ। ਮੈਂ ਵੀ ਦੱਸੂੰਗੀ ਤਾਂ ਮੇਰੇ ਕੋਲ ਫ਼ੋਨ ਨੰਬਰ ਹੋਏਗਾ ਫੇਰ ਹੀ ਹੈ ਨਾ, ਅਦਰਵਾਈਜ਼ ਕੌਣ ਦੱਸੇਗਾ ਉਹਨੂੰ? ਫੇਰ ਹੀ ਪਤਾ ਕਰੇਗੀ ਕਰਦਾ। ਫਿਰ ਮੈਨੂੰ ਇੱਥੇ ਆਉਂਦੇ ਜਦੋਂ ਮੈਨੂੰ ਇਹਨਾਂ ਨੇ ਕਿਹਾ ਕਿ ਆਂਟੀ ਨਾ ਰੋਇਆ ਕਰੋ, ਨਾ ਰੋਇਆ ਕਰੋ, ਸਾਡੇ ਨਾਲ ਮਿਕਸਅਪ ਹੋ ਜਾਓਗੇ ਤੁਸੀਂ। ਇਹ ਪਰਿਵਾਰ ਹੁਣ ਇੱਥੇ ਤੁਹਾਨੂੰ ਕਿੱਦਾਂ ਲੱਗਦਾ ਹੈ? ਗੁੱਡ ਲੱਗਾ, ਗੁੱਡ, ਪਿਆਰ ਮਿਲਦਾ ਹੈ? बहुत सेवा केयर? बहुत 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 करती हैं, एक आवाज़ लगाओ तो दौड़े आते हैं। ਉੱਥੇ ਨਾਲੋਂ ਚੰਗੇ ਹੋ? गुड, मच बेटर। वो तो रोटी भी नहीं देती थी मेरे को, ਅੱਛਾ ਜੀ। डॉक्टर मेरी, रोटी नहीं मिलेगा पड़ोसियों से मांग लो। ਕੀ ਕਮੀ ਰਹਿ ਗਈ ਪਰਵਰਿਸ਼ ਦੇ ਵਿੱਚ? ਤੁਹਾਨੂੰ ਕੀ ਲੱਗਦਾ ਕਿ ਉੱਦਾਂ ਦੀ ਪਰਵਰਿਸ਼ ਨਹੀਂ ਹੋ ਪਾਈ? ਕਿੱਥੇ ਕਮੀ ਰਹਿ ਗਈ ਕਿ ਇੱਦਾਂ ਦੇ ਹਾਲਾਤ ਬਣ? मैट +2 भी करवा दिया उसको मैंने वो भी कराता, की कहते है आह कंप्यूटर का कोर्स, टाइप का कोर्स भी, सब कुछ नौकरी भी लवातियाँ। होर मैं उन्होंने की दे दूँ? वो चाहती सी कि मैनू एक मकान बना के दिओ। ਹੁਣ ਮੈਂ ਹੁਣ ਕਿੱਥੋਂ ਬਣਾਵਾਂ ਇੰਨਾ, ਆਪਣੇ ਕੀ ਕਹਿੰਦੇ ਲਿਆਵਾਂ, ਕਿੰਨੇ ਲੱਖ ਲਿਆਵਾਂ, ਕਿੱਥੋਂ ਲਿਆਵਾਂ ਮੈਂ ਕਿ ਤੈਨੂੰ ਬਣਾ ਕੇ ਦੇਵਾਂ? ਆਪੇ ਜਿੱਥੋਂ ਮਰਜ਼ੀ ਹੁਣ ਬਣਾਉਂਦੇ ਰਹੋ ਬੈਠੇ, ਆਪਾਂ ਨੂੰ ਕਿਆ, ਠੀਕ ਹੈ ਨਾ? ਚਲੋ ਪ੍ਰਮਾਤਮਾ ਕਰੇ ਤੁਹਾਡੀ ਬਹੁਤ ਲੰਮੀ ਉਮਰ ਹੋਵੇ, ਤੁਸੀਂ ਖੁਸ਼ ਰਹੋ, ਹੱਸਦੇ ਵਸਦੇ ਰਹੋ। ਇਹ ਤਾਂ ਬਹੁਤ ਵਿਚਾਰੇ ਆ, ਮੇਰੇ ਕਹਿਣਾ ਨਹੀਂ, ਮੇਰੀ ਤਾਂ ਬਥੇਰੀ ਕੇਅਰ ਕਰਦੇ ਆ। ਮੈਂ ਵੀ ਇਹਨਾਂ ਦੀ ਜੇ ਦੇਖੋ ਜੀ, ਹੱਥ ਨੂੰ ਹੱਥ ਆ, ਠੀਕ ਹੈ ਨਾ? ਕਰਨਗੇ ਤਾਂ ਕਰਵਾਉਣਗੇ ਵੀ, ਠੀਕ ਹੈ ਨਾ? ਬਸ ਉਹਨਾਂ ਨੂੰ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ
ਜਿਹੜੇ ਹੁਣ ਤੁਹਾਡੀਆਂ ਧੀਆਂ ਆ ਉਸਦਾਂ ਦੇ ਲੋਕ ਜਿਹੜੇ ਆਪਣੇ ਮਾਪੇ ਨੂੰ ਕੱਢ ਦਿੰਦੇ, ਕੱਲ੍ਹ ਨੂੰ ਉਹਨਾਂ ਦੇ ਬੱਚੇ ਵੀ ਹੋਣੇ ਆ। ਹਾਂ ਉਹ ਵੀ ਉਹਨਾਂ ਦੇ ਹੁਣ ਦੇ ਇਹ ਬੱਚੇ ਸਮਾਂ ਉਹਨਾਂ ਦੇ ਉੱਤੇ ਵੀ ਆਉਣਾ ਹੈ। ਹੁਣ ਦੇ ਬੱਚੇ ਦੇਖ ਰਹੇ ਆ ਨਾ, ਉਹ ਉਹਨਾਂ ਨੂੰ ਮਨਾ ਕਰਦੇ ਥੇ ਕਿ ਨਾ ਮਾਰੋ ਮਮਾ, ਨਾਨੀ ਨੇ ਤੁਹਾਨੂੰ ਕੁਛ ਕਿਹਾ, ਤੁਹਾਨੂੰ ਕੁਛ ਕਹਿੰਦੇ, ਵਿਚਾਰੇ ਚੁੱਪ ਕਰਕੇ ਬੈਠੇ, ਫਿਰ ਵੀ ਮਾਰਨ ਦੇ ਬਗੈਰ ਤੁਸੀਂ ਨਾ ਕਰੋ, ਤੇ ਫਿਰ ਉਹ ਕੱਲ੍ਹ ਨੂੰ ਕਰਨਗੇ ਉਹਦੇ ਨਾਲ ਹਿਸਾਬ ਬਰਾਬਰ ਹੋਊਗਾ। ਬਿਲਕੁਲ ਉਹਦੇ ਤੇ ਛੱਡੀ ਡੋਰ, ਬਸ ਸਭ ਕੁਝ ਕਰ ਦੇਣਾ ਉਹਨੇ ਜੋ ਕਰਨਾ। ਉਹਨੇ ਮੈਂ ਉਹਦੇ 'ਤੇ ਬਹੁਤ ਯਕੀਨ ਕੀਤਾ ਸੀ, ਤਾਂ ਹੀ ਮੇਰੇ ਇੱਥੇ ਮੈਂ ਬਚ ਗਈ, ਨਹੀਂ ਤਾਂ ਮੈਂ ਤਾਂ ਤੁਰ ਗਈ ਸੀ। ਨਹੀਂ, ਤੁਹਾਡੀ ਬਹੁਤ ਲੰਮੀ ਉਮਰ ਹੋਵੇ। ਮੇਰੇ ਪੁੱਛੋ ਤੇ ਮੈਂ ਤਾਂ ਤੁਰ ਗਈ ਸੀ, ਪੁੱਛ ਕੇ ਦੇਖੋ ਮੈਂ ਤਾਂ ਬਿਲਕੁਲ ਖ਼ਤਮ ਹੋ ਗਈ ਸੀ। ਮੈਂ ਤਾਂ ਫਿਰ ਵੀ ਮੈਂ ਉੱਠ ਕੇ ਹਾਲੇ ਵੀ ਮੈਂ ਆਪਣਾ ਸਵੇਰੇ ਉੱਠ ਕੇ ਨਹਾਉਂਦੀ ਹਾਂ, ਕੱਪੜੇ ਧੋਂਦੀ ਹਾਂ, ਆਪਣਾ ਸੂਟ ਵੀ ਧੋ ਲੈਂਦੀ ਹਾਂ, ਨਹਾ ਕੇ ਸਿਰ ਧੋ ਕੇ ਦੇਖ ਲਓ। ਹਾਲੇ ਮੈਂ 70 ਤੋਂ ਉੱਪਰ ਹੈ ਮੇਰੀ ਏਜ, ਫਿਰ ਵੀ ਹਾਲੇ ਮੇਰੀ ਨਾ ਕੀ ਕਹਿੰਦੇ ਦੇਖੋ ਹੱਡੀਆਂ ਨਿਕਲ ਆਈਆਂ ਸੀ ਬਿਲਕੁਲ ਹੀ। ਮੈਂ ਉੱਠ ਕੇ ਫਿਰ ਵੀ ਇਹਨਾਂ ਨੂੰ ਕਦੀ ਨਹੀਂ ਇਹਨਾਂ ਨੂੰ ਦੁੱਖ ਦਿੱਤਾ। ਮੈਂ ਉੱਠ ਕੇ ਮਤਾ ਦੱਸੀ ਕੋ ਆਵਾਜ਼ ਮਾਰੀ, ਉਹ ਜਿੱਥੇ ਜਾਣਾ ਹੋਊਗਾ। ਮੈਂ ਕਿਹਾ ਨਹੀਂ ਕੋਈ ਨਹੀਂ, ਮੈਂ ਕਿਹਾ ਮੈਂ ਆਪੇ ਹੀ ਉੱਠਦੀ ਹਾਂ ਜਦੋਂ ਬਾਥਰੂਮ ਆਵੇ ਜਾਂ ਕੁਛ ਵੀ ਹੋਵੇ ਆਵੇ। ਹਾਲਾਂਕਿ ਦੇਖੋ ਬਜ਼ੁਰਗ ਇੱਥੇ ਆ, ਸਾਰਾ ਕੁਝ ਆਪ ਕਰਦੇ ਆ, ਹਿੰਮਤ ਹੈ, ਪੜ੍ਹੇ ਲਿਖੇ ਹੈ, ਪਰ ਫਿਰ ਵੀ ਪਰਿਵਾਰਾਂ ਦੇ ਵਿੱਚ ਕਦਰ ਨਹੀਂ ਪੈਂਦੀ। ਸੋ ਗੱਲਬਾਤ ਕਰਦੇ ਹਾਂ, ਹੋਰ ਵੀ ਸਾਡੇ ਨਾਲ ਬਜ਼ੁਰਗ ਹੈਗੇ ਆ। ਸਤਿ ਸ਼੍ਰੀ ਅਕਾਲ ਮਾਤਾ ਜੀ, ਕੀ ਹਾਲ ਚਾਲ ਹੈ ਜੀ? ठीक है। ਕਿਵੇਂ ਹੋ? ਸਿਹਤਾਂ ਠੀਕ ਹੈ? सेहत नहीं मेरी ठीक, मेरी तो लाती टूट रही, मैं तो लत्त टूट रही, मेरी बेटी जा रही लत्ता ते, अच्छा मेरी जी। लत्त नहीं लगती, ये लत्त अच्छा जी। देखना। ਕੋਈ ਗੱਲ ਨਹੀਂ, ਹੋ ਜਾਏਗੀ ਠੀਕ। ਤੇ ਕਿੱਥੋਂ ਦੇ ਹੋ ਤੁਸੀਂ? मैं राम शहर दी। ਰਾਮ ਸ਼ਹਿਰ ਦੇ। ਹਾਂ। ਇੱਥੇ ਕਿਵੇਂ ਆ ਗਏ? ਉਹ ਇੱਥੇ ਨਾਲਾ ਕਰਦੀ ਸੀ, ਇੱਕ ਸੇਲੀ ਆਈ ਸੀ ਮੈਨੂੰ ਅੱਛਾ ਜੀ। ਵੀ ਚੱਲ ਦਵਾ ਦੂਧ ਹੋਣਗੇ ਹਾਂਜੀ। ਬੱਜਰੇ ਤੇ ਥਾਨੇ ਦਵਾ ਦੂਧ ਥੇਰਾ ਵੀ ਗਾ ਵਿਆਹ ਵਿਚਾਰੀ ਯਾਰ ਅੱਛਾ। ਨਾਲਾ ਕਰਦੀ ਸੀ, ਅੱਛਾ ਜੀ। ਇੱਥੇ ਨੌਕਰੀ ਕਰਦੀ ਸੀ ਉਹ। ਬੱਚੇ ਤੁਹਾਡੇ? ਬੱਚੇ ਹੈਗੇ ਮੇਰੇ, ਉਹਨਾਂ ਨੇ ਨਹੀਂ ਇਲਾਜ ਕਰਾਇਆ? ਇਲਾਜ ਕਰਾਇਆ ਅੱਛਾ ਜੀ। ਬੱਜਰੇ ਸਿਮਰੇ ਲੈ ਗਏ ਮਿੰਜੋ ਅੱਛਾ। ਤੇ ਮੇਰੇ ਲੱਤਾਂ ਦਾ ਆਪਰੇਸ਼ਨ ਹੁਆ ਇਹ ਤੇਰਾ ਅੱਛਾ ਲੱਤਾਂ ਜੀ। ਦਾ। ਨਹੀਂ ਫਿਰ ਇੱਥੇ ਕਿਉਂ ਆਣਾ ਪਿਆ ਤੁਹਾਨੂੰ? ਘਰ ਦੇ ਵਿੱਚ ਨਹੀਂ ਰੱਖਿਆ ਉਹਨਾਂ ਨੇ ਤੁਹਾਨੂੰ? घर च रखी बदरे आई जगह थी राउर पाने ਹਾਂਜੀ। बदरे नालगढ़ लिए बेचारी चल भाई दुआ दुआ का कनारा करे वैसे आई में जो नीने तेरा सामान भी खोई लाए थी से आई नीने भी ले जो थी जो करा जो बदरे तिना पता नहीं लगता भी खेती ना भी ये तो गेट से बाहर में जो जाने नहीं देंगे बदरे वो छोटू आऊँ मटोल दे पोते बदरे बिया ही मेरे पोते ने कर रही बिया पड़ूगा बजरे इतने पीछे से पीछे मोड़ दूँ लोग। ਨਹੀਂ ਇੱਥੇ ਕਿਉਂ ਆਣਾ ਪਿਆ ਤੁਹਾਨੂੰ? ਮਤਲਬ ਘਰ ਦੇ ਵਿੱਚ ਰੱਖਿਆ ਨਹੀਂ ਤੁਹਾਨੂੰ ਉਹਨਾਂ ਨੇ, ਜਾਂ ਕੌਣ ਲੈ ਕੇ ਆਇਆ? नहीं नहीं मैं कर दिया नहीं कड्डी, मैं तो आपे आई अपने उधर उते आई ਅੱਛਾ। ਕਿਉਂ ਮਤਲਬ ਕਿਉਂ ਆਣਾ ਪਿਆ ਤੁਹਾਨੂੰ? ਇੱਥੇ ਕਿਉਂ ਆਣਾ ਪਿਆ? इतने आ गई भाई जब दुआ का किनारा करी होगी बजरे लत्त भी ठीक हो जाएंगे वो काम वहाँ होंगे नहीं दवा दू खानी मैं दवा दू खाधी मैं दवाई लेता रही है ਨਹੀਂ ਦਵਾਈ ਤੁਹਾਨੂੰ ਉਹਨਾਂ ਨੇ ਨਹੀਂ ਦਵਾਈ? ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਤੁਹਾਨੂੰ ਉੱਥੇ ਰੱਖ ਕੇ ਦਵਾ ਦਵਾਉਂਦੇ ਹੋ? उन्होंने दवाई ਹਾਂਜੀ। दवाई उन्होंने उत्थे ला के जगह रा काम बजरे मैं बोले थी जगह लागू पड़ना है बजरे चल दुआ का किनारा करी के तेरे आई जाएंगी हो बजरे से उन्हें टाइम नहीं लगे जाने रा बजरे इतने जाने नहीं दी ਅੱਛਾ ਜੀ। बस इतनी रही 2 साल हो गए मैनू आई नू यही जगह थी उपर ਉਹ ਮਿਲਣ ਆਉਂਦੇ ਤੁਹਾਨੂੰ ਹੁਣ? ਬੱਚੇ ਮਿਲਣ ਆਉਂਦੇ ਇੱਥੇ? इतने आंदा नहीं उरे आंदा नहीं कोई नहीं ना आंदे तो मैं जाना था घर जो ਕਿਉਂ ਨਹੀਂ ਮਿਲਣ ਆਉਂਦੇ ਤੁਹਾਨੂੰ? क्या पता क्या चक्कर है क्या नाम भी है सौकन थी मेरे सौकनी के मुंडे ना बजरे से चक्कर जो से बोलूँ खबर से है सौकनी के मुंडे बजरे अपने मुंडे भी आते नहीं है बजरे से लड़ा के साले जेड़े सौकनी के मुंडे से कड़जाल बजरे बैर छे मेरे घर बैर छे ਅੱਛਾ ਜੀ। बजरे वो बंदे टिकाओ वो तो बंदे बाड़ी भी देऊँ मारी भी देऊँ बजरे मेरे छोटू भले मानस बेचारे बजरे से डरते नहीं आते ਅੱਛਾ ਜੀ। बजरे पे हंज मार देंगा कोई हंज मार देंगा कोई ਹੁਣ ਤੁਸੀਂ ਹੁਣ ਘਰੇ ਜਾਣਾ ਚਾਹੁੰਦੇ ਹੋ? हाँ ਕੀ ਅਪੀਲ ਕਰੋ ਆਪਣੇ ਬੱਚਿਆਂ ਨੂੰ ਕਿ ਮੈਨੂੰ ਲੈ ਕੇ ਜਾਓ ਇੱਥੋਂ? बजरे पील कर गई नाल कर हो जाएगा पील नाल ਹਾਂਜੀ कर ਹਾਂਜੀ, ਸਾਰੇ ਦੇਖਦੇ ਆ ਜੀ। ਹਾਂ। ਤੁਸੀਂ ਜੋ ਕਹਿਣਾ ਚਾਹੁੰਦੇ ਹੋ ਕਹੋ।
ਕਿ ਨਾਲਾਗੜ ਦੇ ਕਰ ਪਤਾ, ਨਾਲਾਗੜ ਤੇ ਲੱਗ ਜਾਣਾ ਪਤਾ। ਅੱਛਾ ਨਾਲਾਗੜ ਦੁਕਾਨ ਹੀ ਆਪਣੀ। ਅੱਛਾ ਜੀ, ਨਾਲਾਗੜ੍ਹ ਦੁਕਾਨ ਹੈ ਤੁਹਾਡੀ? ਹਾਂ, ਦੁਕਾਨ ਹੀ ਆਪਣੀ। ਠੀਕ ਹੈ ਜੀ। ਜਿਹੜੇ ਨਾਲਾਗੜ ਦੁਕਾਨ ਹੀ ਕੀਤੀ ਵੀ ਮੁੰਡੇ ਨੇ। ਮਜੇ ਨੌਕਰ ਰੱਖਿਆ ਵਾ ਇੱਕ ਛੋਟਾ ਜਿਹਾ 600 ਰੁਪਈਏ ਦੇ ਮੋਦੇ ਜੋ ਤਨਖਾਹੀ ਰਾ। ਅੱਛਾ ਜੀ। ਵਜਰੇ ਚਾਹ ਚੂਹ ਪਾਣੀ। ਚਲੋ ਠੀਕ ਹੈ, ਉਮੀਦ ਕਰਦੇ ਹਾਂ ਕਿ ਮਾਤਾ ਜੀ ਜਲਦੀ ਇਹਨਾਂ ਦੇ ਬੱਚੇ ਇਹਨਾਂ ਨੂੰ ਲੈ ਕੇ ਜਾਣ, ਪ੍ਰਮਾਤਮਾ ਇਹਨਾਂ ਨੂੰ ਸੋਝੀ ਦੇਵੇ। ਹਾਂ ਠੀਕ ਹੈ ਜੀ। ਹਾਂ। ਠੀਕ ਹੈ, ਚਲੋ ਹੋਰ ਗੱਲਬਾਤ ਕਰਦੇ ਹਾਂ। ਇੱਥੇ ਹੋਰ ਕੋਈ ਬਜ਼ੁਰਗ ਹੈਗੇ ਨੇ, ਕਿਹਦੇ ਨਾਲ ਹੋਰ ਗੱਲਬਾਤ ਕਰ ਸਕਦੇ ਹਾਂ ਜੀ? ਕੋਲ ਹੁਣ ਬਜ਼ੁਰਗ ਹੈਗੇ ਜਿਨ੍ਹਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਕੱਢਿਆ ਹੋਇਆ ਘਰਾਂ ਤੋਂ? ਸਰ ਬਹੁਤ ਹੈਗੇ। ਕਿਹੜੇ ਕੋਈ ਗੱਲਬਾਤ ਕਰਦੇ? ਸਰ ਕੁਝ ਏਬਲ ਨੇ, ਕੁਝ ਕਰਨਾ ਨਹੀਂ ਚਾਹੁੰਦੇ ਆ। ਕਿਹੜੇ ਕਰ ਸਕਦੇ ਗੱਲਬਾਤ, ਉਹਨਾਂ ਨਾਲ ਕਰਵਾ ਦਿਓ ਸਾਡੀ। ਕੋਈ ਇਹਨਾਂ ਵਿੱਚ ਹੋਰ ਹੈਗੇ ਜੀ? ਸਰ ਇੱਕ ਤਾਂ ਉਹ ਮਾਤਾ ਜੀ ਬੈਠੀ ਹੈ ਸਾਹਮਣੇ, ਕਿੱਥੇ? ਵੀਲ ਚੇਅਰ ਤੇ ਬੈਠੇ। ਅੱਛਾ ਠੀਕ ਹੈ, ਆ ਜਾਓ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਜੀ? ਠੀਕ ਹੈ ਜੀ। ਕਿਵੇਂ ਆਣਾ ਹੋਇਆ ਮਾਤਾ ਜੀ ਇੱਥੇ? ਇੱਥੇ ਜੀ ਕੋਈ ਮੇਰੇ ਸਾਂਭਣੇ ਵਾਲਾ ਨਹੀਂ ਤਾਂ। ਸਾਂਭਣ ਵਾਲਾ ਸੀ? ਬੱਚੇ ਇੱਥੇ ਬੱਚਾ ਉਹ ਕਹਿੰਦਾ ਮੇਤੇ ਨਹੀਂ ਸਾਂਭੀ ਜਾਂਦੀ, ਕੁੜੀ ਕਹਿੰਦੀ ਮੇਤੇ ਨਹੀਂ। ਇੱਕ ਲੜਕਾ ਸੀ ਤੁਹਾਡੀ, ਇੱਕ ਬੇਟੀ ਸੀਗੀ। ਹਾਂਜੀ। ਕਿਹੜਾ ਪਿੰਡ ਹੈ ਜੀ ਤੁਹਾਡਾ? ਚੂਹਣ ਮਾਜਰਾ। ਅੱਛਾ ਜੀ। ਉਹ ਲਾਂਡਰਾ ਲਾਗ। ਅੱਛਾ, ਨਾ ਲੜਕੀ ਨੇ ਸਾਂਭਿਆ ਤੁਹਾਨੂੰ, ਨਾ ਬੇਟੇ ਨੇ ਸਾਂਭਿਆ? ਹਾਂਜੀ। ਫਿਰ ਪਾਪੜਾ ਉਹਦੀਆਂ ਉਰੇ ਛੱਡ ਗਈਆਂ। ਤੁਹਾਡੇ ਹਸਬੈਂਡ? ਉਹ ਜੀ ਪੂਰੇ ਹੋਲੇ। ਅੱਛਾ, ਉਹਨਾਂ ਦੇ ਹੁੰਦੇ ਆ ਕਿੱਦਾਂ? ਉਹਨਾਂ ਦੇ ਹੁੰਦੇ ਤਾਂ ਸਾਂਭਦੇ ਤੇ ਜਾਂਦਾ, ਉਹੀ ਸਾਂਭਣੇ ਵਾਲਾ ਤਾਂ। ਅੱਛਾ ਜੀ। ਤੇ ਕਿਉਂ ਇਦਾਂ ਦਾ ਕਾਰਨ ਬਣਿਆ? ਕਿਉਂ ਨਹੀਂ ਸਾਂਭਿਆ ਤੁਹਾਨੂੰ ਉਹਨਾਂ ਨੇ? ਕੌਣ ਕੱਢਦਾ ਖੇਚਲ? ਤੂੰ ਤਾਂ ਤੁਹਾਡੇ ਆਪਣੇ ਸੀ ਨਾ? ਹਾਂਜੀ, ਆਪਣੇ ਹੀ ਤੇ ਮੇਰੇ ਦੇ ਦੋਵੇਂ ਵਿਆਹੇ ਵੇ ਤੇ। ਨਹੀਂ, ਕੀ ਨੂੰਹਾਂ ਦੇ ਆਉਣ ਤੋਂ ਬਾਅਦ ਇਦਾਂ ਸ਼ੁਰੂ ਹੁੰਦਾ ਹੈ ਜਾਂ ਪਹਿਲਾਂ? ਬਹੁਤਾ ਬਹੂ ਵੀ ਇਹੀ ਜੋ ਤੇ ਆਪ ਵੀ ਉਹ ਦਾਰੂ ਪੀਂਦਾ ਤਾਂ ਪੁਲਿਸ ਨੂੰ ਬੁਲਾਈ ਜਾਂਦੀ ਤੇ ਰੋਜ਼। ਅੱਛਾ ਜੀ। ਹਾਂਜੀ। ਤੇ ਹੁਣ ਤੁਹਾਨੂੰ ਕਦੀ ਮੁੜ ਕੇ ਕਿਸੇ ਨੇ ਨਹੀਂ ਯਤਨ ਕੀਤਾ ਕਿ ਆ ਕੇ ਪਤਾ ਕਰੇ ਕੌਣ? ਕੁੜੀ ਜਾਲ ਹੀ ਲੈਣ। ਫਿਰ ਇਹਨਾਂ ਨੇ ਕਿਹਾ ਤਾਂ ਕੋਈ ਬਣਾਉਂਦੇ ਹੋਣੇ ਕਾਗਜ਼ ਕੋਗਜ਼ ਸੈਲੇ ਦਾ, ਉਹਨਾਂ ਦਾ ਸਰਪੰਚਾਂ ਦਾ ਮੂਹਰ ਅੱਛਾ ਜੀ। ਵੀ ਉਹ ਲੋ ਖਾਈ ਨਹੀਂ ਮੁੜ ਕੇ ਫਿਰ। ਅੱਛਾ ਜੀ। ਹਾਂਜੀ। ਲੈਣ ਆਈ ਸੀ ਮਤਲਬ ਕਿੱਦਾਂ? ਇਹ ਤਾਂ ਨਹੀਂ ਕੋਈ ਜ਼ਮੀਨ ਜਾਇਦਾਦ ਲੈਣ ਲਈ ਹੁਣ? ਨਾ ਜੀ ਨਾ, ਜਾਇਦਾਦ ਨਹੀਂ ਦੀ ਸਾਡੇ ਪਾਸ ਹੈ। ਅੱਛਾ ਜੀ। ਬੁੜੇ ਤੇ 8-10 ਭਾਈ ਇਲੀਗਲ ਕਿਆ ਬਣਦਾ ਹੈ। ਅੱਛਾ ਉਹ ਤਾਂ ਜੀ। ਲੈਣੇ ਆਈ ਸੀ ਫਿਰ ਕਾਗਜ਼ ਇਹਨਾਂ ਨੇ ਕਿਹਾ ਵੀ ਸੈੱਲ ਉਹਦੇ ਸਰਪੰਚ ਦੇ ਮੂਹਰ ਲਵਾ ਲਿਆ, ਮੁੜ ਕੇ ਆਈ ਨਹੀਂ ਲਵਾ ਕੇ ਫਿਰ। ਅੱਛਾ ਜੀ। ਹਾਂਜੀ। ਇਹ ਤੁਹਾਡੇ ਕੀ ਹੋਇਆ? ਲੱਤਾਂ ਨੂੰ ਕੀ ਹੋਇਆ? ਲੱਤਾਂ ਜੀ ਚੱਲਦੀਆਂ ਹੀ ਨਹੀਂ, ਵੱਧਦੀਆਂ ਦੀਆਂ ਲੱਤਾਂ ਨਹੀਂ ਚੱਲਦੀਆਂ ਹੈ। ਇਹ ਪਹਿਲਾਂ ਵੀ ਇਦਾਂ ਹੀ ਸੀ, ਉਦੋਂ ਘਰ ਤੋਂ ਵੀ? ਨਾ ਜੀ ਨਾ, ਜਦ ਤੱਕ ਕੋਈ ਨਹੀਂ ਤੁਰਦੀ ਫਿਰਦੀ ਸੀ। ਅੱਛਾ ਜੀ। 2 ਸਾਲ ਹੋ ਗਏ ਜਾਤੇ ਹੋ ਗਏ ਆ। ਅੱਛਾ ਜੀ। ਹਾਂਜੀ। ਇੱਥੇ ਕਿੱਦਾਂ ਪ੍ਰਬੰਧ ਹੈ ਸਾਰਾ? ਕਿੱਥੇ ਜੀ? ਇਸ ਜਗ੍ਹਾ ਤੇ ਇੱਥੇ ਤੁਹਾਨੂੰ ਵਧੀਆ ਪੁੱਛ ਗਿੱਛ ਹੁੰਦੀ ਹੈ ਕਿੱਦਾਂ? ਵਧੀਆ ਹੁੰਦੀ ਜੀ ਪੁੱਛ ਗਿੱਛ, ਘਰ ਨਾਲੋਂ ਵੱਧ ਹੁੰਦੀ ਹੈ। ਅੱਛਾ ਜੀ। ਹਾਂਜੀ। ਕੀ ਅਪੀਲ ਕਰਨਾ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ? ਕੌਣ ਅਸੀਂ? ਹਾਂਜੀ। ਬੱਚਿਆਂ ਨੂੰ ਕਿਆ ਕਰਨਾ, ਆ ਜਾਊਗੀ ਕੁੜੀ ਲੈ ਜੂਗੀ ਚਲੀ ਜੂਗੀ, ਨਹੀਂ ਫਿਰ ਆਪਣਾ ਬੈਠੇ ਹੋ ਰਹਿ। ਜੇ ਆਊਗੀ ਤਾਂ ਲੈ ਜੂਗੀ, ਨਹੀਂ ਉਹਦੀ ਮਰਜ਼ੀ ਆ। ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਗੇ? ਅੱਗਾ ਜੀ ਐਡਾ ਮੈਨੂੰ ਨਹੀਂ ਪਤਾ। ਚਲੋ ਠੀਕ ਹੈ ਮਾਤਾ ਜੀ। ਸੋ ਇਹੋ ਜਿਹੇ ਪ੍ਰਭ ਆਸਰਾ ਵਰਗੇ ਨਿਆਸਰਿਆਂ ਲਈ ਆਸਰੇ, ਭਾਵੇਂ ਉਹਨਾਂ ਲੋਕਾਂ ਨੇ ਜੋ ਦਰਦ ਮਹਿਸੂਸ ਕਰਦੇ ਨੇ ਇਹਨਾਂ ਬਜ਼ੁਰਗਾਂ ਦਾ, ਉਹਨਾਂ ਨੇ ਬਣਾਏ ਜ਼ਰੂਰ ਨੇ, ਪਰ ਬਜ਼ੁਰਗਾਂ ਦਾ ਇੱਥੇ ਰਹਿਣਾ, ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਸੰਭਾਲ ਸਕਦੇ ਨੇ, ਸਾਰਾ ਕੁਝ ਉਹਨਾਂ ਦੇ ਕੋਲ ਹੈ। ਬਹੁਤ ਬਜ਼ੁਰਗ ਸਾਨੂੰ ਇਹੋ ਜਿਹੇ ਇੱਥੇ ਮਿਲੇ ਨੇ ਜਿਨ੍ਹਾਂ ਦੇ ਬੱਚੇ ਅਮਰੀਕਾ ਵਰਗੇ ਕੰਟਰੀਆਂ 'ਚ ਸੈਟਲ ਨੇ, ਇੱਥੇ ਚੰਗੇ ਘਰਾਂ ਦੇ ਵਿੱਚ ਰਹਿ ਰਹੇ ਨੇ, ਸਾਰਾ ਕੁਝ ਕੋਲ ਹੈ, ਪਰ ਫਿਰ ਵੀ ਉਹਨਾਂ ਦੇ ਜਿਹੜੇ ਬੱਚੇ ਨੇ, ਬਜ਼ੁਰਗ ਨੇ, ਇੱਥੇ ਰੁਲ ਰਹੇ ਨੇ। ਇੱਕ ਬਹੁਤ ਵੱਡਾ ਸਮਾਜ ਦੇ ਉੱਤੇ ਕਲੰਕ ਹੈ। ਸੋ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਬਜ਼ੁਰਗਾਂ ਨੂੰ ਦੇਖ ਕੇ ਸਮਾਜ ਇੱਕ ਸੇਧ ਲਏਗਾ ਤੇ ਇਹਨਾਂ ਬਜ਼ੁਰਗਾਂ ਨੂੰ ਇੱਥੋਂ ਬੱਚੇ ਆਪਣੇ ਘਰਾਂ ਨੂੰ ਵਾਪਸ ਲੈ ਕੇ ਜਾਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਘਟਨਾਵਾਂ ਨਹੀਂ ਵਾਪਰਨਗੀਆਂ। ਨਿਰਭੈ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਕੁਰਾਲੀ।